रेडियो लोहगढ़ ते आप सब का स्वागत है। मैं वरपाल सिंह ते मेरे नाल ने वीर गुरप्रीत सिंह। साडे दोहां वल्लों वाहिगुरू जी का खालसा वाहिगुरू जी की फतेह। आपां लड़ीवार किताब पढ़ रहे हैं द सॉफ्ट टारगेट, जिहड़ी ਜ਼ੁਹੈਰ कश्मीरी ते ब्रायन मैकेंड्रू ਦੀ ਲਿਖੀ ਹੋਈ ਹੈ। ਇਹ ਕਿਤਾਬ ਕੈਨੇਡਾ ਦੇ ਵਿੱਚ 1999 ਦੇ ਵਿੱਚ ਛਪੀ ਸੀ, ਵੀ ਅੱਜ ਤੋਂ ਤਕਰੀਬਨ 32 ਸਾਲ ਪਹਿਲਾਂ। ਅਤੇ ਉਦੋਂ ਹੀ ਇਹਨੂੰ ਇੰਡੀਆ ਦੇ ਵਿੱਚ ਬੈਨ ਕਰ ਦਿੱਤਾ ਗਿਆ ਹੈਗਾ, ਵੀ ਕਿਉਂਕਿ ਇਹਦੇ ਵਿੱਚ ਇੰਡੀਅਨ ਏਜੰਸੀਆਂ ਅਤੇ ਇੰਡੀਅਨ ਸਰਕਾਰ ਵੱਲੋਂ ਕਿਵੇਂ ਸਿੱਖ ਕੌਮ ਨੂੰ ਖੱਜਲ ਕੀਤਾ ਜਾ ਰਿਹਾ ਕੈਨੇਡਾ ਦੇ ਵਿੱਚ, ਹੋਰ ਮੁਲਕਾਂ ਦੇ ਵਿੱਚ ਅਤੇ ਭਾਰਤ ਵਿੱਚ ਜੀ, ਉਹਦੇ ਬਾਰੇ ਕਈ ਤਰ੍ਹਾਂ ਦੇ ਖੁਲਾਸੇ ਜਿਹੜੇ ਆ ਵੀ ਉਹ ਕੀਤੇ ਗਏ ਸੀਗੇ, ਅਤੇ ਜਿਹਦੇ ਕਰਕੇ ਭਈ ਇੰਡੀਆ ਦੇ ਵਿੱਚ ਇਹ ਕਿਤਾਬ ਜਿਹੜੀ ਬੈਨ ਹੋ ਗਈ। ਅਤੇ ਹੁਣ ਵੀ ਕਿਉਂਕਿ 32 ਸਾਲ ਹੋ ਗਏ ਛਪੀ ਨੂੰ, ਇਸ ਕਰਕੇ ਵੀ ਕਾਪੀਆਂ ਬਹੁਤ ਘੱਟ ਮਿਲਦੀਆਂ ਨੇ, ਪਰ ਅਸੀਂ ਜਿਵੇਂ ਹਰ ਵਾਰੀ ਕਰੀਦੀ ਹੁੰਦੀ ਵੀ ਇਸ ਵਾਰ ਵੀ ਗੁਜ਼ਾਰਿਸ਼ ਕਰਦੇ ਹਾਂ ਸਾਰਿਆਂ ਨੂੰ ਭਈ ਜਦੋਂ ਜਿੱਥੋਂ ਵੀ ਲੈ ਕੇ ਵੀ ਇਹ ਕਿਤਾਬ ਲਾਇਬ੍ਰੇਰੀ ਵਿੱਚੋਂ ਜਾਂ PDF ਇਹਦੀ ਮਿਲਦੀ ਆ ਔਨਲਾਈਨ ਵੀ ਉਹ ਲੈ ਕੇ, ਜਾਂ ਐਮਾਜ਼ੋਨ ਤੋਂ ਕਿਤੇ ਉਹ ਵੀ ਲੈ ਕੇ ਅਤੇ ਜ਼ਰੂਰ ਪੜ੍ਹੋ ਕਿਤਾਬ ਇਹ ਜੀ, ਕਿਉਂਕਿ ਇਹਦੇ ਵਿੱਚ ਜਿਹੜੇ ਖੁਲਾਸੇ ਕੀਤੇ ਗਏ ਨੇ, ਜਿਹੜਾ ਕਹਿ ਲਓ ਵੀ ਜਿਹਨੂੰ ਜਸੂਸੀ ਦੇ ਖੇਤਰ ਦੇ ਵਿੱਚ ਪਲੇ ਬੁੱਕ ਕਹਿੰਦੇ ਆ, ਵੀ ਜਿਹੜਾ ਕਹਿ ਲਓ ਵੀ ਤਰੀਕਾਕਾਰ ਜਸੂਸੀ ਏਜੰਸੀਆਂ ਦਾ, ਵੀ ਉਹੀ ਜਿਹੜੀ ਪਲੇ ਬੁੱਕ ਆ ਉਹ ਅੱਜ ਵੀ ਆਪਾਂ ਜਿਹੜੀ ਆ ਵੀ ਭਾਰਤੀ ਏਜੰਸੀਆਂ ਵੱਲੋਂ ਵੀ ਵਰਤੀ ਜਾਂਦੀ ਜਿਹੜੀ ਆ ਉਹ ਵੇਖਦੇ ਹਾਂ। ਵੀ ਜਿਵੇਂ ਨਿਊਜ਼ੀਲੈਂਡ ਦੀ ਉਦਾਹਰਨ ਲੈ ਲਓ, ਵੀ ਇੱਥੇ ਹੁਣੇ ਹੀ ਪਿਛਲੇ 2 ਹਫ਼ਤਿਆਂ ਦੇ ਵਿੱਚ ਵੀ ਇੱਕ ਬੜਾ ਸੋਹਣਾ ਕੰਮ ਹੋਇਆ ਆ, ਵੀ ਤਰਨ ਮੈਦਾਨ ਕਰਕੇ ਇੱਕ ਕਹਿ ਲਓ ਵੀ ਜਿਹੜਾ RSS ਦਾ ਝੋਲੀ ਚੁੱਕ ਅਤੇ ਜਿਹੜੇ ਅੱਤਵਾਦੀ ਹਿੰਦੂ ਨੇ, ਐਕਸਟਰੀਮਿਸਟ ਹਿੰਦੂ ਜਿਹੜੇ ਨੇ, ਵੀ ਉਹਨਾਂ ਦਾ ਨੁਮਾਇੰਦਾ ਉਹ ਇੱਥੇ ਮੋਡਰੇਟਰ ਬਣ ਕੇ ਬੈਠਾ ਸੀਗਾ। 4-5 ਮੋਡਰੇਟਰ ਨੇ ਵੀ ਗਰੁੱਪ ਬਣਾਇਆ ਹੋਇਆ ਸੀ ਉਹਨਾਂ ਨੇ ਫੇਸਬੁੱਕ ਦੇ ਉੱਤੇ, ਵੀ ਜਿਹਦਾ ਨਾਮ ਰੱਖਿਆ ਹੋਇਆ ਸੀ ਇੰਡੀਅਨਸ ਇਨ ਨਿਊਜ਼ੀਲੈਂਡ ਜੀ। ਅਤੇ ਉਹਦੇ ਵਿੱਚ ਸਿੱਖ ਕੌਮ ਦੇ ਖਿਲਾਫ, ਸਿੱਖ ਜਿਹੜੇ ਇੰਡੀਵਿਜੂਅਲ ਨੇ ਕੁਛ, ਉਹਨਾਂ ਦੇ ਖਿਲਾਫ ਚੰਗੀ ਜ਼ਹਿਰ ਉਗਲਦਾ ਸੀ। ਅਤੇ ਉਹਨੂੰ ਪਿਛਲੇ ਸ਼ੁੱਕਰਵਾਰ ਨੂੰ ਇੱਥੋਂ ਪੁਲਿਸ ਵਾਲਿਆਂ ਨੇ ਚੱਕ ਲਿਆ ਸੀ, ਅਤੇ ਆਹ ਜਿਹੜਾ ਹੁਣ ਸ਼ੁੱਕਰਵਾਰ ਲੰਘਿਆ ਆ ਉਦੋਂ ਚਲੋ ਬੇਲ ਹੋ ਗਈ ਸੀ ਉਹਦੀ। ਆ ਕੱਲ੍ਹ ਉਹਨੂੰ ਫੇਰ ਚੱਕ ਲਿਆ ਗਿਆ, ਕਿਉਂਕਿ ਬੇਲ ਦੀਆਂ ਜਿਹੜੀਆਂ ਕੰਡੀਸ਼ਨ ਸੀਗੀਆਂ ਵੀ ਉਹਨਾਂ ਦੀ ਉਲੰਘਣਾ ਦੇ ਇਲਜ਼ਾਮ ਦੇ ਵਿੱਚ, ਜੁਰਮ ਦੇ ਵਿੱਚ ਫੇਰ ਉਹਨੂੰ ਚੱਕ ਲਿਆ। ਅਤੇ ਉੱਧਰੋਂ ਗਰੁੱਪ ਜਿਹੜਾ ਸੀਗਾ ਉਹ ਵੀ ਇਹ ਵੀ ਜਦੋਂ ਪੁਲਿਸ ਨੇ ਐਕਸ਼ਨ ਲਿਆ ਆ ਅਤੇ ਉਹਦੀ ਰਿਪੋਰਟ ਦੇ ਬੇਸ ਦੇ ਉੱਤੇ ਵੀ ਫੇਸਬੁੱਕ ਨੇ ਉਹ ਗਰੁੱਪ ਜਿਹੜਾ ਆ ਉਹ ਵੀ ਬੰਦ ਕਰ ਦਿੱਤਾ ਹੈ ਜੀ। ਸੋ ਉਹ ਜਿਹੜੀਆਂ ਕਾਰਵਾਈਆਂ ਨੇ ਵੀ ਉਹ ਕਿਸੇ ਨਾ ਕਿਸੇ ਪੱਧਰ ਦੇ ਉੱਤੇ ਵੀ ਜਿਹੜਾ ਨਿਜ਼ਾਮ ਆ ਚੱਲਣ ਵਾਲਾ ਦੁਨੀਆ ਦਾ, ਵੀ ਭਾਵੇਂ ਉਹ ਫੇਸਬੁੱਕ ਚਲਾਉਣ ਵਾਲੇ ਨੇ ਭਾਵੇਂ ਹੋਰ ਨੇ, ਵੀ ਜਿੱਥੇ ਕਈ ਵਾਰੀ ਲੱਗਦਾ ਹੁੰਦਾ ਆਪਾਂ ਨੂੰ ਵੀ ਸਾਡੇ ਕੀਤੇ ਜਿਹੜੇ ਦੂਸਰੇ ਕੰਮ ਨੇ, ਭਾਵੇਂ ਉਹ ਸ਼ਿਕਾਇਤਾਂ ਨੇ ਜਾਂ ਅਕਾਊਂਟੇਬਿਲਿਟੀ ਦਾ ਜਿਹੜਾ ਕੋਈ ਵੀ ਸਿਸਟਮ ਬਣਿਆ ਹੋਵੇ, ਉਹਨੂੰ ਵਰਤਣੇ ਦੀ ਜਿਹੜੀ ਸਾਡੀ ਕੋਸ਼ਿਸ਼ ਹੁੰਦੀ ਆ ਵੀ ਉਹ ਕਿਸੇ ਸਿਰੇ ਨਹੀਂ ਚੜ੍ਹਦੀ। ਪਰ ਆਹ ਜਦੋਂ ਕਿਤੇ ਨਾ ਕਿਤੇ ਮਤਲਬ ਵੀ ਉਹ ਜਿਹੜੇ ਸਿਸਟਮ ਨੇ ਵੀ ਉਹ ਮਜਬੂਰ ਹੋ ਜਾਂਦੇ ਨੇ ਵੀ ਉਹ ਸਾਡੇ ਜਿਹੜੇ ਦੂਸਰੇ ਐਕਸ਼ਨ ਹੁੰਦੇ ਨੇ ਵੀ ਉਹਨਾਂ ਦਾ ਨੋਟਿਸ ਲੈਣ ਦੇ ਵਿੱਚ। ਅਤੇ ਇਸ ਕਰਕੇ ਵੀ ਸਾਡੀ ਇਹ ਵੀ ਗੁਜ਼ਾਰਿਸ਼ ਆ ਵੀ ਐਕਸ਼ਨ ਲੈਣ ਤੋਂ, ਕੰਪਲੇਂਟ ਲੌਜ ਕਰਨੇ ਤੋਂ ਕਤਰਾਉਣਾ ਨਹੀਂ ਚਾਹੀਦਾ, ਕਿਉਂਕਿ ਕੰਪਲੇਂਟ ਦੇ ਉੱਤੇ ਐਕਸ਼ਨ ਭਾਵੇਂ ਅੱਜ ਨਾ ਹੁੰਦਾ ਦਿਖੇ, ਪਰ ਉਹ ਰਿਕਾਰਡ ਦੇ ਉੱਤੇ ਜ਼ਰੂਰ ਚੱਲ ਜਾਂਦੀ ਹੈ। ਬਿਲਕੁਲ। ਅਤੇ ਉਹ ਰਿਕਾਰਡ ਜਿਹੜਾ ਆ ਉਹੋ ਹੀ ਫਿਰ ਕੱਲ੍ਹ ਇਤਿਹਾਸ ਲਿਖਣ ਵੇਲੇ ਵੀ ਉਹਦਾ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਬੇਸ ਬਣਦਾ ਉਹ। ਅਤੇ ਜੇ ਰਿਕਾਰਡ ਦੇ ਉੱਤੇ ਹੀ ਕੁਛ ਨਾ ਹੋਊਗਾ ਅਤੇ ਫਿਰ ਅਸੀਂ ਕੱਲ੍ਹ ਕੰਪਲੇਂਟ ਕਰਨ ਜੋਗੇ ਨਹੀਂ ਹੋਣਾ। ਫਿਰ ਵੀ ਭਾਈ ਵੀ ਇੱਦਾਂ ਨਹੀਂ, ਇੱਦਾਂ ਹੋਇਆ ਸੀਗਾ, ਅਤੇ ਜਦੋਂ ਇਹਦਾ ਜਿਹੜਾ ਬਿਊਰਾ ਲਿਖਿਆ ਜਾ ਰਿਹਾ ਅਤੇ ਉਹਦੇ ਵਿੱਚ ਜਿਹੜਾ ਸਾਡਾ ਪੱਖ ਆ ਵੀ ਉਹ ਤਾਂ ਕਿਤੇ ਵੀ ਨਹੀਂ ਦਿਖਦਾ ਪਿਆ। ਸੋ ਇਸ ਕਰਕੇ ਜ਼ਰੂਰੀ ਆ ਵੀ ਜਿਹੜਾ ਸਾਡਾ ਪੱਖ ਆ ਵੀ ਉਹਨੂੰ ਅਸੀਂ ਰਿਕਾਰਡ 'ਤੇ ਰੱਖਣੇ ਦਾ ਜਿਹੜਾ ਕੋਈ ਵੀ ਅਪਰਚੁਨਿਟੀ ਹੋਵੇ, ਚਾਂਸ ਹੋਵੇ, ਉਹ ਗਵਾਈਏ ਨਾ। ਸੋ ਇਹੀ ਚੀਜ਼ਾਂ ਜਿਹੜੀਆਂ ਨੇ ਇਹ ਜਦੋਂ ਆਪਾਂ ਕਿਤਾਬ ਪੜ੍ਹਦੇ ਹਾਂ ਸੌਫਟ ਟਾਰਗੇਟ, ਇਹ ਸਾਨੂੰ ਵਾਰ-ਵਾਰ ਚੇਤੇ ਕਰਾਉਂਦੀਆਂ ਨੇ ਵੀ ਅੱਜ ਵੀ ਇਹੀ ਜਿਹੜੇ ਕਾਰੇ ਨੇ ਵੀ ਭਾਰਤੀ ਏਜੰਸੀਆਂ ਵੱਲੋਂ ਅਤੇ ਭਾਰਤ ਦੇ ਜਿਹੜੇ ਏਜੰਸੀਆਂ ਦੇ ਹੱਥ ਠੋਕੇ ਨੇ, ਭਾਵੇਂ ਉਹ ਅਪਗ੍ਰੇਡ ਆ, ਹਰਨੇਕ ਨੇਕੀ ਆ, ਤਰਨ ਮੈਦਾਨ ਆ, ਇਹੋ ਜਿਹੇ ਹੋਰ ਕਈ ਏਜੰਟਾਂ ਨੇ ਹਰੇਕ ਮੁਲਕ ਦੇ ਵਿੱਚ, ਵੀ ਇਹ ਸਾਰੇ ਜਿਹੜੇ ਨੇ ਵੀ ਇਹ ਆਪਣੇ ਜਿਹੜੀਆਂ ਇਹਨਾਂ ਦੀਆਂ ਕਰਤੂਤਾਂ ਨੇ ਉਹ
ਕਰਤੂਤਾਂ ਵਜੋਂ ਰਿਕਾਰਡ ਦੇ ਉੱਤੇ ਰੱਖਣੀਆਂ ਉਹ ਸਾਡੀ ਜ਼ਿੰਮੇਵਾਰੀ ਬਣਦੀ ਹੈ। ਬਿਲਕੁਲ। ਸੋ ਇਸ ਕਰਕੇ ਆਪਾਂ ਉਹ ਜ਼ਿੰਮੇਵਾਰੀ ਜਿਹੜੀ ਆ ਵੀ ਉਹ ਨਿਭਾਉਂਦੇ ਰਹੀਏ। ਐਕਸ਼ਨ ਜਿਹੜਾ ਆ ਵੀ ਸਿਸਟਮ ਦੇ ਥੱਲੇ ਉਹ ਭਾਵੇਂ ਲੱਗੇ ਆਪਾਂ ਨੂੰ ਵੀ ਕੁਛ ਨਹੀਂ ਹੋ ਰਿਹਾ, ਪਰ ਆਪਣੇ ਆਪ ਦੇ ਵਿੱਚ ਇਹ ਬਹੁਤ ਇੰਪੋਰਟੈਂਸ ਰੱਖਦਾ ਆ ਵੀ ਇਹ ਰਿਕਾਰਡ ਦੇ ਉੱਤੇ ਸਾਰਾ ਜਿਹੜਾ ਆ ਵੀ ਰੱਖਿਆ ਜਾਵੇ। ਜਿਹੜਾ ਚੈਪਟਰ 3 ਆ ਜੀ ਉਹ ਆਪਾਂ ਹੁਣ ਪੜ੍ਹਦੇ ਹਾਂ ਵੀ ਇਹਦੇ ਵਿੱਚ ਉਹ ਗੱਲ ਕਰਦੇ ਨੇ ਵੀ ਜਿਹੜੇ ਟੋਰਾਂਟੋ ਪੁਲਿਸ ਦੇ 2 ਪੁਲਿਸ ਅਫਸਰ ਜਿਹੜੇ ਸੀਗੇ ਵੀ ਇੱਕ ਕ੍ਰਿਸ ਫਰਨਾਂਡੇਜ਼ ਆ ਅਤੇ ਇੱਕ ਉਹਦੇ ਨਾਲ ਦਾ ਵੀ ਜਿਹਨੂੰ ਉਹ ਲਿਖਦੇ ਨੇ ਵੀ ਅ ਫੈਲੋ ਮੈਟਰੋ ਟੋਰਾਂਟੋ ਪੁਲਿਸ ਕਾਂਸਟੇਬਲ ਜੀ। ਅਤੇ ਇਹ ਦੋਵੇਂ ਜਾਂਦੇ ਨੇ ਜੀ ਵੀ RCMP ਜਿਹੜੀ ਆ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਵੀ ਉਹਦੇ ਡਿਵੀਜ਼ਨ ਹੈੱਡਕੁਆਟਰ ਦੇ ਵਿੱਚ ਤਰੀਕ ਦਿੰਦੇ ਨੇ ਦਸੰਬਰ 29, 1982। ਅਤੇ ਉੱਥੇ ਜਦੋਂ ਇਹ ਜਾਂਦੇ ਨੇ ਤਾਂ ਕਹਿੰਦੇ ਨੇ ਦ ਪੇਅਰ ਵਰ ਅਸ਼ਰਡ ਇਨ ਟੂ ਦ ਸਿਕਿਉਰਿਟੀ ਸਰਵਿਸ ਆਫਿਸਿਸ ਐਂਡ ਮੈਟ ਬਾਈ ਕਾਰਪੋਰਲ ਡੇਵਿਡ ਕਰੈਬ, a veteran of the branch. He offered them coffee and asked Fernandez about his quick recovery. Like many other police officers Fernandez had met since the shooting, the corporal marveled at his luck in missing death by millimeters. Fernandez had been shot during a violent confrontation at a Sikh demonstration on November 14, 1982. ਯਾਨੀ ਕਿ ਭਈ ਇਹ ਦਸੰਬਰ 29 ਦੀ ਮੀਟਿੰਗ ਹੈਗੀ ਆ ਵੀ ਜਦੋਂ ਵੀ ਇਹਦੇ ਸਿਰ ਦੇ ਵਿੱਚ ਗੋਲੀ ਵੱਜੀ ਅਫਸਰ ਦੇ 14 ਨਵੰਬਰ 1982 ਨੂੰ। ਵੀ ਜਦੋਂ ਬਈ ਜਿਹੜਾ ਇਹ ਇੰਡੀਆ ਦਾ ਹਾਈ ਕਮਿਸ਼ਨ ਸੀਗਾ ਉੱਥੇ ਕੌਂਸਲੇਟ ਦਫ਼ਤਰ ਟੋਰਾਂਟੋ ਦੇ ਵਿੱਚ, ਉਹਦੇ ਸਾਹਮਣੇ ਸਿੱਖਾਂ ਵੱਲੋਂ ਇੱਕ ਮੁਜ਼ਾਹਰਾ ਕੀਤਾ ਜਾ ਰਿਹਾ ਸੀ। But it was not the shooting alone that had prompted Fernandez and his partner to arrange the meeting with the security service. Their post-shooting investigations had uncovered a disturbing aspect of the case. They had received information which led them to believe that Metro's Sikh community was being manipulated by agents provocators from within the Indian consulate in Toronto. ਯਾਨੀ ਕਿ ਭਈ ਜਦੋਂ ਇਹ ਪੁਲਿਸ ਵਾਲੇ ਜਿਹੜੇ ਆ ਵੀ ਉਹ ਇਸ ਕਰਕੇ ਨਹੀਂ ਆਏ ਭਈ ਜਿਹੜੀ ਸ਼ੂਟਿੰਗ ਹੋਈ ਆ, ਪੁਲਿਸ ਗੋਲੀ ਵੱਜੀ ਆ ਅਤੇ ਹੋਰ ਸਾਰੇ ਮੁਜ਼ਾਹਰੇ ਵੇਲੇ ਜੋ ਕੁਛ ਹੋਇਆ, ਉਹ ਕਹਿੰਦਾ ਵੀ ਉਹਨਾਂ ਦੇ ਕੋਲ ਜਦੋਂ ਇਨਵੈਸਟੀਗੇਸ਼ਨ ਕੀਤੀ ਆ ਅਤੇ ਉਹਨਾਂ ਕੋਲ ਇਨਫੋਰਮੇਸ਼ਨ ਪਹੁੰਚੀ ਭਈ ਜਿਹੜੀ ਸਿੱਖ ਕਮਿਊਨਿਟੀ ਆ ਮੈਟਰੋ ਏਰੀਏ ਦੀ, ਭਈ ਉਹਨਾਂ ਨੂੰ ਕੌਂਸਲੇਟ ਜਿਹੜਾ ਆ ਇੰਡੀਆ ਦਾ ਵੀ ਉਹਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਬੰਦੇ ਆ ਵੀ ਉਹ ਏਜੰਟ ਪ੍ਰੋਵੋਕੇਟਰ ਬਣ ਕੇ, ਯਾਨੀ ਕਿ ਚੁੱਕਣਾ ਦੇਣੇ ਵਾਲੇ ਬਣ ਕੇ ਅਤੇ ਉਹ ਕਮਿਊਨਿਟੀ ਨੂੰ ਖੱਜਲ ਕਰ ਰਹੇ ਆ, ਮੈਨੀਪੂਲੇਟ ਕਰ ਰਹੇ ਆ। They also had evidence that the violence at the demonstration where Fernandez had been shot had been engineered by officials from the consulate. ਯਾਨੀ ਕਿ ਵੀ ਉਹ ਜਿਹੜੀ ਸਾਰੀ ਡੈਮੋਨਸਟ੍ਰੇਸ਼ਨ ਦੇ ਵਿੱਚ ਜਿਹੜੀ ਵਾਇਲੈਂਸ ਹੋਈ ਆ ਜੀ, ਉਹ ਸਾਰੀ ਵਾਇਲੈਂਸ ਜਿਹੜੀ ਆ ਵੀ ਉਹ ਇਹਨਾਂ ਦੇ ਪਲਾਨ ਦੇ ਮੁਤਾਬਕ ਜਿਹੜਾ ਇਹ ਇੰਡੀਆ ਦਾ ਕੌਂਸੂਲੇਟ ਸੀਗਾ ਜੀ, ਵੀ ਇਹਦੇ ਬੰਦੇ ਸੀ ਵੀ ਜਿਨ੍ਹਾਂ ਨੇ ਪਲਾਨ ਕਰਕੇ ਤੇ ਉਹ ਜਿਹੜੀ ਹਿੰਸਾ ਆ ਵੀ ਉਹ ਮੁਜ਼ਾਹਰੇ ਦੇ ਦੌਰਾਨ ਵੀ ਇੱਦਾਂ ਪ੍ਰਵੋਕ ਕੀਤੀ ਤੇ ਜਿਹਦੇ ਕਰਕੇ ਫਿਰ ਗੋਲੀਆਂ ਵੀ ਚੱਲੀਆਂ ਤੇ ਹੋਰ ਬਾਕੀ ਵੀ ਸਭ ਕੁਛ ਹੋਇਆ। As a member of the ethnic squad, Fernandez kept in touch with the Indian community in Metro, including the Sikhs, who were growing more troubled over the worsening political climate in their native Punjab. The police department, with relatively few officers from Metro's diverse ethnic population, relied on the ethnic squad to work among minority groups, monitoring them and helping to prevent crime. While they did this, they also gathered material for intelligence files on suspected criminal activity and the potential for violence. ਸੋ ਹੁਣ ਮਤਲਬ ਇਹ ਦੇਖੋ ਵੀ ਇਹ ਤਰੀਕਾਕਾਰ ਸੀਗਾ ਉਹਨਾਂ ਦਾ ਵੀ ਇੱਕ ਤਾਂ ਇਹ ਵੀ ਉਹਦੇ ਵਿੱਚ ਪੰਜਾਬੀ ਕਮਿਊਨਿਟੀ, ਸਿੱਖ ਜਾਂ ਹੋਰ ਜਿਹੜੀਆਂ ਕੌਮਾਂ ਸੀਗੀਆਂ ਐਥਨਿਕ, ਵੀ ਉਹਨਾਂ ਦੇ ਬੰਦੇ ਜਿਹੜੇ ਆ ਵੀ ਪੁਲਿਸ ਅਫਸਰ ਵੀ ਉਹ ਘੱਟ ਸੀਗੇ ਗਿਣਤੀ 'ਚ। ਪਰ ਜਿਹੜੇ ਫਿਰ ਪੁਲਿਸ ਅਫਸਰ ਜਿਨ੍ਹਾਂ ਦੀ ਡਿਊਟੀ ਸੀਗੀ ਵੀ ਐਥਨਿਕ ਕਮਿਊਨਿਟੀਆਂ ਦੇ ਨਾਲ ਤਾਲਮੇਲ ਰੱਖਣਾ ਅਤੇ ਉਹਨਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਵਗੈਰਾ ਸੁਣਨੀਆਂ ਅਤੇ ਹੋਰ ਜੇ ਕੋਈ ਇੰਟੈਲੀਜੈਂਸ ਇਨਫੋਰਮੇਸ਼ਨ ਮਿਲਦੀ ਹੋਵੇ ਤਾਂ ਉਹਨਾਂ ਕੋਲੋਂ ਲੈ ਕੇ ਅਤੇ ਓਵਰਆਲ ਪਿਕਚਰ ਜਿਹੜੀ ਆ ਵੀ ਉਹ ਬਾਕੀ ਜਿਹੜੇ ਅਫਸਰ ਸੀਗੇ ਵੀ ਉਹਨਾਂ ਲਈ ਕਲੈਰੀਫਾਈ ਕਰਨੀ। ਸੋ ਉਹ ਸਾਰਾ ਕੰਮ ਜਿਹੜਾ ਆ ਵੀ ਇਹ ਕਰਦੇ ਸੀਗੇ। ਬਟ ਮੈਟਰੋ ਪੁਲਿਸ ਹੈਡ ਨੋ ਐਕਟਿਵ ਇੰਟੈਲੀਜੈਂਸ ਆਪਰੇਸ਼ਨ ਟੂ ਐਨਾਲਾਈਜ਼ ਦ ਇਨਕਰੀਜ਼ਿੰਗਲੀ ਵੋਲਾਟਾਈਲ ਸਿੱਖ ਕਮਿਊਨਿਟੀ। Besides, the information on the Indian government was beyond the mandate of a local police department, ਕਿਉਂਕਿ ਉਹ ਜਿਹੜਾ ਇਹ ਡਿਪਲੋਮੈਟਿਕ ਕਮਿਊਨਿਟੀ ਦੇ ਹੋਰ ਸਾਰੇ ਜਿਹੜੇ ਵਿੱਚ ਕਾਨੂੰਨ ਆ ਜਾਂਦੇ ਆ, ਉਹਦੇ ਕਰਕੇ ਉਹ ਕਹਿੰਦਾ ਵੀ ਇਹ ਜਿਹੜੀ ਜਾਣਕਾਰੀ ਇਕੱਠੀ ਕਰਨੀ ਸਾਰੀ ਜਿਹੜੀ ਆ ਵੀ ਉਹ ਲੋਕਲ ਪੁਲਿਸ ਦਾ ਕੰਮ ਨਹੀਂ ਸੀਗਾ ਜੀ।
ਅਤੇ ਉਹਨਾਂ ਦੇ ਕੋਲ ਉਹ ਰਿਸੋਰਸ ਵੀ ਹੈ ਨਹੀਂ ਸੀਗੇ ਵੀ ਜਿਹਦੇ ਕਰਕੇ ਵੀ ਸਿੱਖ ਕਮਿਊਨਿਟੀ ਦੇ ਵਿੱਚ ਜਿਹੜੀ ਉਥਲ ਪੁਥਲ ਚੱਲ ਰਹੀ ਆ ਵੀ ਉਹਨੂੰ ਉਹ ਚੰਗੀ ਤਰ੍ਹਾਂ ਨਾਲ ਐਨਾਲਾਈਜ਼ ਕਰ ਸਕਦੇ। ਔਰ ਉਥਲ ਪੁਥਲ ਕੀ ਸੀਗੀ, ਉਹ ਇਹੀ ਸੀ ਵੀ ਜਦੋਂ 78 ਦੀ ਵਿਸਾਖੀ ਵਾਲੇ ਦਿਨ 13 ਸਿੱਖ ਮਾਰੇ ਗਏ ਆ ਨਿਰੰਕਾਰੀਆਂ ਵੱਲੋਂ ਅੰਮ੍ਰਿਤਸਰ ਜੀ, ਉਹ ਤੋਂ ਬਾਅਦ ਫਿਰ ਜਿਹੜੀ ਮੈਨੀਪੂਲੇਸ਼ਨ ਸ਼ੁਰੂ ਹੋਈ ਆ ਸਿੱਖ ਕਮਿਊਨਿਟੀ ਦੀ ਇੰਡੀਆ ਦੇ ਵਿੱਚ ਵੀ ਅਤੇ ਬਾਹਰ ਸਾਰੇ ਮੁਲਕਾਂ ਦੇ ਵਿੱਚ ਜੀ, ਉਹ ਸਾਰੀ ਨੂੰ ਜੋੜ ਕੇ ਵੇਖਣਾ ਅਤੇ ਉਹਨੂੰ ਐਨਾਲਾਈਜ਼ ਕਰਨਾ ਵੀ ਉਹ ਲੋਕਲ ਪੁਲਿਸ ਦੇ ਵੱਸ ਦੀ ਗੱਲ ਹੈ ਨਹੀਂ। ਸੋ ਇਸ ਕਰਕੇ ਵੀ ਇੱਧਰੋਂ ਫਿਰ ਜਿਹੜੇ ਇਹਨਾਂ ਦੇ ਚੱਲਦੇ ਪਏ ਸੀਗੇ ਵੀ ਕੌਂਸਲੇਟ ਜਿਹੜਾ ਆ ਵੀ ਉਹ ਕੀ ਡਰਾਮੇ ਕਰ ਰਿਹਾ, ਉਹਦੇ ਵੀ ਇਨਵੈਸਟੀਗੇਟ ਕਰਨੇ ਦਾ ਉਹਨਾਂ ਕੋਲ ਰਾਈਟ ਹੈ ਨਹੀਂ ਸੀਗਾ ਜੀ। So Fernandez discussed the information with Dean Audley, then the staff sergeant in charge of the ethnic branch. Audley advised him to speak immediately to the force intelligence branch and then alert the RCMP security service. Audley rightly believed that the National Police Department would want to begin monitoring the actions of Sikh activists across the country and, more important, the efforts of Indian diplomatic officials to interfere in the Sikh community's affairs. When approached by Fernandez, the Metro Police Intelligence Branch glanced over the information and recommended that Fernandez and his partner speak with the RCMP security service. ਸੋ ਯਾਨੀ ਕਿ ਉਹਨਾਂ ਨੂੰ ਹੋਰ ਐਸਕਲੇਟ ਕਰਕੇ ਅਤੇ ਹੋਰ ਉੱਪਰ ਤੱਕ ਦਿੱਤਾ ਗਿਆ ਵੀ ਉੱਪਰ ਵਾਲਿਆਂ ਨਾਲ ਗੱਲ ਕਰੋ, ਹੋਰ ਉੱਪਰ ਜਾ ਕੇ ਕਰੋ ਗੱਲ, ਕਿਉਂਕਿ ਹਰੇਕ ਥਾਂ ਦੇ ਉੱਤੇ ਇਹ ਫੀਲਿੰਗ ਆ ਰਹੀ ਸੀਗੀ ਵੀ ਇਹ ਸਾਡੇ ਵੱਸ ਦਾ ਗੱਲ ਹੈ ਦੀ ਗੱਲ ਹੈ ਨਹੀਂ ਗੀ, ਬਿਲਕੁਲ ਵੀ ਇਹਦੇ ਲਈ ਹੋਰ ਤਕੜੇ ਜਿਹੜੇ ਦੂਸਰੀਆਂ ਏਜੰਸੀਆਂ ਉਹ ਚਾਹੀਦੀਆਂ। ਅਤੇ ਇਹ ਹੁਣ ਮਤਲਬ ਵੀ ਇੰਡੀਆ ਦਾ ਕੀ ਇੰਟਰਸਟ ਸੀਗਾ, ਉਹ ਕਿਉਂ ਮੈਨੀਪੂਲੇਟ ਕਰ ਰਹੇ ਸੀਗੇ, ਉਹ ਇੱਥੋਂ ਅਗਲੇ ਪਹਿਲੇ ਤੋਂ ਕਲੀਅਰ ਹੁੰਦਾ ਵੀ ਇਨ ਦੇਅਰ ਮੀਟਿੰਗ ਵਿਦ ਦ ਸਿਕਿਉਰਿਟੀ ਸਰਵਿਸ Fernandez and his partner went over the details of the demonstration and the motivation behind it. The Sunday afternoon demonstration had taken place against a backdrop of increasing tension in Punjab. 2 days earlier, the Federation of Sikh Societies of Canada had made a formal presentation to the senior investigator of the United Nations Human Rights Committee at the UN headquarters in New York. So ਜਿਹੜਾ ਉਹਨਾਂ ਨੂੰ ਚਿੰਤਾ ਦਾ ਕਾਰਨ ਸੀਗਾ ਇੰਡੀਅਨ ਸਰਕਾਰ ਦਾ ਅਤੇ ਇੰਡੀਅਨ ਏਜੰਸੀਆਂ ਦਾ, ਉਹ ਇਹ ਸੀਗਾ ਵੀ ਸਿੱਖ ਜਿਹੜੇ ਆ ਵੀ ਉਹ ਜਿਹੜੀਆਂ ਭਾਰਤੀ ਏਜੰਸੀਆਂ ਦੀਆਂ ਕਰਤੂਤਾਂ ਸੀਗੀਆਂ, ਭਾਰਤੀ ਜਿਹੜੀ ਪੁਲਿਸ ਕੰਟਰੋਲਡ ਸੀਗੀ ਵੀ ਪੰਜਾਬ ਪੁਲਿਸ ਦੇ ਹੋਰ ਸਾਰੇ ਜਿਹੜੇ ਆ ਜੀ, ਇਹਨਾਂ ਵੱਲੋਂ ਜੋ ਵਾਇਲੈਂਸ ਜਿਹੜੀ ਹਿੰਸਾ ਜਿਹੜੀ ਆ ਪੰਜਾਬ 'ਚ ਕੀਤੀ ਜਾ ਰਹੀ ਸੀ, ਉਹਦੇ ਬਾਰੇ ਉਹਨਾਂ ਨੇ ਇੱਕ ਜਿਹੜਾ ਮੈਮੋਰੈਂਡਮ ਕਹਿ ਲਓ ਜਾਂ ਡੈਮੋਨਸਟ੍ਰੇਸ਼ਨ ਜਿਹੜੀ ਆ ਵੀ ਉਹਦੇ ਉੱਥੇ ਕੀਤੀ ਨਿਊਯਾਰਕ ਜਾ ਕੇ, ਜਿਹੜਾ ਯੂਨਾਈਟਿਡ ਨੇਸ਼ਨਸ ਦਾ ਮਨੁੱਖੀ ਅਧਿਕਾਰਾਂ ਦਾ ਹੈੱਡਕੁਆਟਰ ਹੈ ਜੀ, ਬਿਲਕੁਲ ਉੱਥੇ ਜਾ ਕੇ। ਸੋ ਉਹਦੇ ਨਾਲ ਵੀ ਇੰਡੀਆ ਨੂੰ ਜਿਹੜਾ ਆ ਵੀ ਉਹ ਫਿਰ ਸਫਾਈਆਂ ਵੀ ਦੇਣੀਆਂ ਪੈਂਦੀਆਂ ਸੀ ਅਤੇ ਹੋਰ ਵੀ ਸਭ ਕੁਝ ਕਰਨਾ ਪੈਂਦਾ ਸੀ। ਮਤਲਬ ਇਹਦੇ ਨਾਲ ਉਹ ਜਗਮੀਤ ਸਿੰਘ ਦੀ ਵੀ ਗੱਲ ਜੋੜਦੀ ਨਾ ਭਾਜੀ, ਹੁਣ ਜਦੋਂ ਜਗਮੀਤ ਸਿੰਘ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ 84 ਦੀ ਜਦੋਂ ਗੱਲ ਕਰਦਾ ਜਾਂ ਹਿਊਮਨ ਰਾਈਟਸ ਦੀ ਗੱਲ ਕਰਦਾ ਆ, ਅਤੇ ਤਦੀ ਉਹਨੂੰ ਫਿਰ ਵੀਜ਼ਾ ਨਹੀਂ ਦਿੱਤਾ ਜਾਂਦਾ ਜਾਂ ਫਿਰ ਉਹਦੀ ਇੰਡੀਆ 'ਚ ਐਂਟਰੀ ਬੈਨ ਕੀਤੀ ਜਾਂਦੀ ਹੈ। ਬਿਲਕੁਲ, ਕਿਉਂਕਿ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਵੀ ਉਹ ਇਹ ਹੋ ਜਾਂਦਾ ਵੀ ਇੱਕ ਹੈਗਾ ਆ ਨੈਰੇਟਿਵ ਵੀ ਇੰਡੀਅਨ ਸਰਕਾਰ ਦਾ ਵੀ ਜੀ ਇੱਦਾਂ ਹੋ ਰਿਹਾ, ਜਦੋਂ ਉਹਦਾ ਕਾਊਂਟਰ ਜਿਹੜਾ ਆ ਵੀ ਉਹ ਪ੍ਰਜੈਂਟ ਕਰ ਦਿੱਤਾ ਜਾਂਦਾ ਵੀ ਇਹ ਇੰਡੀਆ ਵਾਲੇ ਝੂਠ ਬੋਲਦੇ ਆ ਜੀ, ਵੀ ਇੱਦਾਂ ਨਹੀਂ ਇੱਦਾਂ ਹੋ ਰਿਹਾ, ਬਿਲਕੁਲ ਉਹਨਾਂ ਨੂੰ ਫਿਰ ਸਫਾਈ ਦੇਣੀ ਜਿਹੜੀ ਆ ਵੀ ਉਹਨਾਂ ਦੀ ਮਜਬੂਰੀ ਬਣ ਜਾਂਦੀ ਆ ਅਤੇ ਉਹ ਝੂਠ ਦੇ ਉੱਤੇ ਝੂਠ ਬੋਲ ਕੇ ਅਤੇ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਮਜ਼ਾਕ ਦੇ ਪਾਤਰ ਬਣ ਜਾਂਦੇ, ਬਿਲਕੁਲ। ਸੋ ਤਾਂ ਕਰਕੇ ਉਸ ਚੀਜ਼ ਨੂੰ ਪ੍ਰੀਵੈਂਟ ਕਰਨ ਲਈ ਵੀ ਉਹ ਫਿਰ ਉਹ ਜਿਹੜੀ ਪੂਰੀ ਕੌਮ ਆ ਉਹਨੂੰ ਮੈਨੀਪੂਲੇਟ ਕਰਦੇ ਪਏ, ਮਤਲਬ ਗੇਮ ਮਤਲਬ ਜਿਹੜਾ ਸਟਾਰਟਿੰਗ ਪੁਆਇੰਟ ਉੱਥੋਂ ਹੀ ਸ਼ੁਰੂ ਹੋ ਰਿਹਾ, ਬਿਲਕੁਲ। ਹੁਣ ਤੁਸੀਂ ਇਹ ਵੀ ਵੇਖੋ ਵੀ 1982 ਦੇ ਵਿੱਚ ਹੀ ਇੱਧਰੋਂ ਆਪਣੇ ਜਿਹੜੇ ਦੂਸਰੇ ਭਿੰਡਰਾਂ ਵਾਲੇ ਆ ਵੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਜੀ, ਅਰੈਸਟ ਕਰਕੇ ਛੱਡ ਦਿੱਤਾ ਗਿਆ, ਔਰ ਉੱਧਰੋਂ ਫਿਰ ਵੀ ਜਿਹੜੀਆਂ ਉੱਥੇ ਵੀ ਗੋਲੀ ਚੱਲੀ ਚੌਂਕ ਮਈ 'ਤੇ ਜੀ, ਔਰ ਇੱਦਾਂ ਹੀ ਜਿਹੜੀਆਂ ਡੈਮੋਨਸਟ੍ਰੇਸ਼ਨ ਹੋਈਆਂ ਬਾਹਰਲੇ ਮੁਲਕਾਂ ਦੇ ਵਿੱਚ ਜੀ, ਉੱਥੇ ਵੀ ਆਪਾਂ ਕੈਨੇਡਾ ਦਾ ਜਿਹੜਾ ਵੀ ਉਹ ਦੇਖ ਰਹੇ ਹਾਂ ਵੀ ਉੱਥੇ ਵੀ ਡੈਮੋਨਸਟ੍ਰੇਸ਼ਨ ਦੇ ਦੌਰਾਨ ਗੋਲੀ ਚਲਾਈ, ਔਰ ਉਹ ਇੱਕ ਪੁਲਿਸ ਵਾਲਾ ਜਿਹੜਾ ਆ ਵੀ ਉਹਦੇ ਸਿਰ 'ਚ ਗੋਲੀ ਮਾਰੀ। ਮਤਲਬ ਉਹਦੇ ਵਿੱਚ ਫਿਰ ਸੋਚਣ ਵਾਲੀ ਗੱਲ ਇਹ ਹੈ ਨਾ ਕਿ ਸਿੱਖ ਉੱਥੇ ਡੈਮੋਨਸਟ੍ਰੇਸ਼ਨ ਕਰ ਰਹੇ ਆ ਜਾਂ ਮੁਜ਼ਾਹਰਾ ਕਰ ਰਹੇ ਤੇ ਸਿੱਖ ਹੀ ਕਿਉਂ ਗੋਲੀ ਚਲਾਉਣਗੇ, ਬਿਲਕੁਲ ਬੜਾ ਇੱਕ ਵਾਜਿਬ ਜਿਹਾ ਸਵਾਲ ਬਣਦਾ। ਔਰ ਇਹ ਸੋਚ ਕੇ ਵੇਖੋ ਵੀ ਜੇ ਪੁਲਿਸ ਵਾਲਾ ਮਰਦਾ ਆ ਜੀ ਤੇ ਜਿਹੜੀ ਪੁਲਿਸ ਸਾਰੀ ਦੀ ਸਾਰੀ ਆ ਉਹ ਦੁਸ਼ਮਣ ਕਿਹਨੂੰ ਵੇਖੂਗੀ, ਸਿੱਖਾਂ ਨੂੰ, ਬਿਲਕੁਲ। ਔਰ ਇਹ ਚੀਜ਼ ਜਿਹੜੀ ਆ ਆਪਾਂ ਉੱਥੇ ਵੀ ਵੇਖਦੇ ਹਾਂ ਵੀ ਜਦੋਂ ਇਹ 82 ਦੀ ਗੱਲ ਆ, 87 ਦੇ ਵਿੱਚ ਜਾ ਕੇ ਜਦੋਂ KPS ਗਿੱਲ ਪਹਿਲੀ ਵਾਰੀ ਆਉਂਦਾ ਆ ਵੀ ਰਬੇਰੋ ਨੂੰ ਪਾਸੇ ਕਰਤਾ ਗਿਆ ਤੇ KPS ਗਿੱਲ ਨੂੰ ਮੁਖੀ ਬਣਾ ਦਿੱਤਾ ਗਿਆ ਪੰਜਾਬ ਪੁਲਿਸ ਦਾ ਜੀ,
ਇਹਨੇ ਆਉਂਦਿਆਂ ਹੀ ਕੀ ਕੀਤਾ ਭਈ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਨੀਵੇਂ ਕਹਿ ਲਓ ਭਈ ਆਫੀਸ਼ੀਅਲ ਸੀਗੇ ਭਈ ਥੱਲੜੇ ਪੱਧਰ ਦੇ, ਉਹ ਭਾਵੇਂ ਦੂਸਰਾ ਕਾਂਸਟੇਬਲ ਕਹਿ ਲਓ ਜਾਂ ASI ਤੋਂ ਥੱਲੇ ਵਗੈਰਾ, ਭਈ ਉਹਨਾਂ ਦੇ ਜਿਹੜੇ ਪਰਿਵਾਰਾਂ ਵਾਲੇ ਸੀ ਉਹ ਪਿੰਡਾਂ ਦੇ ਵਿੱਚ ਇੱਕ ਐਸਾ ਕਹਿ ਲਓ ਵੀ ਸਿਸਟਮ ਜਿਹਾ ਤੁਰਿਆ ਸੀਗਾ ਜੀ ਵੀ ਅੱਜ ਅਖੇ ਵੀ ਇੰਨੇ ਜਿਹੜੇ ਜੀ ਆ ਕਿਸੇ ਪਰਿਵਾਰ ਦੇ, ਪੁਲਿਸ ਵਾਲਾ ਫਲਾਨੀ ਥਾਂ ਦੇ ਉੱਤੇ ਜੀ ਕਾਂਸਟੇਬਲ ਆ, ਉਹਦੇ ਪਰਿਵਾਰ ਦੇ ਇੰਨੇ ਜੀ ਜਿਹੜੇ ਆ ਵੀ ਉਹ ਰਾਤ ਨੂੰ ਇਹ ਸੁੱਤੇ ਪਿਆ ਮਾਰ ਦਿੱਤੇ ਗਏ। ਫਲਾਨੇ ਪਿੰਡ ਦੇ ਵਿੱਚ ਜੀ ਉਹ ਫਲਾਨਾ ਜਿਹੜਾ ਆ ਵੀ ਇਹ ਦੂਸਰਾ ਹੌਲਦਾਰ ਆ ਵੀ ਉਹਦੇ ਇਹ ਪਰਿਵਾਰ ਦੇ ਇੰਨੇ ਜਿਹੜੇ ਮੈਂਬਰ ਆ ਵੀ ਉਹ ਇਹ ਸੁੱਤੇ ਪਿਆ ਮਾਰ ਦਿੱਤੇ ਗਏ। ਹੁਣ ਉਹ ਤੋਂ ਪਹਿਲਾਂ ਤੱਕ ਕੀ ਸੀਗਾ ਵੀ ਜਿਹੜੀ ਪੰਜਾਬ ਪੁਲਿਸ ਦੇ ਵਿੱਚ ਸਿੱਖ ਸੀਗੇ ਤੇ ਹੋਰ ਜਿਹੜੇ ਈਵਨ ਹਿੰਦੂ ਵੀ ਜਿਹੜੇ ਪੁਲਿਸ ਵਾਲੇ ਸੀਗੇ, ਉਹ ਜੇ ਕਿਸੇ ਨੂੰ ਗਲਤ ਚੱਕਦੇ ਸੀ ਨਾ ਵੀ ਭਾਵੇਂ CRP ਜਾਂ ਆਰਮੀ ਜਾਂ ਕੋਈ ਵੀ, ਜਦੋਂ ਕਿਸੇ ਨੂੰ ਪਿੰਡ ਚੋਂ ਗਲਤ ਚੱਕ ਲੈਂਦਾ ਤੇ ਜਾਂ ਚੱਕਣ ਦੀਆਂ ਪਲਾਨਾਂ ਚੱਲਦੀਆਂ ਹੁੰਦੀਆਂ ਸੀਗੀਆਂ, ਤੇ ਜਿਹੜੀ ਇਹ ਲੋਕਲ ਜਿਹੜੇ ਸੀਗੇ ਪੁਲਿਸ ਵਾਲੇ ਵੀ ਉਹ ਦੱਸ ਦਿੰਦੇ ਹੁੰਦੇ ਸੀ ਵੀ ਭਰਾਵਾ ਬਚ ਕੇ ਵੀ ਇਹ ਵੀ ਤੇਰੇ ਬਾਰੇ ਪਲਾਨ ਚੱਲਦੇ ਪਏ। ਹੁਣ ਉਹ ਜਦੋਂ ਉਹਨਾਂ ਨੇ ਪੁਲਿਸ ਵਾਲਿਆਂ ਦੇ ਪਰਿਵਾਰ ਮਾਰਨੇ ਸ਼ੁਰੂ ਕਰ ਦਿੱਤੇ, ਆਮ ਬੰਦਿਆਂ ਨੂੰ ਮਤਲਬ ਕਹਿ ਲਓ ਵੀ ਪ੍ਰੈਜ਼ੈਂਟ ਇੱਦਾਂ ਕੀਤਾ ਪਿਆ ਵੀ ਖਾੜਕੂ ਮਾਰ ਰਹੇ ਆ, ਪਰ ਤਕਰੀਬਨ ਸਾਰਿਆਂ ਨੂੰ ਹੀ ਪਤਾ ਸੀਗਾ ਵੀ ਇਹ ਜਿਹੜੇ ਆ ਵੀ ਏਜੰਸੀਆਂ ਦਾ ਕੰਮ ਆ, ਵੀ ਜਿਹੜੇ ਕੈਟਾਂ ਆ ਵੀ ਉਹ ਮਾਰ ਰਹੇ ਆ, ਜਾਂ ਜਿਹੜੇ ਦੂਸਰੇ ਕਾਲੇ ਕੱਛਿਆਂ ਵਾਲੇ ਗੈਂਗ ਤੇ ਹੋਰ ਸਾਰੇ ਜਿਹੜੇ ਮਤਲਬ ਅੰਡਰਗਰਾਊਂਡ ਕੰਮ ਕਰਦੇ ਸੀ ਵੀ ਉਹ ਸਾਰੇ ਜਿਹੜੇ ਆ ਉਹਨਾਂ ਦਾ ਕੰਮ ਆ ਜੀ। ਸਮਝ ਗਿਆ। ਕਿਉਂਕਿ ਉਹਦੇ ਵਿੱਚ ਦੂਜੀ ਜਿਹੜੀ ਕਨਫਿਊਜ਼ਨ ਆ ਇਹ ਵੀ ਸੀਗੀ ਵੀ ਜਿਹੜੇ ਕਾਲੇ ਕੱਛਿਆਂ ਵਾਲੇ ਤੇ ਹੋਰ ਜਿਹੜੇ ਗੈਂਗ ਸੀ, ਕੁਛ ਤੇ ਸੀਗੇ ਵੀ ਜਿਹੜੇ ਦਿਨੇ ਪੁਲਿਸ ਵਾਲੇ ਵਰਦੀ 'ਚ ਰਹਿੰਦੇ ਸੀ ਤੇ ਸ਼ਾਮ ਨੂੰ ਜਿਹੜੇ ਆ ਵੀ ਹੋਰ ਪਾ ਕੇ ਕੱਪੜੇ ਤੇ ਕਰਤੂਤਾਂ ਕਰਦੇ ਸੀ। ਕੁਛ ਸੀਗੇ ਵੀ ਜਿਹੜੇ ਅੰਡਰਗਰਾਊਂਡ ਕਹਿ ਲਓ ਵੀ ਜਿਹੜਾ ਕੰਮ ਆ ਐਮਪਲੋਈ ਸੀਗੇ ਪੁਲਿਸ ਦੇ ਵੀ, ਪਰ ਕਾਗਜ਼ਾਂ ਦੇ ਵਿੱਚ ਨਹੀਂ ਸੀਗੇ ਵੀ ਉੱਦਾਂ ਕਹਿ ਲਓ ਵੀ ਇਹ ਮੁਖਬਰ ਜਾਂ ਹੋਰ ਹਿਸਾਬ ਨਾਲ ਰੱਖੇ ਹੋਏ ਸੀਗੇ ਵੀ ਉਹਨਾਂ ਤੋਂ ਇਹ ਕੰਮ ਕਰਾਉਂਦੇ ਸੀ ਵੀ ਜਿੱਦਾਂ ਕਿਸੇ ਨੂੰ ਪਤਾ ਹੋਵੇ ਵੀ ਮੈਂ ਭਾਵੇਂ ਕਤਲ ਵੀ ਕਰ ਦੇਵਾਂ ਵੀ ਅਫਸਰ ਦੇ ਨਾਲ ਮੇਰੀ ਹੈਗੀ ਆ ਤੇ ਮੈਨੂੰ ਕੋਈ ਨਹੀਂ ਹੱਥ ਪਾਉਣ ਲੱਗਿਆ। ਉਹ ਜਿਹੜੀਆਂ ਏਜੰਸਾਂ ਸੀਗੀਆਂ ਸਭ ਤੋਂ ਜਿਹੜੀਆਂ ਘਟੀਆ ਕਰਤੂਤਾਂ ਸੀ ਉਹ ਉਹਨਾਂ ਤੋਂ ਕਰਾਈਆਂ ਜਾਂਦੀਆਂ। ਜਿੱਦਾਂ ਐਗਜ਼ਾਮਪਲ ਜਿਹੜੀ ਹੈਗੀ ਆ ਉਹਦੀ ਪੂਲੇ ਨਿਹੰਗ ਦੀ ਜੀ। ਹੁਣ ਪੂਲਾ ਨਿਹੰਗ ਜਿਹੜਾ ਆ ਉਹ ਕਾਗਜ਼ਾਂ ਦੇ ਵਿੱਚ ਕਿਤੇ ਵੀ ਪੁਲਿਸ ਵਾਲਿਆਂ ਦਾ ਮੁਲਾਜ਼ਮ ਨਹੀਂ ਸੀਗਾ ਜੀ, ਪਰ ਸਾਰਿਆਂ ਨੂੰ ਪਤਾ ਸੀ ਵੀ ਪੁਲਿਸ ਲਈ ਕੰਮ ਕਰ ਰਿਹਾ। ਸੋ ਜਿਹੜੀਆਂ ਕਰਤੂਤਾਂ ਘਟੀਆ ਤੋਂ ਘਟੀਆਂ ਉਸ ਬੰਦੇ ਨੇ ਕੀਤੀਆਂ ਆ, ਉਹ ਨਾਮ ਦੇ ਉੱਤੇ ਖਾੜਕੂਆਂ ਦੇ ਕਰ ਰਿਹਾ, ਬਾਣਾ ਪਾਇਆ ਹੋਇਆ ਨਿਹੰਗ ਦਾ, ਪਰ ਉਹ ਕਰ ਰਿਹਾ ਆ ਪੁਲਿਸ ਦੇ ਇਸ਼ਾਰੇ ਦੇ ਉੱਤੇ। ਸੋ ਉਹ ਸਾਰਾ ਜਿਹੜਾ ਖਿਲਾਰਾ ਹੈ ਨਾ ਉਹ ਤੁਹਾਨੂੰ ਕੰਟੈਕਸਟ ਦੇ ਵਿੱਚ ਰੱਖ ਕੇ ਵੇਖਣਾ ਪੈਣਾ ਵੀ ਜੇ ਤੁਸੀਂ ਇਹ ਵੇਖਦੇ ਆ ਨਾ ਵੀ ਹਾਂਜੀ ਵੀ ਜਿਹੜਾ ਮੇਰੇ ਪਿਓ ਨੂੰ ਮਾਰ ਗਿਆ ਭਈ ਉਹਦਾ ਦਾੜਾ ਖੁੱਲਾ ਸੀਗਾ, ਪੱਗ ਬੰਨੀ ਹੋਈ ਸੀ, ਗਾਤਰਾ ਪਾਇਆ ਹੋਇਆ ਸੀ ਉਹਨੇ, ਤੇ ਤੁਸੀਂ ਸਿੱਖਾਂ ਨੂੰ ਵੀ ਜਿਹੜੇ ਕਹਿ ਲਓ ਵੀ ਪ੍ਰੈਕਟਿਸਿੰਗ ਸਿੱਖ ਨੇ ਵੀ ਜਿਨ੍ਹਾਂ ਨੇ ਖੰਡੇ ਦੀ ਪੌਲ ਲਈ ਹੋਈ ਆ ਤੇ ਗੁਰੂ ਦਾ ਦਿੱਤਾ ਰੂਪ ਜਿਹੜਾ ਆ ਵੀ ਉਹ ਰੱਖਦੇ ਨੇ, ਧਾਰ ਕੇ ਰੱਖਦੇ ਨੇ, ਭਈ ਉਹਨਾਂ ਨੂੰ ਤੁਸੀਂ ਦੁਸ਼ਮਣ ਵਜੋਂ ਵੇਖਣ ਲੱਗ ਪੈਂਦੇ ਆ, ਤੇ ਫਿਰ ਭਾਈ ਤੁਹਾਡੀ ਮੂਰਖਤਾ ਹੀ ਆ ਇਹ, ਕਿਉਂਕਿ ਇਹ ਹੀ ਸਰਕਾਰ ਚਾਹੁੰਦੀ ਆ। ਬਿਲਕੁਲ ਸ਼ੁਰੂ ਤੋਂ ਹੀ ਇਹੀ ਚਾਹੁੰਦੀ ਰਹੀ, ਕਿਉਂਕਿ 84 ਦੇ ਵਿੱਚ ਜਦੋਂ ਉਹ ਪਬਲਿਕਲੀ ਆਪਣਾ ਜਿਹੜਾ ਉਹਨਾਂ ਦਾ ਆਰਮੀ ਦਾ ਅੰਦਰਲਾ ਰਸਾਲਾ ਆ ਉਹਦੇ ਵਿੱਚ ਲਿਖਦੇ ਨੇ ਭਈ ਜਿਹੜਾ ਬੰਦਾ ਕਿਰਪਾਨ ਜਿਹਨੇ ਪਾਈ ਹੋਈ ਆ, ਦਾੜੀ ਖੁੱਲੀ ਛੱਡੀ ਆ, ਵੀ ਉਹ ਅੱਤਵਾਦੀ ਆ। ਸੋ ਉੱਥੋਂ ਹੀ ਤੁਹਾਨੂੰ ਅੰਦਾਜ਼ਾ ਹੋ ਜਾਣਾ ਚਾਹੀਦਾ ਭਈ ਉਹ ਉਹਨਾਂ ਦਾ ਟੀਚਾ ਕੀ ਆ। ਤੇ ਜੇ ਤੁਸੀਂ ਉਹ ਇਸ ਹਿਸਾਬ ਨਾਲ ਹੀ ਵੇਖਦੇ ਆ ਭਈ ਜਿਹਨੇ ਗਾਤਰਾ ਪਾਇਆ ਹੋਇਆ ਤੇ ਦਾੜਾ ਪ੍ਰਕਾਸ਼ ਆ ਤੇ ਪੱਗ ਬੰਨੀ ਆ ਵੀ ਉਹ ਅੱਤਵਾਦੀ ਆ, ਤੇ ਫਿਰ ਤੁਸੀਂ ਇਹਦਾ ਮਤਲਬ ਆ ਵੀ ਸਰਕਾਰ ਦੀ ਜਿਹੜੀ ਖੇਡ ਆ ਵੀ ਉਹਦੇ ਤੁਸੀਂ ਵਿਕਟਮ ਬਣ ਚੁੱਕੇ। ਸੋ ਉਹ ਤੁਹਾਨੂੰ ਇਹ ਦੇਖਣਾ ਪੈਣਾ ਆ ਵੀ ਜਿਹੜਾ ਸਰੂਪ ਵਾਲਾ ਹੈਗਾ, ਬਾਣੇ ਵਾਲਾ ਹੈਗਾ ਆ, ਉਹ ਗੁਰੂ ਗੋਬਿੰਦ ਸਿੰਘ ਦਾ, ਗੁਰੂ ਨਾਨਕ ਦਾ ਸਾਜਿਆ ਹੋਇਆ ਸਿੱਖ ਆ ਕਿ ਨਿਹੰਗ ਪੂਲੇ ਵਰਗਾ ਸਰਕਾਰ ਦਾ ਸਾਜਿਆ ਹੋਇਆ। ਸੋ ਉਹਦੇ ਵਿੱਚ ਤੁਹਾਨੂੰ ਡਿਫਰੈਂਸ ਜਿਹੜਾ ਜਿੰਨੀ ਦੇਰ ਤੁਸੀਂ ਨਹੀਂ ਕਰਦੇ ਉਨੀ ਦੇਰ ਤੁਸੀਂ ਵਿਕਟਮ ਬਣਨਾ ਦੋ ਪਾਸਿਓਂ। ਤੁਸੀਂ ਜਿਹੜਾ ਪਰਿਵਾਰ ਦਾ ਤੁਹਾਡਾ ਕੋਈ ਜੀ ਮਾਰਿਆ ਗਿਆ ਉਹ ਵੀ ਵਿਕਟਮ ਉਸ ਪਾਸਿਓਂ ਵੀ, ਤੇ ਗਾਂ ਤੁਸੀਂ ਅਸਲ ਜਿਹੜਾ ਬੰਦਾ ਜਿਹਨੇ ਮਰਵਾਇਆ ਆ ਤੁਸੀਂ ਉਹਨੂੰ ਪਛਾਣ ਨਾ ਕਰਕੇ ਤੇ ਜਿਹੜੇ ਸਮਾਂ ਕੇ ਬਚਾਉਣ ਵਾਲਿਆਂ ਦੇ ਵਿੱਚ ਆ ਉਹਨਾਂ ਨੂੰ ਤੁਸੀਂ ਦੁਸ਼ਮਣ ਵਾਂਗ ਵੇਖੋ। ਬੇਸਿਕਲੀ ਭਾਜੀ ਦੇਖਣ ਨੂੰ ਇਹ ਮਤਲਬ ਸਮਝਣ ਦੇ ਵਿੱਚ ਇਦਾਂ ਹੀ ਹੈ ਕਿ ਹੁਣ ਇਹ ਉਹ ਜਿਹੜੀਆਂ ਸਰਕਾਰਾਂ ਦਾ ਖੇਡ ਸੀਗਾ ਕਿ ਕਿਸੇ ਨਾ ਕਿਸੇ ਤਰੀਕੇ ਸਿੱਖਾਂ ਪ੍ਰਤੀ ਆਮ ਲੋਕਾਈ ਬਾਕੀ ਹੋਰ ਕੰਟਰੀ ਦੀ ਦੇਸ਼ਾਂ ਦੀ ਸਰਕਾਰਾਂ ਦੇ ਵਿੱਚ ਨਫ਼ਰਤ ਦੇ ਬੀਜ ਸੁੱਟਣੇ ਆ। ਮਤਲਬ ਉਹਨਾਂ ਦਾ ਬਾਣਾ ਦੇਖ ਕੇ ਉਹਨਾਂ ਦੇ ਬਾਣਾ ਦੇਖ ਕੇ ਉਹਨਾਂ ਤੋਂ ਨਫ਼ਰਤ ਹੋ ਜਾਏ, ਤੇ ਉਹ ਜੇ ਨਫ਼ਰਤ ਦੇ ਬੀਜ ਸਾਡੀ ਸੋਚ ਪੁੰਗਰਨ ਲੱਗ ਗਏ ਇਹਦਾ ਮਤਲਬ ਹੈ ਕਿ ਅਸੀਂ ਉਸ ਖੇਡ ਦਾ ਹਿੱਸਾ ਬਣ ਗਏ ਆ ਜਾਂ ਅਸੀਂ ਉਸ ਖੇਡ ਦੇ ਵਿਕਟਿਮ ਹੈਗੇ ਆ। ਇਹੀ ਕੰਮ ਇਹ ਅਪਗ੍ਰੇਡ ਕਰਦੇ ਹੁੰਦੇ ਸੀਗੇ, ਕਿੱਦਾਂ ਸਿੱਖਾਂ ਪ੍ਰਤੀ ਸਿੱਖਾਂ ਦੇ ਵਿੱਚ ਹੀ ਨਫ਼ਰਤ ਫੈਲਾਉਣ ਦੀ ਇਹਨਾਂ ਦੀ ਜਿਹੜੀ ਸਾਜ਼ਿਸ਼ ਸੀਗੀ ਉਹ ਸਾਰਿਆਂ ਸਾਹਮਣੇ ਹੁਣ ਜਗ ਜ਼ਾਹਰ ਹੋਈ ਪਈ ਹੈਗੀ। ਕਿੱਦਾਂ ਇਹ ਸਿੱਖਾਂ ਨੂੰ ਬਦਨਾਮ ਕਰਦੇ ਸੀ, ਸਿੱਖਾਂ ਬਾਰੇ ਮਾੜਾ
ਬੋਲਦੇ ਸੀਗੇ, ਹੁਣ ਇੱਥੇ ਤੱਕ ਵੀ ਇਹ ਪੂਰੀ ਕੌਮ ਨੂੰ ਟਾਰਗੇਟ ਕਰਦੇ ਹੁੰਦੇ ਸੀਗੇ। ਤਾਂ ਉਹ ਸਾਰਾ ਕੁਝ ਸਾਨੂੰ ਇੱਕ ਕੰਟੈਕਸਟ ਦੇ ਵਿੱਚ ਹੀ ਦੇਖ ਕੇ ਸਮਝਣਾ ਪੈਣਾ ਕਿ ਕਿੱਦਾਂ ਇਹ ਚੱਲਦਾ ਸਾਰਾ। ਬਿਲਕੁਲ ਬਿਲਕੁਲ। ਅਕਸਰ ਹੀ ਨਾ ਉਦਾਹਰਨ ਦਿੰਦੇ ਹੁੰਦੇ ਆ ਭਈ ਜਿਹੜਾ ਨਾ ਕੋਈ ਜਿਹੜਾ ਹੈਗਾ ਚਾਈਲਡ ਐਕਸਪਲੋਇਟੇਸ਼ਨ ਵਾਲਾ, ਹਾਂਜੀ, ਵੀ ਉਹ ਕਹਿੰਦੇ ਵੀ ਜਿਹੜਾ ਨਿਆਣਿਆਂ ਨੂੰ ਟਾਰਗੇਟ ਕਰਦਾ ਨਾ, ਬਹੁਤੇ ਕੇਸਾਂ ਦੇ ਵਿੱਚ ਉਹ ਆਪ ਵੀ ਜਦੋਂ ਨਿਆਣਾ ਹੁੰਦਾ ਤੇ ਉਹ ਇਦਾਂ ਹੀ ਟਾਰਗੇਟ ਹੋਇਆ ਹੁੰਦਾ, ਐਕਸਪਲੋਇਟ ਹੋਇਆ ਹੁੰਦਾ। ਬਿਲਕੁਲ। ਸੋ ਉਹਦੇ ਵਿੱਚ ਹੁਣ ਉਹ ਕਹਿੰਦੇ ਕੀ ਆ ਵੀ ਜ਼ਰੂਰੀ ਹੁੰਦਾ ਵੀ ਜਿਹੜਾ ਵਿਕਟਮ ਆ ਉਹਨੂੰ ਇਹ ਐਜੂਕੇਟ ਕੀਤਾ ਜਾਵੇ ਵੀ ਤੂੰ ਵਿਕਟਮ ਆ। ਸੋ ਜਦੋਂ ਉਹ ਇੱਕ ਵਾਰੀ ਰੀਅਲਾਈਜ਼ ਕਰ ਜਾਂਦਾ ਆ ਵੀ ਮੈਂ ਵਿਕਟਮ ਹੈਗਾ ਜੀ, ਤੇ ਇਹ ਵਿਕਟਮਹੁੱਡ ਦੇ ਵਿੱਚੋਂ ਮੈਂ ਹੁਣ ਬਾਹਰ ਕਿੱਦਾਂ ਆਉਣਾ ਆ, ਉਨੀ ਦੇਰ ਤੱਕ ਉਹ ਜਿਹੜਾ ਖਦਸ਼ਾ ਆ ਨਾ ਜਾਂ ਜਿਹੜੀ ਸੰਭਾਵਨਾ ਆ ਉਹ ਬਣੀ ਰਹਿੰਦੀ ਆ ਵੀ ਇਹ ਵੀ ਕਿਸੇ ਨੂੰ ਹੋਰ ਨੂੰ ਵਿਕਟਮਾਈਜ਼ ਕਰੂਗਾ। ਬਿਲਕੁਲ। ਸੋ ਤਾਂ ਕਰਕੇ ਬਹੁਤ ਜ਼ਰੂਰੀ ਹੁੰਦਾ ਭਾਈ ਭਈ ਜੇ ਤੁਸੀਂ ਸਰਕਾਰੀ ਕਿਸੇ ਚਾਲ ਦੇ ਵਿਕਟਮ ਬਣ ਗਏ ਆ ਤੇ ਪਹਿਲਾਂ ਆਪਣੇ ਆਪ ਨੂੰ ਪਹਿਲੇ ਸਟੈਪ ਤੇ ਰੀਅਲਾਈਜ਼ ਕਰੋ ਭਈ ਤੁਸੀਂ ਸਰਕਾਰੀ ਚਾਲ ਦੇ ਵਿਕਟਮ ਆ। ਨਹੀਂ ਤਾਂ ਤੁਸੀਂ ਉਹੀ ਹੱਥ ਠੋਕੇ ਬਣ ਕੇ ਸਰਕਾਰੀ ਏਜੰਸੀਆਂ ਦੇ ਤੇ ਤੁਸੀਂ ਉਹ ਸਰਕਾਰ ਉਸੇ ਕਹਿ ਲਓ ਵੀ ਉਹ ਜਿਹੜਾ ਵਿਕਟਮਾਈਜ਼ਰ ਆ ਉਹਦੇ ਹੀ ਕਹਿ ਲਓ ਵੀ ਹੱਥ ਠੋਕੇ ਬਣ ਕੇ ਤੁਸੀਂ ਹੋਰ ਵਿਕਟਮ ਬਣਾਉਣੇ ਆ। ਸੋ ਉਹ ਚੀਜ਼ਾਂ ਜਿਹੜੀਆਂ ਆ ਵੀ ਉਹ ਬਹੁਤ ਜ਼ਰੂਰੀ ਆ, ਤਾਂ ਕਰਕੇ ਇੰਪੋਰਟੈਂਟ ਹੋ ਜਾਂਦੀਆਂ ਵੀ ਆਪਾਂ ਸਾਰਾ ਜਿਹੜਾ ਆ ਵੀ ਇਹਨੂੰ ਧਿਆਨ ਨਾਲ ਸਮਝ ਕੇ ਤੇ ਆਪਣੇ ਦਿਮਾਗ ਦੇ ਉੱਤੇ ਕੰਮ ਕਰੀਏ। ਨਹੀਂ ਭਾਈ, ਇੱਦਾਂ ਦੀ ਜਿਹੜੀ ਕਿਤਾਬਾਂ ਹੈ ਨਾ, ਇਹ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਹੁਣ ਇਹਨਾਂ ਦਾ ਜਿੱਦਾਂ ਇੱਕ ਅਪਗ੍ਰੇਡਾਂ ਦੀ ਇੱਕ ਹੋਰ ਜਿਹੜੀ ਨਾਕਾਮ ਕੋਸ਼ਿਸ਼ ਸੀਗੀ ਕਿ ਸਿੱਖ ਜਿਹੜਾ ਆਪਣਾ ਇਤਿਹਾਸ ਨਾ ਪੜ੍ਹਨ, ਜਿਹੜਾ ਗਿਆਨ ਨਾ ਲੈਣ, ਉਹ ਨੌਲੇਜ ਨਾ ਲੈਣ ਇੱਧਰ ਉੱਧਰੋਂ, ਹੈ ਨਾ। ਤੇ ਕਹਿਣ ਦਾ ਭਾਵ ਮੇਰਾ ਇਹ ਹੈ ਕਿ ਹੁਣ ਜਦੋਂ ਇਹ ਕਿਤਾਬ ਪੜ੍ਹਾਂਗੇ, ਇੱਕ ਇਹ ਇਤਿਹਾਸ ਆ, ਹਿਸਟਰੀ ਆ ਸਾਡੀ, ਤੇ ਜਦੋਂ ਇਹ 'ਚ ਸਾਨੂੰ ਸਮਝ ਆ ਜਾਣੀ ਹੈ ਕਿ ਸਰਕਾਰ ਕਿੱਦਾਂ ਪੈਂਤੜੇ ਲੈਂਦੀ ਹੈ ਤੁਹਾਨੂੰ ਬਦਨਾਮ ਕਰਨ ਲਈ, ਤੁਹਾਨੂੰ ਨੀਵਾਂ ਦਿਖਾਉਣ ਲਈ, ਤੁਹਾਨੂੰ ਪਿੱਛੇ ਸੁੱਟਣ ਲਈ, ਤੇ ਤੁਸੀਂ ਕੀ ਕਰਨਾ ਉਹਦੇ ਕਾਊਂਟਰ ਦੇ ਵਿੱਚ। ਕਿਉਂਕਿ ਇਹ ਕਿਤਾਬ ਪੜ੍ਹ ਕੇ ਸਾਨੂੰ ਕੁਝ ਸਿੱਖਣ ਨੂੰ ਵੀ ਮਿਲੇਗਾ ਨਾਲ ਦੇ ਨਾਲ ਕਿ ਕਿੱਦਾਂ ਤੁਸੀਂ ਉਹਨਾਂ ਚੀਜ਼ਾਂ ਨੂੰ ਕਾਊਂਟਰ ਕਰਨਾ ਆ। ਮਤਲਬ ਅੱਜ ਜੇ ਸਿਚੁਏਸ਼ਨ ਸਾਡੇ ਬਣਦੀ ਹੈ, ਨਿਊਜ਼ੀਲੈਂਡ ਦੇ ਵਿੱਚ ਬਣਦੀ ਜਾਂ ਕਿਸੇ ਹੋਰ ਕੰਟਰੀ 'ਚ ਬਣਦੀ ਹੈ, ਹੁਣ ਇੱਕ ਇਹ ਸਾਡੇ ਕੋਲ ਕਿਤਾਬ ਪਈ ਹੈ, ਯਾਨੀ ਕਿ ਜਿਸ 'ਚੋਂ ਪੜ੍ਹ ਕੇ ਅਸੀਂ ਸਿੱਖ ਸਕਦੇ ਹਾਂ। ਮੈਂ ਇਹ ਨਹੀਂ ਕਹਿੰਦਾ ਕਿ 100% ਉਹ ਪੂਰੀ ਉੱਦਾਂ ਐਪਲੀਕੇਬਲ ਹੋਊਗੀ, ਲੇਕਿਨ ਉਸ ਵਿੱਚੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ ਕਿ ਕਿੱਦਾਂ ਆਪਾਂ ਇਹੋ ਜਿਹੇ ਮਸਲਿਆਂ ਨੂੰ ਟੈਕਲ ਕਰਨਾ ਹੈ, ਕਿੱਦਾਂ ਡੀਲ ਕਰਨਾ ਹੈ। ਬਿਲਕੁਲ, ਬਹੁਤ ਵਧੀਆ ਪੁਆਇੰਟ ਹੈ ਜੀ। ਕਿਉਂਕਿ ਅੱਗੇ ਫਿਰ ਉਹ ਇਹ ਲਿਖਦੇ ਨੇ ਭਈ ਜਿਹੜੀ ਡੈਮੋਨਸਟ੍ਰੇਸ਼ਨ ਹੋਈ ਨਾ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਜਿਹੜੀ ਸੀਗੀ ਕਮੇਟੀ ਜੀ ਨਿਊਯਾਰਕ ਦੇ ਵਿੱਚ, ਉਹਦੇ ਅੱਗੇ ਜਿਹੜਾ ਮੁਜ਼ਾਹਰਾ ਕੀਤਾ ਗਿਆ ਵੀ ਉਹ ਇਸ ਕਰਕੇ ਕੀਤਾ ਗਿਆ ਭਈ ਸਿੱਖਸ ਵਰ being arrested, tortured and killed while in police custody in Punjab। ਔਰ ਇਹ 82 ਦੀ ਗੱਲ ਆ। ਉਹ ਤੋਂ ਬਾਅਦ ਦੇਖੋ ਵੀ ਕਿਹੜੇ ਪੱਧਰ ਦੇ ਉੱਤੇ ਜਾ ਕੇ ਉਹਨਾਂ ਨੇ ਸਿੱਖਾਂ ਦਾ ਘਾਣ ਕੀਤਾ। India was trampling over the civil rights of its citizens in response to the growing political unrest in Punjab, the Federation said in its plea for UN intervention। ਸੋ ਜਿਹੜੇ ਮੁਜ਼ਾਹਰਾ ਕਰਨੇ ਵਾਲੇ ਸੀਗੇ ਫੈਡਰੇਸ਼ਨ ਆਫ ਸਿੱਖ ਸੁਸਾਇਟੀਜ਼ ਆਫ ਕੈਨੇਡਾ, ਉਹਨਾਂ ਨੇ ਇਹ ਬੇਨਤੀ ਕੀਤੀ ਭਈ ਜੇ ਹਿਸਾਬ ਦੇ ਨਾਲ ਸਿੱਖਾਂ ਦੇ ਜਿਹੜੇ ਮਨੁੱਖੀ ਅਧਿਕਾਰ ਆ ਵੀ ਉਹਨਾਂ ਦੀ ਉਲੰਘਣਾ ਹੋ ਰਹੀ ਆ ਜੀ, ਉਹਨਾਂ ਨੂੰ ਲਤਾੜਿਆ ਜਾ ਰਿਹਾ ਪੰਜਾਬ ਦੇ ਵਿੱਚ, ਵੀ ਇਸ ਕਰਕੇ ਵੀ ਉਹਦਾ ਯੂਨਾਈਟਿਡ ਨੇਸ਼ਨਸ ਨੂੰ ਲੋੜ ਆ ਵੀ ਉਹ ਇੱਥੇ ਆ ਕੇ ਤੇ ਦਖਲ ਦੇਵੇ ਸਾਡੇ ਹੱਕ ਦੇ। ਇੱਥੇ ਤਾਂ ਭਾਈ ਇੱਕ ਪੁਆਇੰਟ ਹੋਰ ਦਿਮਾਗ 'ਚ ਆਉਂਦਾ ਹੈ ਜਿਹੜਾ ਮਤਲਬ ਬੜਾ ਸੌਖਾ ਆ ਸਮਝਣਾ, ਕੋਈ ਔਖਿਆਈ ਨਹੀਂ ਆਉਂਦੀ ਉਹਦੇ ਵਿੱਚ ਸਮਝਣ ਨੂੰ, ਕਿ ਇਹ ਦੂਸਰੇ ਦੇਸ਼ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਲਈ ਕਿੱਦਾਂ ਚਾਲਾਂ ਚੱਲ ਰਹੇ ਨੇ। ਜਿੱਦਾਂ ਹੁਣ UN ਸਾਹਮਣੇ ਵੀ ਜਿਹੜੀ ਉਹ ਚੱਲ ਰਿਹਾ ਸਾਰਾ ਕੁਝ, ਉਹਨੂੰ ਕਿੱਦਾਂ ਡੀਵੈਲਿਊ ਕਰਨਾ ਚਾਹੁੰਦੇ ਨੇ ਜਾਂ ਹੋਰ ਅੱਗੇ ਆਊਗਾ ਸਾਰਾ ਕੁਝ। ਉਹ ਮਤਲਬ ਇੰਡੀਆ 'ਚ ਤਾਂ ਸਰਕਾਰ ਹੀ ਇਹਨਾਂ ਦੀ ਹੈਗੀ ਹੈ, ਸਾਰਾ ਤੰਤਰ ਹੀ ਇਹਨਾਂ ਦੇ ਹੱਥ 'ਚ ਹੈਗਾ ਆ। ਉੱਥੇ ਕੀ ਕਰਦੇ ਹੋਣਗੇ ਸਿੱਖਾਂ ਦੇ ਨਾਲ ਜਾਂ ਬਾਕੀ ਹੋਰ ਮਾਈਨੋਰਟੀਜ਼ ਦੇ ਨਾਲ, ਮਤਲਬ ਹੈਰਾਨੀ ਹੁੰਦੀ ਹੈ। ਮਤਲਬ ਵੀ ਉੱਥੇ ਸੁਣਵਾਈ ਕੋਈ ਨਹੀਂ ਤੁਹਾਡੀ। ਠੀਕ, ਬਿਲਕੁਲ। ਵੀ ਜਿੱਦਾਂ ਉਹ ਦੂਸਰਾ ਸੀਗਾ ਜੱਜ ਜਿਹੜਾ ਮਾਰ ਦਿੱਤਾ, ਲੋਇਆ ਕਿ ਕੌਣ ਸੀਗਾ, ਅੱਛਾ ਜੀ, ਉਹ ਮਾਰ ਦਿੱਤਾ ਗਿਆ। ਉਹ ਤੋਂ ਬਾਅਦ ਜਿਹੜੇ ਕੇਸ ਸੀਗੇ ਜਦੋਂ ਮੋਦੀ ਦੀ ਸਰਕਾਰ ਆਈ ਆ, ਜਿਹੜੇ ਹਿੰਦੂ ਅੱਤਵਾਦੀਆਂ ਦੇ ਖਿਲਾਫ ਕੇਸ ਸੀਗੇ ਉਹ ਵਾਪਸ ਲੈ ਲਏ ਗਏ। ਉਧਰੋਂ ਜਿਹੜੇ 1991-92 ਦਾ ਬਾਬਰੀ ਮਸਜਿਦ ਤੋੜਨੇ ਵਾਲਾ ਤੇ ਉਹ ਸਾਰਾ ਕੇਸ ਚੱਲਦਾ ਸੀ, ਉਹ ਵਾਪਸ ਹੋ ਗਏ, ਦੇਖੋ ਕਿੱਦਾਂ ਬਰੀ ਹੋ ਗਏ। ਸੋ ਉਹ ਸਾਰਾ ਕੁਝ ਜਿਹੜਾ ਆ ਤੁਸੀਂ ਕਿਹਦੇ ਕੋਲੇ ਜਾ ਕੇ ਫਰਿਆਦ ਕਰੋਗੇ। ਬਿਲਕੁਲ। ਸੋ ਗੱਲ ਜਿਹੜੀ ਆ ਵੀ ਉਹ ਇਹੀ ਆ ਨਾ ਵੀ ਉੱਤੋਂ ਤੋਂ ਥੱਲੇ ਤੱਕ, ਵੀ ਥੱਲਿਓਂ ਉੱਪਰ ਤੱਕ ਸਾਰਾ ਕੁਝ ਜਿਹੜਾ ਆ ਉਹ ਇਹਨਾਂ ਦੇ ਕੰਟਰੋਲ 'ਚ ਆ। ਤਦੀ ਇਹਨਾਂ ਦੀ ਚੀਕਾਂ ਨਿਕਲਦੀਆਂ ਨੇ ਜਦੋਂ ਦੂਜਾ ਪੱਖ ਦੱਸਿਆ ਜਾਂਦਾ ਹੈ। ਬਿਲਕੁਲ, ਜਦੋਂ ਦੂਜਾ ਪੱਖ ਸਾਹਮਣੇ ਆਉਂਦਾ ਆ ਫਿਰ ਇਹਨਾਂ ਦੀ ਚੀਕਾਂ ਨਿਕਲਦੀਆਂ, ਨਹੀਂ ਭਾਈ ਸੱਚਾਈ ਨਾ ਦੱਸੋ। ਔਰ ਉਸੇ ਉਹੀ ਚੀਕਾਂ ਜਿਹੜੀਆਂ ਨਿਕਲਦੀਆਂ ਤੇ ਉਹ ਦੂਜਾ ਪੱਖ ਸਾਹਮਣੇ ਨਾ ਆਵੇ, ਉਹਦਾ ਹੀ ਉਹ ਰੋਕਣੇ ਲਈ ਵੀ ਆ ਜਿਹੜੇ ਤਰੁਣ ਮੈਦਾਨ ਵਰਗੇ ਤੇ ਹਰਨੇਕ ਨੇਕੀ ਵਰਗੇ ਆ ਬਿਠਾਏ ਹੋਏ, ਇਹ ਜਿਹੜੇ ਆ ਵੀ ਇਹ ਹੱਥ ਠੋਕੇ ਬਣਾਏ ਜਾਂਦੇ ਤੇ ਬਿਠਾਏ ਜਾਂਦੇ ਆ ਵੀ ਭਾਈ ਵੀ ਤੁਹਾਡਾ ਕੰਮ ਆ। ਬਿਲਕੁਲ।
ਵੀ ਤੁਸੀਂ ਗਾਲਾਂ ਕੱਢਣੀਆਂ, ਤੁਸੀਂ ਹੋਰ ਜੋ ਵੀ ਹੱਥ ਕੰਡੇ ਆ ਵੀ ਉਹ ਤੁਸੀਂ ਅਪਣਾ ਕੇ ਜਿਹੜੀ ਆਵਾਜ਼ ਆ ਵੀ ਉਹ ਦੱਬ ਦੇਣੀ ਹੈ। ਔਰ ਉਹ ਤੋਂ ਬਾਅਦ ਜਦੋਂ ਦੇਖਿਆ ਵੀ ਫੇਰ ਵੀ ਨਹੀਂ ਟਲਦੇ ਪਏ ਲੋਕੀ, ਫੇਰ ਉਹਨਾਂ ਨੇ ਕੀ ਕੀਤਾ ਵੀ ਇਹ ਵੀ ਜਿਹੜਾ ਹਾਈ ਕਮਿਸ਼ਨ ਆ ਇੰਡੀਆ ਦਾ ਉਹਨੂੰ ਵਿੱਚ ਇਨਵੋਲਵ ਕੀਤਾ। ਹੁਣ ਤੁਸੀਂ ਦੇਖੋ ਵੀ ਇਹ ਤਰੁਣ ਮਦਾਨ ਜਿਹੜਾ ਆ ਹੇਟ ਸਪੀਚ ਦੇ ਵਿੱਚ ਇਹ ਅਰੈਸਟ ਹੋਇਆ, ਇਹਦੇ ਖਿਲਾਫ ਜਿਹੜਾ ਕੇਸ ਦਰਜ ਹੈ ਇਸ ਤੇ ਉਹ ਤੋਂ ਕੁਛ ਚਿਰ ਪਹਿਲਾਂ ਹੀ ਵੀ ਜਿਹੜਾ ਭਾਵ ਢਿੱਲੋਂ ਆ ਆਨਰਰੀ ਕੌਂਸਲ ਇੰਡੀਆ ਦਾ ਇੱਥੇ ਆਕਲੈਂਡ ਦੇ ਵਿੱਚ, ਤੇ ਮੁਕਤੇਸ਼ ਪ੍ਰਸਾਦ ਜਿਹੜਾ ਵੈਲਿੰਗਟਨ ਦੇ ਵਿੱਚ ਹਾਈ ਕਮਿਸ਼ਨ ਹੈ ਇੰਡੀਆ ਦਾ, ਇਹਨਾਂ ਦੋਵਾਂ ਦੇ ਨਾਲ ਇਕੱਠੇ ਫੋਟੋ ਦੇ ਵਿੱਚ ਮਦਾਨ ਤੇ ਇਹਦੇ ਨਾਲ ਦੇ ਬਾਕੀ ਜਿਹੜੇ ਆ ਵੀ ਉਹ ਖੜੇ ਨੇ। ਔਰ ਉਹ ਇਸ ਕਰਕੇ ਵੀ ਅਜੇ ਤੱਕ ਵੀ ਜਦੋਂ ਦੀ ਫੋਟੋ ਆ ਹਾਲ ਮਹੀਨਾ ਕੁ ਹੋ ਗਿਆ ਉਹਨੂੰ, ਵੀ ਉਹ ਫੋਟੋ ਤੋਂ ਪਹਿਲਾਂ ਤੱਕ ਵੀ ਜਿਹੜੀਆਂ ਇਹਨਾਂ ਦੀਆਂ ਧਮਕੀਆਂ ਸੀਗੀਆਂ ਤਰੁਣ ਮਦਾਨ ਵਰਗਿਆਂ ਦੀਆਂ ਵੀ ਅਸੀਂ ਅਖੇ ਵੀ ਤੁਹਾਨੂੰ ਅਖੇ ਇੰਡੀਆ ਨਹੀਂ ਜਾਣ ਦੇਣਾ ਤੇ ਹਾਈ ਕਮਿਸ਼ਨ ਤੋਂ ਤੁਹਾਨੂੰ ਪੁਲਿਸ ਕਲੀਅਰੈਂਸ ਨਹੀਂ ਮਿਲਣੀ ਤੇ ਹੋਰ ਸਾਰਾ ਕੁਝ ਜਿਹੜਾ ਆ ਵੀ ਉਹ ਧਮਕੀਆਂ ਸੀ ਫੋਕੀਆਂ। ਪਹਿਲਾਂ ਇਦਾਂ ਕਿੱਦਾਂ ਹੋ ਸਕਦਾ ਆ ਵੀ ਅਖੇ ਵੀ ਮੇਰਾ ਪੁਲਿਸ ਰਿਕਾਰਡ ਕਲੀਅਰ ਆ, ਵੀ ਮੈਨੂੰ ਪੁਲਿਸ ਕਲੀਅਰੈਂਸ ਜਿਹੜੀ ਆ ਵੀ ਉਹ ਕਿਉਂ ਨਾ ਦਊਗੇ ਜਾਂ ਮੈਨੂੰ ਵੀਜ਼ੇ ਤੋਂ ਕਿਉਂ ਰੋਕੂਗੇ। ਉਹ ਤੋਂ ਬਾਅਦ ਜਦੋਂ ਫੋਟੋ ਬਣ ਖਿੱਚੀ ਗਈ ਦੋਵਾਂ ਦੇ ਨਾਲ ਵੀ ਭਾਵ ਢਿੱਲੋਂ ਨਾਲ ਤੇ ਮੁਕਤੇਸ਼ ਪ੍ਰਸਾਦ ਦੇ ਨਾਲ, ਉਹ ਜਿਹੜੀਆਂ ਫੋਕੀਆਂ ਧਮਕੀਆਂ ਸੀ ਅੱਗੇ ਉਹ ਬਕਾਇਦਾ ਐਨ ਇਫੈਕਟਿਵ ਧਮਕੀਆਂ ਹੋ ਗਈਆਂ। ਮੋਹਰ ਲੱਗੀ ਪੂਰੀ ਵੀ ਸਰਕਾਰੀ ਮੋਹਰ ਆ ਇਹਦੇ ਉੱਤੇ, ਜੋ ਇਹ ਕਹਿ ਰਿਹਾ ਬੰਦਾ ਉਹ ਐਵੇਂ ਹੀ ਨਹੀਂ ਹਵਾ 'ਚ ਨਹੀਂ ਕਹਿ ਰਿਹਾ। ਇਹ ਤਾਂ ਹੋ ਨਹੀਂ ਸਕਦਾ ਕਿ ਉਹਨਾਂ ਨੂੰ ਪਤਾ ਨਾ ਹੋਵੇ ਕਿ ਇਹ ਲਿਖ ਰਿਹਾ ਹੈ, ਕੀ ਬਕਵਾਸ ਕਰ ਰਿਹਾ ਹੈ, ਕਿਉਂਕਿ ਓਪਨਲੀ ਸੀਗਾ ਸਾਰਾ ਗਰੁੱਪ ਜਿਹੜਾ ਆ, ਉਹਦੇ ਵਿੱਚ ਜੋ ਵੀ ਲਿਖਿਆ ਜਾ ਰਿਹਾ ਸੀ ਉਹ ਸਾਰਾ ਕੁਝ ਜਿਹੜੇ ਮੈਂਬਰ ਆ ਲੱਖ ਤੋਂ ਉੱਤੇ ਸੀਗੇ ਉਹ ਸਾਰਿਆਂ ਨੂੰ ਪਤਾ ਸੀ। ਉਹਦੇ ਵਿੱਚ ਇਹ ਜਿਹੜੇ ਹੈਗੇ ਆ ਆਪਣਾ ਪਰਮਿੰਦਰ ਪਾਪਾ ਟੋਏ, ਆਪਣਾ ਕਮਲਜੀਤ ਬਖਸ਼ੀ, ਇਹ ਸਾਰੇ ਮੈਂਬਰ ਸੀਗੇ। ਸੋ ਇਸ ਕਰਕੇ ਵੀ ਮਤਲਬ ਵੀ ਉਹ ਜੋ ਕੁਝ ਵੀ ਲਿਖਿਆ ਜਾ ਰਿਹਾ ਸੀ ਉੱਥੇ ਵੀ ਉਹ ਇਹ ਵੀ ਇਹਨੂੰ ਲੋਕੀ ਸੀਰੀਅਸਲੀ ਨਹੀਂ ਲੈ ਰਹੇ। ਬਕਾਇਦਾ ਹਾਈ ਕਮਿਸ਼ਨ ਦੇ ਨਾਲ ਫੋਟੋਆਂ ਖਿਚਾਈਆਂ ਗਈਆਂ, ਉਹਨੇ ਪਾਈਆਂ, ਫਿਰ ਵੀ ਫੋਟੋ ਸਰਕੂਲੇਟ ਹੋਈਆਂ ਬਕਾਇਦਾ। ਤੇ ਫਿਰ ਜਦੋਂ ਕਿਸੇ ਨੇ ਅਪਰੋਚ ਕਰਤੀ ਉਹਨੂੰ ਹਾਈ ਕਮਿਸ਼ਨ ਨੂੰ ਭਈ ਭਾਈ ਵੀ ਜੋ ਇਹ ਕਿਹਾ ਜਾ ਰਿਹਾ ਆ ਵੀ ਜੇ ਮੰਨ ਲਓ ਵੀ ਕਿਸਾਨਾਂ ਦੇ ਜਿਹੜਾ ਹੈਗਾ ਆ ਡੈਮੋਨਸਟ੍ਰੇਸ਼ਨ ਜਿਹੜੀਆਂ ਉੱਥੇ ਮੁਜ਼ਾਹਰਾ ਚੱਲ ਰਿਹਾ ਭਈ ਉਹਦੇ ਵਿੱਚ ਅੰਦੋਲਨ ਦੇ ਵਿੱਚ ਦੇ ਹੱਕ ਦੇ ਵਿੱਚ ਜੇ ਕੋਈ ਇੱਥੇ ਕਰ ਦਿੰਦਾ ਆ ਵੀ ਕੋਈ ਅੰਦੋਲਨ ਕਰ ਦਿੰਦਾ ਜਾਂ ਕੋਈ ਮਾਰਚ ਕੱਢ ਦਿੰਦਾ, ਮੁਜ਼ਾਹਰਾ ਕਰ ਦਿੰਦਾ ਆ, ਉਹਦਾ ਅਸਰ ਕੀ ਹੋਊਗਾ। ਤੇ ਹਾਈ ਕਮਿਸ਼ਨ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਲਿਖ ਕੇ ਪਾ ਦਿੱਤਾ ਸੀਗਾ ਵੀ ਆਹ ਜਿਹੜੀ ਅਸੀਂ ਅੰਡਰਟੇਕਿੰਗ ਲੈਂਦੇ ਆ ਨਾ ਤੁਹਾਡੇ ਤੋਂ, ਵੀ ਜਿਹਦੇ ਵਿੱਚ ਲਿਖਿਆ ਹੋਇਆ ਵੀ ਤੁਸੀਂ ਕੋਈ ਵੀ ਐਸਾ ਕੰਮ ਨਹੀਂ ਕੀਤਾ ਵੀ ਜਿਹਦੇ ਕਰਕੇ ਵੀ ਭਾਰਤ ਸਰਕਾਰ ਦੇ ਖਿਲਾਫ ਤੁਹਾਡਾ ਕੰਮ ਜਾਂਦਾ ਹੋਵੇ ਜਾਂ ਕੁਛ ਇੱਦਾਂ ਦੀ, ਮਤਲਬ ਇੰਨੀ ਕਹਿ ਲਓ ਵੀ ਉਹ ਨੈਗੇਟਿਵ ਲੈਂਗੁਏਜ ਆ ਵੀ ਜਿਹੜੀ ਤੁਸੀਂ ਯਕੀਨ ਨਹੀਂ ਕਰ ਸਕਦੇ ਵੀ ਇਹ ਕਿੱਦਾਂ ਕਰ ਸਕਦੀ ਹੈ ਇੰਡੀਅਨ ਸਰਕਾਰ। ਔਰ ਉਹਨੇ ਬਕਾਇਦਾ ਪੋਸਟ ਕਰਕੇ ਪਾਇਆ ਹਾਈ ਕਮਿਸ਼ਨ ਨੇ ਵੀ ਬਿਲਕੁਲ ਇਹ ਅੰਡਰਟੇਕਿੰਗ ਜਿਹੜੀ ਆ ਇਹ ਸਹੀ ਆ। ਨਹੀਂ ਮਤਲਬ ਸਰਾਹਨੀ ਹੈ ਨਾ ਭਾਜੀ, ਜਿਹੜਾ ਕਿਸਾਨਾਂ ਦਾ ਡੈਮੋਨਸਟ੍ਰੇਸ਼ਨ ਹੈ, ਮੁਜ਼ਾਹਰਾ ਚੱਲ ਰਿਹਾ, ਭਾਰਤ ਸਰਕਾਰ ਦੇ ਵਿਰੋਧ ਕੀਤਾ ਹੋ ਗਿਆ ਉਹਨਾਂ ਦੇ ਖਿਲਾਫ, ਉਹ ਆਪਣਾ ਇੱਕ ਹੱਕ ਹੈ ਆਉਣਾ। ਮਤਲਬ ਗੱਲ ਇਹ ਆ ਵੀ ਜਿਹੜੇ ਕਿਸਾਨ ਮੁਜ਼ਾਹਰਾ ਕਰ ਰਹੇ ਆ ਉਹ ਘੱਟ ਭਾਰਤੀ ਨੇ। ਜੀ ਬਿਲਕੁਲ, ਹੁਣ ਬੈਂਕ ਵਾਲੇ ਤੇ ਕਰ ਹੀ ਰਹੇ ਨੇ ਮੁਜ਼ਾਹਰਾ, ਬੈਂਕਾਂ ਵਾਲੇ ਕਰ ਰਹੇ, ਸਾਰੇ ਹੀ ਕਰ ਰਹੇ ਆ, ਪਰ ਗੱਲ ਇਹ ਆ ਵੀ ਜਿਹੜਾ ਆਪਾਂ ਕਹਿ ਰਹੇ ਨਾ ਵੀ ਜਦੋਂ ਬਾਹਰਲੇ ਮੁਲਕਾਂ 'ਚੋਂ ਆਵਾਜ਼ ਉੱਠਦੀ ਆ ਪ੍ਰੋਬਲਮ ਸਰਕਾਰ ਲਈ ਇਹ ਹੋ ਜਾਂਦੀ ਆ ਵੀ ਉਹਨਾਂ ਦੇ ਉੱਤੇ ਵੀ ਜਿਹੜਾ ਡੰਡਾ ਆ ਵੀ ਉਹ ਨਹੀਂ ਲਮਕਾ ਹੁੰਦਾ ਸਰਕਾਰ ਤੋਂ। ਬਿਲਕੁਲ ਵੀ ਜਿਹੜੇ ਇੰਡੀਆ ਦੇ ਵਿੱਚ ਬੈਠੇ ਉਹਨਾਂ ਦੇ ਝੱਟ ਲਮਕਾਉਂਦੇ ਆ, ਉਹਨਾਂ ਦੇ ਉੱਤੇ ਮਤਲਬ ਪਰਚੇ ਦਰਜ ਕਰਾਤੇ, ਜਾਂ ਜਿਹੜਾ ਐਮਪਲੋਇਰ ਆ ਉਹਦੇ ਉੱਤੇ ਪ੍ਰੈਸ਼ਰ ਪਵਾਤਾ, ਜੇ ਐਮਪਲੋਇਰ ਨਹੀਂ ਲੈਣ ਦੇ ਉੱਤੇ ਆ ਰਿਹਾ ਈਡੀ ਦੀਆਂ ਰੇਡਾਂ ਪਵਾਤੀਆਂ, ਉਹਨਾਂ ਕੋਲੇ ਮਤਲਬ 50 ਐਸੇ ਹਥਿਆਰ ਨੇ ਵੀ ਜਿਹਨਾਂ ਰਾਹੀਂ ਉਹ ਵੀ ਤੁਹਾਡੇ ਐਨ ਕਹਿ ਲਓ ਵੀ ਨੱਕ ਨਾਲ ਲਕੀਰਾਂ ਕਢਾ ਸਕਦੇ ਆ। ਪਰ ਜਦੋਂ ਬਾਹਰੋਂ ਕੋਈ ਕਰਦਾ ਹੈ ਕੁਛ ਉਹਦੇ ਉੱਤੇ ਫਿਰ ਡੰਡਾ ਲਮਕਾ ਨਹੀਂ ਹੁੰਦਾ, ਉਹਦੇ ਕੋਲੇ ਇੱਕੋ ਹੀ ਡੰਡਾ ਆ ਫਿਰ ਸਰਕਾਰ ਕੋਲੇ ਵੀ ਜਾਂ ਵੀਜ਼ਾ ਡਿਨਾਈ ਕਰ ਦੇਵੇ ਤੇ ਜਾਂ ਫਿਰ ਜਿਹੜਾ ਆ ਵੀ ਜਦੋਂ 에ਅਰਪੋਰਟ ਤੇ ਆਉਣ ਤੇ ਲਿਸਟਾਂ ਬਣੀਆਂ ਹੋਣ, ਭਾਵੇਂ ਉਹ ਬਲੈਕ ਲਿਸਟ ਆ ਭਾਵੇਂ ਕੁਝ ਵੀ ਆ, ਉਹ ਤੋਂ ਕਹਿ ਦੇਣ ਵੀ ਨਾ ਜੀ ਤੁਹਾਨੂੰ ਐਂਟਰੀ ਨਹੀਂ ਦੇਣੀ ਹੈ। ਸਹੀ ਗੱਲ। ਸੋ ਉਹ ਵੀ ਮਨੁੱਖੀ ਅਧਿਕਾਰਾਂ ਦਾ ਉਲੰਘਣ ਆ। ਬਿਲਕੁਲ ਜੀ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਵੀ ਭਾਈ ਵੀ ਉਹਦੇ ਹੱਥ ਠੋਕੇ ਨੇ ਇਹ ਤਰੁਣ ਮਦਾਨ ਵਰਗੇ ਤੇ ਨੇਕੀ ਵਰਗੇ, ਔਰ ਇਹ ਦੋਵੇਂ ਇੱਕ ਦੂਜੇ ਦੇ ਪੂਰਕ ਵੀ ਨੇ। ਤੇ ਤਰੁਣ ਮਦਾਨ ਜਿਹੜਾ ਆ ਵੀ ਉਹ ਤੇ ਬਕਾਇਦਾ ਐ ਨੇਕੀ ਦੇ ਹੱਕ ਦੇ ਵਿੱਚ ਕਿਤੇ ਉਹਨੇ ਹਾਂ ਦੇ ਨਾਰੇ ਮਾਰੇ। ਸਹੀ ਗੱਲ। ਉਹ ਤੇ ਮਤਲਬ ਵੀ ਉੱਥੋਂ ਸਾਰੀ ਜਿਹੜੀ ਆ ਕਹਿ ਲਓ ਵੀ ਬਿੱਲੀ ਥੈਲੇ ਚੋਂ ਬਾਹਰ ਆ ਗਈ। ਬਿਲਕੁਲ ਜੀ ਬਿਲਕੁਲ। ਭਈ ਅੱਗੇ ਤੇ ਲੋਕ ਛਿਪ ਕੇ ਸਾਰਾ ਕੁਝ ਹੁੰਦਾ ਸੀ। ਸਹੀ ਗੱਲ। ਵੀ ਜਿਹੜੇ ਦੂਸਰੇ RSS ਵਾਲੇ ਆ ਜਾਂ ਕੈਟਾਂ ਜਿਹੜੀਆਂ ਸੀਗੀਆਂ ਵੀ ਉਹ ਆ ਕੇ ਬਿਨਾਂ ਨਾਮ ਦੱਸਿਆ ਜਾਂ ਉੱਦਾਂ ਵੀ ਉਹ ਬਕਵਾਸ ਕਰ ਜਾਂਦੇ ਹੁੰਦੇ ਸੀ ਰੇਡੀਓ ਤੇ। ਤੇ ਹੁਣ ਜਦੋਂ ਖੁੱਲੇ ਆਮ ਆ ਕੇ ਦੇਖੇ ਵੀ ਉਹ ਹੱਕ ਦੇ ਵਿੱਚ ਨਾਰੇ ਮਾਰਨ ਲੱਗੇ ਆ, ਸਹੀ ਗੱਲ, ਤੇ ਉਦੋਂ ਫਿਰ ਸਾਰਾ ਕੁਝ ਪਤਾ ਲੱਗ ਗਿਆ ਵੀ ਪਿੱਛੇ ਤਾਰਾਂ ਜਿਹੜੀਆਂ ਆ ਵੀ ਉਹ ਕਿੱਥੇ ਕਿੱਥੇ ਜੁੜਦੀਆਂ ਕਿਹਦੀਆਂ ਜਾ ਕੇ। ਬਿਲਕੁਲ ਕੋਈ ਸ਼ੱਕ ਨਹੀਂ। ਸੋ ਅੱਗੇ ਲਿਖਦੇ ਨੇ ਜੀ ਵੀ ਦ ਮੇਨ ਆਰਗੇਨਾਈਜ਼ਰਸ ਆਫ ਦ ਟੋਰਾਂਟੋ ਡੈਮੋਨਸਟ੍ਰੇਸ਼ਨ ਵਰ ਲੀਡਰਸ ਫਰੋਮ ਦੀ ਓਲਡ ਵੈਸਟਰਨ ਰੋਡ ਗੁਰਦੁਆਰਾ ਇਨ ਦ ਸਿਟੀਜ਼ ਵੈਸਟ ਐਂਡ। ਗੁਰਦੁਆਰਾ had been established in 1975 after violent takeover battles at the Gurdwara on Pepe Avenue.
Members of Sikh Gurdwara in Mississauga and smaller groupings from other cities in southern Ontario were also expected at the demonstration, as were a group of people from Chauhan's Khalistan National Front. ਸੋ ਮਤਲਬ ਭਈ ਉਹ ਕੁਛ ਵੀ ਤੁਸੀਂ ਕਰ ਲਓ ਭਈ ਉਹਦੇ ਵਿੱਚ ਸਰਕਾਰ ਦੇ ਬੰਦੇ ਜਿਹੜੇ ਆ ਉਹ ਹੋਣੇ ਹੀ ਹੋਣੇ ਆ। ਜੇ ਤੁਸੀਂ ਖਾਲਿਸਤਾਨ ਦੇ ਹੱਕ ਦੇ ਵਿੱਚ ਨਾਅਰੇ ਲਾ ਰਹੇ ਆ, ਉਹਦੇ ਵਿੱਚ ਸਰਕਾਰ ਨੇ ਆਪਣਾ ਜਿਹੜਾ ਗਰੁੱਪ ਬਣਾ ਕੇ ਛੱਡਿਆ ਹੋਇਆ। ਜੇ ਤੁਸੀਂ ਖਾਲਿਸਤਾਨ ਦੇ ਵਿਰੋਧ ਵਿੱਚ ਨਾਅਰੇ ਲਾ ਰਹੇ ਆ, ਉਹਦੇ ਵਿੱਚ ਵੀ ਸਰਕਾਰ ਦਾ ਜਿਹੜਾ ਆ ਵੀ ਉਹ ਬਣਾ ਕੇ ਛੱਡਿਆ ਹੋਇਆ ਗਰੁੱਪ। ਵੀ ਜਿੱਦਾਂ ਹੁਣ ਵੀ ਆਪਾਂ ਜਿਹੜਾ ਪਿੱਛੇ ਪੜ੍ਹ ਆਏ ਆ ਵੀ ਹੁਣ ਇੱਥੇ ਗੱਲ ਹੋ ਰਹੀ ਆ ਵੀ ਖਾਲਿਸਤਾਨ ਦੇ ਹੱਕ ਦੇ ਵਿੱਚ ਵਾਲੇ ਜਿਹੜੇ ਆ ਉਹ ਹੈਗਾ ਜੀ ਚੌਹਾਨ ਦਾ ਖਾਲਿਸਤਾਨ ਨੈਸ਼ਨਲ ਫਰੰਟ। ਵੀ ਜਿਹੜਾ ਖਾਲਿਸਤਾਨ ਦੇ ਹੱਕ ਦੇ ਵਿੱਚ ਨਾਅਰੇ ਲਾਉਂਦਾ ਸੀ, ਜਿਹਨੂੰ ਕੋਈ ਘਾਹ ਨਹੀਂ ਪਾਉਣ ਦਿਆ, ਪਰ ਜਿੰਨੀ ਦੇਰ ਤੱਕ ਵੀ ਪੰਜਾਬ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਉਹ ਵਿਗੜ ਨਹੀਂ ਗਈ। ਜਦੋਂ ਸਿਚੁਏਸ਼ਨ ਵਿਗੜ ਗਈ ਉਸ ਵੇਲੇ ਫਿਰ ਅਗਲਿਆਂ ਨੂੰ ਲੱਗਿਆ ਭਈ ਜੀ ਸਾਨੂੰ ਤੇ ਆਪਣਾ ਅੱਡ ਮੁਲਕ ਬਣਾਉਣਾ ਪੈਣਾ। ਉਹਦੇ ਲਈ ਉਹਨਾਂ ਨੇ ਪਹਿਲਾਂ ਹੀ ਚੌਹਾਨ ਜਿਹੜਾ ਉਹ ਬਿਠਾਇਆ ਹੋਇਆ ਸੀ, ਇਸ ਕਰਕੇ ਵੀ ਉਹਦੀ ਲੀਡਰਸ਼ਿਪ ਜਿਹੜੀ ਆ ਵੀ ਉਹਦੇ ਥੱਲੇ ਕੰਮ ਹੋਣ ਲੱਗ ਪਿਆ। ਤੇ ਜਿਹੜਾ ਖਾਲਿਸਤਾਨ ਦੇ ਵਿਰੋਧ ਵਾਲਾ ਸੀਗਾ ਉਹ ਆ ਕੁਲਦੀਪ ਸਮਰਾ, ਵੀ ਜਿਹਨੇ ਆਖੇ ਵੀ ਉੱਥੇ ਕੋਰਟ ਦੇ ਅੰਦਰ ਜਾ ਕੇ ਗੋਲੀਆਂ ਚਲਾਈਆਂ, 2 ਬੰਦੇ ਮਾਰੇ ਤੇ ਕਹਿਣ ਨੂੰ ਸਿੱਖਿਆ ਪਰ ਖਾਲਿਸਤਾਨ ਦਾ ਵਿਰੋਧੀ ਆ। ਤੇ ਉੱਦਾਂ ਮਤਲਬ ਵੀ ਜਿਹੜਾ ਪਹਿਲਾਂ ਕਾਮਰੇਡ, ਫਿਰ ਅਖੇ ਦਾੜਾ ਵਧਾ ਕੇ ਤੇ ਗੁਰਦੁਆਰੇ ਦਾ ਖਜ਼ਾਨਚੀ ਬਣ ਗਿਆ, ਫਿਰ ਪ੍ਰਧਾਨ ਬਣਨੇ ਨੂੰ ਹੋਇਆ, ਪ੍ਰਧਾਨ ਨਹੀਂ ਬਣ ਸਕਿਆ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਕਰਤੂਤਾਂ ਵੀ ਉਹ ਸਾਰੀਆਂ ਜਿਹੜੀਆਂ ਆ ਵੀ ਉਹ ਜੇ ਤੁਸੀਂ ਪੈਟਰਨ ਲੈਣਾ ਹੋਵੇ ਵੀ ਆ ਨੇਕੀ ਦੀ ਬੈਕਗਰਾਊਂਡ ਵੇਖ ਲਓ। ਪਹਿਲਾਂ ਕਾਮਰੇਡ ਆ, ਫਿਰ ਦਾੜਾ ਵਧਾ ਲਿਆ, ਫਿਰ ਉੱਥੇ ਗੁਰਦੁਆਰੇ ਸੇਵਾ ਕਰਨ ਲੱਗ ਪਿਆ, ਫਿਰ ਉਡੀਕਦਾ ਰਿਹਾ ਵੀ ਪੱਕਾ ਕਦੋਂ ਹੋ ਜਾਣਾ ਹੈ। ਜਦੋਂ ਪੱਕਾ ਹੋ ਗਿਆ ਉਦੋਂ ਫਿਰ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਵੀ ਪਹਿਲਾਂ 2 ਭਰਾ ਲੜਾਵਾਂ, ਆਪਣੇ ਰੰਗ ਦਿਖਾਉਣੇ ਫਿਰ ਪਹਿਲਾਂ ਭਰਾ ਲੜਾਏ, ਫਿਰ ਇਹ ਵੀ ਉਹਨਾਂ ਨੂੰ ਜਦੋਂ 2 ਧੜੇ ਬਣਾ ਕੇ ਫਿਰ ਉਹਨੂੰ ਇੱਕ ਨੂੰ ਇਹ ਪਾਸੇ ਕੀਤਾ, ਦੂਜੇ ਨੂੰ ਇਹ ਵੀ ਉੱਦਾਂ ਥੱਲੇ ਲਾਇਆ ਤੇ ਉਹ ਤੋਂ ਬਾਅਦ ਆਪ ਪ੍ਰਧਾਨ ਬਣ ਕੇ ਬਹਿ ਗਿਆ। ਤੇ ਜਦੋਂ ਆਪ ਪ੍ਰਧਾਨ ਬਣਿਆ ਆ ਉਹ ਤੋਂ ਬਾਅਦ ਲੋਕ ਕਰਕੇ ਦੇਖ ਲਓ ਪਾਸੇ ਉਹ ਤੋਂ ਪਤਾ ਹੀ ਆ ਸਾਨੂੰ ਸਾਰਾ। ਉਹ ਤੋਂ ਬਾਅਦ ਮਤਲਬ ਵੀ ਕੋਈ ਐਸਾ ਮੌਕਾ ਨਹੀਂ ਜਾਣ ਦਿੰਦਾ ਵੀ ਜਿੱਥੇ ਗੁਰੂ ਪਾਤਸ਼ਾਹੀਆਂ ਬਾਰੇ ਜਾਂ ਕੋਈ ਵੀ ਜਿਹੜਾ ਸਿੱਖ ਆ ਵੀ ਬਾਣੇ ਵਾਲਾ ਬਾਣੀ ਵਾਲਾ ਵੀ ਬਾਣੀ ਦੇ ਖਿਲਾਫ ਵੀ ਬਕਵਾਸ ਕਰਨੀ, ਬਾਣੇ ਦੇ ਖਿਲਾਫ ਵੀ ਬਕਵਾਸ ਕਰਨੀ, ਹਰੇਕ ਜਿਹੜਾ ਪੱਖ ਆ ਸਿੱਖ ਰਹਿਣੀ ਬਹਿਣੀ ਦਾ ਵੀ ਉਹਦੇ ਉੱਤੇ ਬਸ ਮਤਲਬ ਵੀ ਅਟੰਕਣ ਦਾ ਕੋਈ ਵੀ ਮੌਕਾ ਜਿਹੜਾ ਜਾਣ ਨਹੀਂ ਦੇਣਾ। ਉਹ ਸਾਰਾ ਕੁਝ ਜਿਹੜਾ ਆ ਵੀ ਭਾਈ ਵੀ ਉਹ ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਵੀ ਇਹ ਜਿਹੜੀ ਇੰਟੈਲੀਜੈਂਸ ਏਜੰਸੀਆਂ ਦੀ ਪਲੇ ਬੁੱਕ ਆ ਜਿਹੜੀ ਕੈਨੇਡਾ ਦੇ ਵਿੱਚ 80ਵਿਆਂ ਦੇ ਵਿੱਚ ਲਾਗੂ ਕੀਤੀ ਗਈ, ਉਹ ਅੱਜ ਆਲੇ ਦੁਆਲੇ ਦੇਖ ਲਓ ਤੁਹਾਡੇ ਉਹ ਅਜੇ ਵੀ ਉਹੀ ਚੱਲ ਰਹੀ ਹੈ। ਸਹੀ ਗੱਲ ਹੈ ਜੀ। ਉੱਦਾਂ ਹੀ ਉਹ ਹੱਥ ਠੋਕੇ ਬਣਾਏ ਜਾਂਦੇ ਆ, ਉੱਦਾਂ ਹੀ ਉਹਨਾਂ ਨੂੰ ਵਰਤਿਆ ਜਾਂਦਾ। ਟੀਚਾ ਉਹੀ ਹੁੰਦਾ ਵੀ ਸਿੱਖ ਕੌਮ ਨੂੰ ਵੀ ਕਿਤੇ ਵੀ ਕਹਿ ਲਓ ਵੀ ਆਪਸ ਦੇ ਵਿੱਚ ਨਾ ਇਕੱਠੇ ਹੋਣ ਦੇਣਾ ਆ ਤੇ ਨਾ ਇਕੱਠੇ ਹੋ ਕੇ ਵੀ ਕੋਈ ਇਹੋ ਜਿਹਾ ਕੰਮ ਕਰਨ ਦੇਣਾ ਵੀ ਜਿਹੜਾ ਇੰਡੀਆ ਦਾ ਜਿਹੜਾ ਸਰਕਾਰੀ ਏਜੰਡਾ ਆ ਭਈ ਉਹਦੇ ਕਿਤੇ ਮਾੜਾ ਮੋਟਾ ਵੀ ਖਿਲਾਫ ਜਾਂਦਾ ਹੋਵੇ। ਬਿਲਕੁਲ। ਔਰ ਇਹ ਸੋਚ ਕੇ ਵੇਖੋ ਵੀ 80ਵਿਆਂ ਦੇ ਵਿੱਚ ਤੇ ਕਾਂਗਰਸ ਦਾ ਏਜੰਡਾ ਹੈ ਭਈ ਜਿਹੜੀ ਆਪਣਾ ਜਿਹੜਾ ਹਿੰਦੂ ਏਜੰਡਾ ਆ ਉਹਨੂੰ ਲੁਕੋ ਕੇ ਰੱਖ ਦਿੰਦੀ। ਸਹੀ ਗੱਲ ਹੈ। ਅੱਜ RSS ਦਾ ਏਜੰਡਾ ਆ ਭਈ ਜਿਹੜਾ ਉਹ ਕਹਿੰਦੇ ਆ ਵੀ ਜਿਹੜਾ ਹਿੰਦੂ ਇੰਟਰਸਟ ਆ, ਹਿੰਦੂਆਂ ਦਾ ਭਲਾ, ਉਹਦੇ ਵਿੱਚ ਇੰਡੀਆ ਦਾ ਭਲਾ ਆ। ਜੇ ਹਿੰਦੂਆਂ ਦਾ ਕੋਈ ਨੁਕਸਾਨ ਕਰ ਰਿਹਾ ਤੇ ਉਹ ਇੰਡੀਆ ਦਾ ਨੁਕਸਾਨ ਕਰ ਰਿਹਾ। ਨਹੀਂ ਉਹ ਤਾਂ ਕਈ ਭਾਜੀ ਸਰੇਆਮ ਇਹੋ ਜਿਹੀਆਂ ਵੀ ਸਟੇਟਮੈਂਟਾਂ ਦੇ ਚੁੱਕੇ ਆ। ਉਹ ਕਹਿੰਦੇ ਆ ਕਿ ਭਾਈ ਜਿਹੜਾ ਮਤਲਬ ਨੈਸ਼ਨਲ ਮੀਡੀਆ ਦੀ ਮੈਂ ਗੱਲ ਦੱਸਦਾ ਆ, ਉੱਥੇ ਬਹਿ ਕੇ ਜਿਹੜੇ RSS ਦੇ ਪ੍ਰਵਕਤਾ ਹੈਗੇ ਆ ਜਾਂ ਸਪੋਕਸ ਪਰਸਨ ਨੇ ਉਹ ਇੱਥੇ ਤੱਕ ਕਹਿ ਚੁੱਕੇ ਕਿ ਜਿਹੜਾ ਵੀ ਭਾਈ ਇੰਡੀਆ 'ਚ ਰਹਿੰਦਾ ਆ ਉਹ ਹਿੰਦੂ ਆ। ਯਾਨੀ ਕਿ ਹੁਣ ਇਹ ਤੋਂ ਤੁਸੀਂ ਅੰਦਾਜ਼ਾ ਲਾ ਦਿਓ ਕਿ ਉਹਨਾਂ ਦੀ ਮਤਲਬ ਸਾਜ਼ਿਸ਼ ਕਿੱਥੇ ਤੱਕ ਉਹਨਾਂ ਨੇ ਆਪਣੀ ਪਲਾਨ ਬਣਾ ਕੇ ਰੱਖੀ ਹੋਈ ਹੈ ਕਿ ਮਤਲਬ ਜਿਹੜਾ ਇੰਡੀਆ 'ਚ ਰਹਿੰਦਾ ਉਹ ਸਾਰੇ ਹੀ ਹਿੰਦੂ ਹੈਗੇ ਆ, ਬਾਕੀ ਉਸ ਤੋਂ ਬਾਅਦ ਤੁਸੀਂ ਜੋ ਮਰਜ਼ੀ ਹੈ। ਮਤਲਬ ਤੁਸੀਂ ਸਿੱਧਾ ਦੇਖ ਲਓ ਭਈ ਇੱਕ ਤੇ ਮੁਸਲਮਾਨਾਂ ਦਾ ਸੀਗਾ ਔਰੰਗਜ਼ੇਬ ਦਾ ਜਾਂ ਹੋਰ ਜਿਹੜਾ ਆਪਾਂ ਕਹਿੰਦੇ ਆ ਜੀ ਵੀ ਉਹ ਧੱਕੇ ਨਾਲ ਮੁਸਲਮਾਨ ਬਣਾ ਰਹੇ ਜੀ ਭਈ ਉਹ ਬਕਾਇਦਾ ਆਖੇ ਵੀ ਤੁਹਾਨੂੰ ਕਹਿੰਦੇ ਸੀ ਵੀ ਤੁਹਾਨੂੰ ਆਹ ਕਰਨਾ ਪੈਣਾ ਤੇ ਮੁਸਲਮਾਨ ਬਣ ਜਾਓ ਤੇ ਤੁਹਾਡਾ ਸਾਰਾ ਕੁਝ ਜਿਹੜਾ ਠੀਕ ਹੋ ਜਾਣਾ। ਭਈ ਗੁਰੂ ਪਾਤਸ਼ਾਹ ਨੇ ਉਸ ਅਤਿਆਚਾਰ ਦੇ ਖਿਲਾਫ ਵੀ ਇੱਕ ਜਿਹੜਾ ਵੀ ਸਟੈਂਡ ਲਿਆ ਤੇ ਕੌਮ ਜਿਹੜੀ ਪੂਰੀ ਖੜੀ ਕੀਤੀ ਜੀ। ਇੱਧਰ ਇਹ ਨੇ ਹਿੰਦੂ ਐਕਸਟ੍ਰੀਮਿਸਟ ਜਿਹੜੇ ਕਹਿੰਦੇ ਆ ਵੀ ਵਿਦ ਪੈਨ ਸਟ੍ਰੋਕ ਆਫ ਅ ਪੈਨ ਭਈ ਅਸੀਂ ਸਿਰਫ ਲਿਖ ਦਿੱਤਾ ਜਾਂ ਕਹਿ ਦਿੱਤਾ ਵੀ ਤੁਸੀਂ ਸਾਰੇ ਹਿੰਦੂ ਆ। ਹੁਣ ਤੁਸੀਂ ਆਪਣੇ ਆਪ ਨੂੰ ਪ੍ਰੂਵ ਕਰੀ ਚੱਲੋ ਵੀ ਤੁਸੀਂ ਹਿੰਦੂ ਹੈ ਨਹੀਂ ਗੇ। ਬਿਲਕੁਲ ਸਹੀ ਗੱਲ ਹੈ। ਇਹ ਉਹ ਤੋਂ ਵੀ ਘਟੀਆ ਪੱਧਰ ਦਾ ਅਤਿਆਚਾਰ ਆ। ਬਿਲਕੁਲ। ਸੋ ਇਸ ਕਰਕੇ ਭਾਈ ਜੋ ਕੁਝ ਵੀ ਹੋ ਰਿਹਾ ਇਹਨੂੰ ਇਹਦੇ ਅਸਲ ਰੂਪ ਦੇ ਵਿੱਚ ਦੇਖੋ ਤੇ ਅਸਲੀਅਤ ਨੂੰ ਪਛਾਣੋ, ਤਾਂ ਹੀ ਤੁਹਾਨੂੰ ਪਤਾ ਲੱਗਣਾ ਵੀ ਤੁਹਾਨੂੰ ਕਿਵੇਂ ਤੁਹਾਡੇ ਹੀ ਭਲੇ ਦੇ ਜਿਹੜੇ ਕੰਮ ਆ ਉਹਨਾਂ ਦੇ ਅਗੇਂਸਟ ਵਰਤਿਆ ਜਾ ਰਿਹਾ। ਸਹੀ ਗੱਲ। ਸੋ ਅੱਗੇ ਲਿਖਦੇ ਨੇ ਜੀ ਭਈ ਜਿਹੜਾ ਸੀਗਾ ਨਾ ਓਕੇ ਆਰਗੇਨਾਈਜ਼ਰਸ ਮੇਨ ਵੀ ਇਹਦਾ ਖਾਲਿਸਤਾਨ ਜਿਹੜਾ ਚੌਹਾਨ ਦਾ ਖਾਲਿਸਤਾਨ ਨੈਸ਼ਨਲ ਫਰੰਟ। However, the Pepe Gurdwara, then under the control of faction aligned with Osgood Hall killer Kuldeep Singh Samra, ਜਿਹੜਾ ਕਾਗਜ਼ਾਂ ਦੇ ਵਿੱਚ ਖਾਲਿਸਤਾਨ ਦਾ ਕੱਟੜ ਵਿਰੋਧੀ ਸੀਗਾ, had been deliberately left out।
ਵੀ ਉਹਨੂੰ ਇਹ ਬਾਹਰ ਰੱਖਿਆ ਗਿਆ, ਕਿਉਂਕਿ ਜਦੋਂ ਖਾਲਿਸਤਾਨ ਦੇ ਵਿਰੋਧ ਦੀ ਗੱਲ ਆਉਣੀ ਆ ਉਹਦੇ ਵਿੱਚ ਫਿਰ ਉਹਨਾਂ ਨੇ ਮੋਢੀ ਹੋ ਕੇ ਗਾਂਹ ਹੋਣਾ ਹੈ। ਸੋ ਇਸ ਕਰਕੇ ਵੀ ਉਹਨਾਂ ਨੇ ਪਿਆਦੇ ਹਰ ਫਰੰਟ ਦੇ ਰੱਖੇ ਹੋਏ। ਬਿਲਕੁਲ ਬਿਲਕੁਲ, ਜਿਹੜੇ ਫਰੰਟ ਦਾ ਪਿਆਦਾ ਚਾਹੀਦਾ ਉਹਨੂੰ ਮੂਰੇ ਕਰ ਦੇਣਾ। So the mainstream Sikhs viewed the Pepe Gurdwara caretakers as unsympathetic to the belief that the only way the Sikhs could survive in India was by obtaining greater autonomy within and control over their state of Punjab. So ਉੱਥੋਂ ਉਹਨੂੰ ਆਪ ਵੀ ਕਹਿੰਦੇ ਆ ਵੀ ਇਹ ਵੀ ਜਿਹੜਾ ਪੇਪੇ ਗੁਰਦੁਆਰਾ ਸੀਗਾ ਵੀ ਕੁਲਦੀਪ ਸਮਰੇ ਵਾਲਾ ਭਈ ਉਹਨੂੰ ਜਿਹੜਾ ਕਹਿ ਲਓ ਭਈ ਆਜ਼ਾਦ ਪੰਜਾਬ ਆ ਵੀ ਉਹਦਾ ਵਿਰੋਧੀ ਮੰਨਿਆ ਜਾਂਦਾ ਜੀ। Fernandez, then 30 years of age and of East Indian ancestry, and his partner had heard rumblings within the community about a possible confrontation between the feuding Gurdwaras at the demonstration. ਵੀ ਫਰਨਾਂਡੇਜ਼ ਜਿਹੜਾ ਆ ਵੀ ਉਹਦੇ ਪੁਰਖੇ ਜਿਹੜੇ ਆ ਉਹ ਭਾਰਤੀ ਮੂਲ ਦੇ ਸੀਗੇ ਜੀ, ਅਤੇ ਉਹਦਾ ਜਿਹੜਾ ਪਾਰਟਨਰ ਆ ਦੋ ਜਣਿਆਂ ਨੇ ਵੀ ਇਹ ਕਮਿਊਨਿਟੀ ਦੇ ਵਿੱਚ ਵੀ ਅਕਸਰ ਇਹ ਗੱਲਾਂ ਹੁੰਦੀਆਂ ਸੁਣੀਆਂ ਸੀਗੀਆਂ ਵੀ ਜਿਹੜੇ ਗੁਰਦੁਆਰੇ ਆਪਸ 'ਚ ਲੜਦੇ ਪਏ ਆ ਵੀ ਉਹਨਾਂ ਦੀ ਉੱਥੇ ਜਿਹੜੇ ਮੁਜ਼ਾਹਰਾ ਹੋਣਾ ਆ ਵੀ ਉਹਦੇ ਵਿੱਚ ਵੀ ਲੜਾਈ ਦਾ ਚਾਂਸ ਪੂਰਾ ਆ। ਦੇ ਨਿਊ ਦੈਟ ਵਨ ਆਫ ਦੈਮ ਹੈਡ ਟੂ ਗਿਵ ਅਪ ਹਿਜ਼ ਸੰਡੇ ਆਫਟਰਨੂਨ ਟੂ ਅਟੈਂਡ ਦਾ ਈਵੈਂਟ। ਸੋ ਫਰਨਾਂਡੇਜ਼ ਅਤੇ ਉਹਦਾ ਜਿਹੜਾ ਸਾਥੀ ਸੀ ਦੋਵਾਂ ਵਿੱਚੋਂ ਉਹਨਾਂ ਨੇ ਡਿਸਾਈਡ ਕੀਤਾ ਵੀ ਇੱਕ ਜਣਾ ਜਿਹੜਾ ਆ ਵੀ ਉਹ ਮੁਜ਼ਾਹਰੇ ਦੇ ਵਿੱਚ ਸ਼ਾਮਲ ਹੋ ਕੇ ਅਤੇ ਉਹ ਸਾਰਾ ਕੁਝ ਜਿਹੜਾ ਹਰੇਕ ਚੀਜ਼ 'ਤੇ ਨਜ਼ਰ ਰੱਖੂਗਾ। Fernandez, who wanted a day off later in the week, volunteered, although he usually liked to spend his Sunday afternoons relaxing in his high-rise condominium in North Toronto or taking his girlfriend for a drive in the countryside in his BMW. ਚਲੋ ਉਹ ਕਹਿੰਦਾ ਵੀ ਉੱਦਾਂ ਨੋਰਮਲ ਉਹਦਾ ਕੰਮ ਨਹੀਂ ਸੀ ਇਹ ਜੀ ਜੀ, ਪਰ ਉੱਦਣ ਉਹਨੇ ਆਪ ਵੋਲੰਟੀਅਰ ਕੀਤਾ ਵੀ ਕਿਉਂਕਿ ਉਹਨੂੰ ਛੁੱਟੀ ਚਾਹੀਦੀ ਸੀ ਹਫ਼ਤੇ ਦੇ ਕਿਸੇ ਹੋਰ ਦਿਨ ਜੀ। Because of the potential for violence at the demonstration, Fernandez recommended that Metro Police provide a highly visible squad of uniformed officers at Bloor and Yonge to dampen any enthusiasm for a violent outburst. ਜਿਹੜਾ ਬਲੋਰ ਐਂਡ ਯੋਂਗ ਆ ਵੀ ਇਹ ਗਲੀ ਦਾ ਨਾਂ ਆ ਵੀ ਜਿੱਥੇ ਜੀ ਵੀ ਇੰਡੀਆ ਦਾ ਹਾਈ ਕਮਿਸ਼ਨ ਸੀਗਾ ਵੀ ਦਫ਼ਤਰ ਜਿਹਦੇ ਬਾਹਰ ਮੁਜ਼ਾਹਰਾ ਹੋਣਾ ਸੀ, ਅਤੇ ਉਹ ਕਹਿੰਦੇ ਵੀ ਇਹ ਵੀ ਉਹਨੇ ਇਹ ਕਿਹਾ ਵੀ ਫਰਨਾਂਡੇਜ਼ ਨੇ ਵੀ ਜਿਹੜੇ ਵਰਦੀ ਵਾਲੇ ਆ ਪੁਲਿਸ ਵਾਲੇ ਵੀ ਉਹ ਤੈਨਾਤ ਕੀਤੇ ਜਾਣ ਵੀ ਤਾਂ ਕਿ ਵੀ ਉਹਨਾਂ ਨੂੰ ਵੇਖ ਕੇ ਵੀ ਜੇ ਕੋਈ ਹਿੰਸਾ 'ਤੇ ਉਤਾਰੂ ਹੋਇਆ ਜੀ ਅਤੇ ਉਹ ਝਿਜਕ ਜਾਵੇ। But Metro's intelligence branch had not been analyzing the information provided by the ethnic relations squad. ਸੋ ਹੁਣ ਇਹ ਵੇਖੋ ਵੀ ਉਹ ਇਹਨੇ ਰეკਮੈਂਡ ਕੀਤਾ ਸੀਗਾ ਪਰ ਉਹ ਐਨਾਲਾਈਜ਼ ਨਹੀਂ ਕਰ ਰਹੇ ਸਾਰੀ ਜਾਣਕਾਰੀ। So unaware of the potential for violence, police administrators turned down the request for support. ਯਾਨੀ ਕਿ ਵੀ ਜਿਹੜੀ ਉਹਦੀ ਰੈਕਮੈਂਡੇਸ਼ਨ ਸੀਗੀ ਵੀ ਵਰਦੀਧਾਰੀ ਪੁਲਿਸ ਵਾਲੇ ਤੈਨਾਤ ਕਰ ਦਿੱਤੇ ਜਾਣ ਵੀ ਜਿਹੜੀ ਕੋਈ ਹਿੰਸਾ 'ਤੇ ਉਤਾਰੂ ਹੋਵੇ ਵੀ ਉਹ ਝਿਜਕ ਜਾਵੇ ਜੀ, ਅਤੇ ਪਰ ਜਿਹੜੇ ਅਫਸਰ ਸੀਗੇ ਵੀ ਉਹ ਕਿਉਂਕਿ ਅਵੇਅਰ ਨਹੀਂ ਵੀ ਕੀ ਰੈਕਮੈਂਡੇਸ਼ਨ ਆ ਰਹੀਆਂ ਅਤੇ ਕੇਸ ਬੇਸਿਸ ਦੇ ਉੱਤੇ ਆ ਰਹੀਆਂ, ਅਤੇ ਉਹਨਾਂ ਨੇ ਵੀ ਜਿਹੜੇ ਵਰਦੀਧਾਰੀ ਆ ਪੁਲਿਸ ਵਾਲੇ ਵੀ ਉਹਨਾਂ ਨੂੰ ਤੈਨਾਤ ਕਰਨੇ ਤੋਂ ਮਨਾ ਕਰ ਦਿੱਤਾ। ਡੈਮੋਨਸਟ੍ਰੇਸ਼ਨ ਵਾਜ਼ ਬੀਇੰਗ ਹੈਲਡ ਦ ਸੇਮ ਡੇ ਐਜ਼ ਦੀ ਐਨੂਅਲ ਸੈਂਟਾ ਕਲੌਜ਼ ਪਰੇਡ। ਹੁਣ ਉਹਦੇ ਵਿੱਚ ਵੀ ਪੱਕਾ ਆ ਵੀ ਜਦੋਂ ਡੈਮੋਨਸਟ੍ਰੇਸ਼ਨ ਜਿਹੜੀ ਆ ਵੀ ਉਹਦੀ ਤਰੀਕ ਮਿੱਥੀ ਗਈ ਆ ਜੀ, ਉਹਨੂੰ ਜਾਣ ਬੁੱਝ ਕੇ ਵੀ ਭਾਵੇਂ ਉਹ ਜਿਹੜੇ ਇੰਟੈਲੀਜੈਂਸ ਵਾਲੇ ਕਿਉਂਕਿ ਮੈਨੀਪੂਲੇਟ ਕਰਦੇ ਪਏ ਭਾਰਤੀ ਏਜੰਸੀਆਂ ਦੇ, ਸੋ ਉਹਨਾਂ ਨੇ ਜਾਣ ਬੁੱਝ ਕੇ ਸੈਂਟਾ ਕਲੌਜ਼ ਦੇ ਪਰੇਡ ਵਾਲੇ ਦਿਨ ਦੀ ਜਿਹੜੀ ਤਰੀਕ ਆ ਵੀ ਉਹ ਜਾਣ ਬੁੱਝ ਕੇ ਇਹਨਾਂ ਤੋਂ ਵੀ ਮੁਜ਼ਾਹਰੇ ਦੀ ਵੀ ਡੇਟ ਉਹੀ ਰਖਾਈ ਹੋ, ਕਿਉਂਕਿ ਉਹ ਚਾਹੁੰਦੇ ਸੀਗੇ ਵੀ ਜੋ ਉੱਥੇ ਹੋਣਾ ਆ ਵੀ ਉਹ ਸਾਰਾ ਕੁਝ ਜਿਹੜਾ ਆ ਵੀ ਨਾਲੇ ਬਲਕਿ ਵੀ ਕਿੱਦਾਂ ਜਿਹੜਾ ਸਰਕਾਰੀ ਤੰਤਰ ਆ ਕੈਨੇਡਾ ਦਾ ਉਹ ਕਿਹੜੇ ਬੇਸਿਸ ਦੇ ਉੱਤੇ ਫੈਸਲੇ ਕਰਦਾ। ਸੋ ਉਹ ਸਾਰਾ ਕੁਝ ਕੰਸੀਡਰ ਕਰਕੇ ਅਗਲਿਆਂ ਨੇ ਵੀ ਉਸ ਹਿਸਾਬ ਨਾਲ ਵੀ ਮੁਜ਼ਾਹਰਾ ਜਿਹੜਾ ਉਹ ਰਖਾ ਦਿੱਤਾ, ਕਿਉਂਕਿ ਅਦਰਵਾਈਜ਼ ਕੋਈ ਫਰਕ ਨਹੀਂ ਪੈਂਦਾ ਵੀ ਜਿਹੜਾ ਮੁਜ਼ਾਹਰਾ ਆ ਉਹ ਇੱਕ ਦਿਨ ਪਹਿਲਾਂ ਹੋ ਜਾਵੇ ਪਰੇਡ ਤੋਂ ਜਾਂ ਇੱਕ ਦਿਨ ਬਾਅਦ 'ਚੋਂ ਹੋ ਜਾਵੇ ਜੀ। ਸੋ ਉਹ ਕਲੀਅਰ ਉਹ ਇੱਥੋਂ ਵੀ ਹੋ ਜਾਂਦਾ ਵੀ ਇਹ ਸਾਰਾ ਕੁਝ ਜਿਹੜਾ ਵੀ ਕਿੱਦਾਂ ਕੌਮ ਨੂੰ ਮੈਨੀਪੂਲੇਟ ਕੀਤਾ ਜਾ ਰਿਹਾ ਹੈ। Crowd and traffic control for the tens of thousands of adults and children who would jam the parade route through downtown Toronto was considered a higher priority than a gathering of Sikhs. When Fernandez arrived for the demonstration, he was shocked to find just 2 uniformed officers leaning against the side of a yellow police cruiser and paying little attention to the Sikhs as they assembled.
ਸੋ ਮਤਲਬ ਵੀ ਸਿਚੁਏਸ਼ਨ ਆ ਸੀਗੀ ਵੀ ਜਿਹੜੀ ਪੁਲਿਸ ਮਹਿਕਮਾ ਸਾਰਾ ਆ ਵੀ ਉਹਦਾ ਧਿਆਨ ਹੈਗਾ ਆ ਸੈਂਟਾ ਪਰੇਡ ਦੇ ਉੱਤੇ ਜੀ, ਵੀ ਜਿਹਦੇ ਵਿੱਚ ਹਜ਼ਾਰਾਂ ਬੰਦਿਆਂ ਨੇ, ਨਿਆਣੇ ਤੇ ਮਾਪੇ ਉਹਨਾਂ ਨੇ ਸ਼ਾਮਲ ਹੋਣਾ ਹੈ। ਤੇ ਉਧਰੋਂ ਜਦੋਂ ਇਹ ਫਰਨਾਂਡਿਸ ਪਹੁੰਚਿਆ ਉੱਥੇ ਵੀ ਜਿੱਥੇ ਸਿੱਖਾਂ ਦਾ ਨੇ ਮੁਜ਼ਾਹਰਾ ਕਰਨਾ ਆ, ਉੱਥੇ ਉਹਨੇ ਵੇਖਿਆ ਵੀ ਸਿਰਫ 2 ਜਿਹੜੇ ਵਰਦੀਧਾਰੀ ਪੁਲਿਸ ਵਾਲੇ ਆ ਵੀ ਉਹ ਗੱਡੀ ਦੇ ਨਾਲ ਲੱਗੇ ਐ ਢਾਸ ਲਾ ਕੇ ਤੇ ਖੜੇ ਆ। ਤੇ ਉਹ ਵਾਪੀ ਉਹ ਹੈਰਾਨ ਰਹਿ ਗਿਆ ਵੀ ਇਹ ਕੀ ਹੋ ਰਿਹਾ, ਵੀ ਮੈਂ ਹੈਗਾ ਵੀ ਰეკਮੈਂਡ ਕੀਤਾ ਵੀ ਆਹ ਕਰੋ, ਤੇ ਉਹਦਾ ਨਤੀਜਾ ਆਹ ਆਇਆ। ਸੋ ਸਟੈਂਡਿੰਗ ਅਟੋਪ ਦਾ ਸਟੈਪਸ that led to the office tower's entrance, Fernandez watched as a crowd of about 200 Sikhs slowly gathered. Some carried placards heaping abuse on Prime Minister Indira Gandhi. Others demanded greater autonomy for the Sikh state of Punjab. Several faces were familiar to Fernandez. So 200 ਬੰਦਾ ਜਿਹੜਾ ਆ ਵੀ ਉਹ ਇਕੱਠਾ ਹੋਇਆ ਉੱਥੇ ਮੁਜ਼ਾਹਰੇ ਲਈ। ਉਹਨਾਂ ਦੇ ਵਿੱਚੋਂ ਕਈਆਂ ਨੂੰ ਫਰਨਾਂਡਿਸ ਜਿਹੜਾ ਆ ਵੀ ਉਹਨਾਂ ਦੀਆਂ ਸ਼ਕਲਾਂ ਪਛਾਣਦਾ ਸੀ। ਤੇ ਜਿਹੜੇ ਉਹਨਾਂ ਨੇ ਆਪਣਾ ਚੱਕੇ ਹੋਏ ਸੀਗੇ ਪਲੈਕਾਰਡਸ ਜੀ, ਉਹ ਉਹਨਾਂ ਦੇ ਉੱਤੇ ਨਾਅਰੇ ਲਿਖੇ ਸੀ। ਕਿਸੇ ਦੇ ਉੱਤੇ ਇੰਦਰਾ ਗਾਂਧੀ ਨੂੰ ਗਾਲਾਂ ਕੱਢੀਆਂ ਸੀ ਤੇ ਕਿਸੇ ਦੇ ਉੱਤੇ ਆਜ਼ਾਦ ਜਿਹੜਾ ਪੰਜਾਬ ਆ ਵੀ ਉਹਦੀ ਮੰਗ ਕੀਤੀ ਜਾ ਰਹੀ ਸੀ। A few of the Sikh leaders came up the steps and told Fernandez that they had a petition to deliver to the Consul General listing their demands for political changes in Punjab. ਉਹ ਕਹਿੰਦੇ ਵੀ ਸਾਡੇ ਕੋਲ ਪਟੀਸ਼ਨ ਆ ਇੱਕ ਵੀ ਜਿਹੜੀ ਅਸੀਂ ਉਹਦੇ ਹੱਥ ਫੜਾਉਣੀ ਆ ਵੀ ਜਿਹੜਾ ਇੰਡੀਆ ਦਾ ਕੌਂਸਲ ਆ ਜੀ, ਵੀ ਜਿਹਦੇ ਵਿੱਚ ਅਸੀਂ ਉਹ ਜਿਹੜੀਆਂ ਸਾਡੀਆਂ ਮੰਗਾਂ ਨੇ ਵੀ ਪੰਜਾਬ ਦੇ ਵਿੱਚ ਕੀ ਬਦਲਾਅ ਲਿਆਂਦੇ ਜਾਣ ਤੇ ਉਹ ਸਾਰਾ ਕੁਝ ਜਿਹੜਾ ਵੀ ਉਹ ਲਿਖਿਆ। The policeman said he would act as an intermediary and went upstairs to the consulate. ਹੁਣ ਫਰਨਾਂਡਿਸ ਜਿਹੜਾ ਆ ਉਹ ਕਹਿੰਦਾ ਵੀ ਠੀਕ ਆ ਵੀ ਮੈਂ ਤੁਹਾਡਾ ਵੀ ਮਾਧਿਅਮ ਬਣ ਜਾਣਾ, ਵੀ ਮੈਂ ਤੁਹਾਡੇ ਬਿਹਾਫ ਦੇ ਉੱਤੇ ਜਾ ਕੇ ਤੇ ਜਿਹੜਾ ਹਾਈ ਕਮਿਸ਼ਨ ਆ ਵੀ ਉਹਨਾਂ ਗੱਲ ਕਰ ਆਉਣਾ। The only consular official in the office at first refused to move, but was eventually persuaded by Fernandez at least to meet with a small delegation and accept the harmless petition. So ਪਹਿਲਾਂ ਤੇ ਉਹ ਕਹਿੰਦਾ ਵੀ ਇਹ ਵੀ ਜਿਹੜਾ ਇੱਕੋ ਇੱਕ ਬੰਦਾ ਸੀਗਾ ਉੱਥੇ ਦਫ਼ਤਰ ਦੇ ਵਿੱਚ ਤੇ ਉਹਨੇ ਸਾਫ਼ ਹੀ ਮਨਾ ਕਰ ਦਿੱਤਾ ਵੀ ਮੈਂ ਤਾਂ ਨਹੀਂ ਮਿਲਦਾ। ਪਰ ਜਦੋਂ ਇਹਨੇ ਜ਼ੋਰ ਪਾਇਆ ਫਰਨਾਂਡਿਸ ਨੇ ਤੇ ਫਿਰ ਉਹ ਚਲੋ ਰਾਜੀ ਹੋ ਗਿਆ ਵੀ ਮੈਂ ਥੋੜੇ ਬੰਦਿਆਂ ਨੂੰ ਮਿਲ ਲੈਣਾ ਵੀ ਜਿਹੜੀ ਹਾਰਮਲੈਸ ਪਟੀਸ਼ਨ ਆ ਵੀ ਜੋ ਉਹ ਫੜਾਉਣਾ ਚਾਹੁੰਦੇ ਮੈਂ ਫੜ ਲੈਣਾ। ਤੇ meanwhile the protesters had become more agitated, spilling from the sidewalk onto the road, blocking traffic. The two uniformed officers quietly kept their distance. ਸੋ ਵੀ ਇੱਕ ਤਾਂ ਇਹ ਵੀ ਜਿਹੜਾ ਮੁਜ਼ਾਹਰਾ ਹੋ ਰਿਹਾ ਸੀਗਾ ਵੀ ਉਹ ਉੱਥੇ ਸਾਈਡਵਾਕ ਤੇ ਫੁੱਟਪਾਥ ਦੇ ਉੱਤੇ ਰਹਿੰਦਾ ਜੀ, ਤੇ ਜਦੋਂ ਹੌਲੀ ਹੌਲੀ ਗਿਣਤੀ ਵਧੀ ਤਾਂ ਉਹ ਜਿਹੜੀ ਟ੍ਰੈਫਿਕ ਸੀਗੀ ਵੀ ਉਹ ਬਲੌਕ ਹੋਣ ਲੱਗ ਪਈ। ਪਰ ਜਿਹੜੇ 2 ਵਰਦੀਧਾਰੀ ਪੁਲਿਸ ਵਾਲੇ ਸੀਗੇ ਵੀ ਉਹਨਾਂ ਨੇ ਕੋਈ ਵਿੱਚ ਇੰਟਰਵੀਨ ਨਹੀਂ ਕੀਤਾ, ਕੋਈ ਦਖਲ ਨਹੀਂ ਦਿੱਤਾ, ਉਹ ਚੁੱਪ ਕਰਕੇ ਸਾਈਡ ਦੇ ਉੱਤੇ ਖੜੇ ਦੇਖਦੇ ਰਹੇ ਜੀ। ਸੋ ਵੈਨ ਫਰਨਾਂਡਿਸ ਰਿਟਰਨਡ ਆਊਟਸਾਈਡ ਦੇਅਰ ਵਾਜ਼ ਅ ਰੂਡ ਸ਼ੌਕ ਅਵੇਟਿੰਗ ਹਿਮ। ਮੈਂਬਰਸ ਆਫ ਦਾ ਪੈਪੇ ਗੁਰਦੁਆਰਾ had gate crashed the demonstration and were confronting the others. ਹੁਣ ਉਹ ਹੈਗੇ ਆ ਖਾਲਿਸਤਾਨ ਦੇ ਵਿਰੋਧੀ, ਜਿਹੜੇ ਮੁਜ਼ਾਹਰਾ ਕਰਨ ਵਾਲੇ ਆ ਉਹ ਹੈਗੇ ਖਾਲਿਸਤਾਨ ਦੇ ਹਮਾਇਤੀ। ਸੋ ਉਹਨਾਂ ਨੂੰ ਜਿਹੜੇ ਵਿਰੋਧੀ ਆ ਧਿਰ ਉਹ ਆ ਕੇ ਉੱਥੇ ਤੇ ਜਿਹੜੇ ਹੱਕ ਵਾਲੇ ਆ ਉਹਨਾਂ ਦੇ ਨਾਲ ਝਗੜਨ ਲੱਗ ਪਏ। ਸੋ ਮਤਲਬ ਦੇਖੋ ਵੀ ਉਹ ਕਿਸ ਹਿਸਾਬ ਨਾਲ ਜਿਹੜੇ ਪਿਆਦੇ ਉਹਨਾਂ ਨੇ ਤਿਆਰ ਕੀਤੇ ਆ ਵੀ ਉਹਨਾਂ ਨੂੰ ਕਿਵੇਂ ਆਖੇ ਵੀ ਉਹ ਵਰਤਦੇ ਆ ਸਰਕਾਰੀ। ਫਿਰ ਜਦੋਂ ਉੱਥੇ ਮਤਲਬ ਵੀ ਜਿਹੜਾ ਝਗੜਾ ਵੀ ਉਹ ਤੁਰ ਪਿਆ, they were not shouting pro Khalistan or anti Indira Gandhi slogans. Many of them members of Samra's East India Defence Committee and the East Indian Workers Association were vociferously voicing pro India slogans. So ਮਤਲਬ ਵੀ ਹੁਣ ਤੁਸੀਂ ਇਹ ਪ੍ਰਵੋਕ ਕਰ ਰਹੇ ਆ ਬਿਲਕੁਲ, ਕਿਉਂਕਿ ਹੁਣ ਤੁਸੀਂ ਇਹ ਦੇਖੋ ਵੀ ਠੀਕ ਆ ਵੀ ਤੁਹਾਡਾ ਹੱਕ ਹੋਊਗਾ ਪਰ ਤੁਸੀਂ ਸਾਡੀ ਡੈਮੋਨਸਟ੍ਰੇਸ਼ਨ ਦੇ ਵਿੱਚ ਕਿਉਂ ਦਖਲ ਦਓਗੇ, ਤੁਸੀਂ ਆਪਣੀ ਕਰ ਲਓ। ਬਿਲਕੁਲ। ਸੋ ਉਹੀ ਇੱਥੇ ਜਿਹੜਾ ਤਰੁਣ ਮੈਦਾਨ ਵਾਲਾ ਡਰਾਮਾ ਸੀਗਾ ਵੀ ਜਦੋਂ ਉਹ ਸਾਰਾ ਲਾਲ ਕਿਲ੍ਹੇ ਤੇ ਝੰਡਾ ਚਲਾਣੇ ਵਾਲਾ ਹੋਇਆ ਆ ਭਈ ਉੱਥੇ ਇਹਨਾਂ ਨੇ ਬਹਾਨਾ ਬਣਾ ਕੇ ਤਰੁਣ ਮੈਦਾਨ ਨੇ ਤੇ ਇਹਦੇ ਗਰੁੱਪ ਨੇ ਸਾਰੇ ਨੇ ਵੀ ਬਕਾਇਦਾ ਇੱਕ ਡੈਮੋਨਸਟ੍ਰੇਸ਼ਨ ਕੀਤੀ ਜਿਹਦੇ ਵਿੱਚ ਹਰਿਆਣਵੀਆਂ ਨੂੰ ਨਾਲ ਲਿਆ ਤੇ ਹੋਰਾਂ ਨੂੰ ਲਿਆ ਵੀ ਜਦ ਕਿ ਉੱਥੇ ਜਿਹੜੀ ਦਿੱਲੀ ਦੇ ਵਿੱਚ ਹੋ ਰਹੀ ਆ ਉਹਦੇ ਵਿੱਚ ਹਰਿਆਣਵੀ ਜਾਟ ਤੇ ਯੂਪੀ ਦੇ ਹੋਰ ਸਾਰੇ ਬੰਦੇ ਜਿਹੜੇ ਇਕੱਠੇ ਹੋ ਕੇ ਉਹ ਕਰ ਰਹੇ ਕਿਉਂਕਿ ਸਾਰਿਆਂ ਦੇ ਉੱਤੇ ਇੱਕੋ ਜਿਹਾ ਅਸਰ ਹੋਣਾ ਉਹ ਕਾਨੂੰਨਾਂ ਜਿਨ੍ਹਾਂ ਦਾ ਵਿਰੋਧ ਹੋ ਰਿਹਾ। ਪਰ ਇੱਥੇ ਉਹਨਾਂ ਨੇ ਹਰਿਆਣਵੀ ਜਿਹੜੇ ਆ ਵੀ RSS ਦੇ ਸਿਖਾਏ ਹੋਏ ਉਹਨਾਂ ਨੂੰ ਤੇ ਹੋਰਾਂ ਨੂੰ ਨਾਲ ਲੈ ਕੇ ਤੇ ਸਿੱਖਾਂ ਨੂੰ ਟਾਰਗੇਟ ਕੀਤਾ। ਬਿਲਕੁਲ। ਸੋ ਉਹ ਸਾਰਾ ਕੁਝ ਜਿਹੜਾ ਆਹ ਹੀ ਪਲੇਬੁੱਕ ਜਿਹੜੀ ਆ ਉਹਨੂੰ ਹੀ ਵਰਤਿਆ ਜਾ ਰਿਹਾ।
ਸੋ ਉਹ ਚੀਜ਼ਾਂ ਜਿਹੜੀਆਂ ਵੀ ਸਾਡੇ ਇਹ ਵੀ ਦੁਬਾਰਾ ਇਸੇ ਕਰਕੇ ਇਹ ਪੜ੍ਹਨੇ ਦਾ ਫਾਇਦਾ ਆ ਔਰ ਇਸੇ ਕਰਕੇ ਵਿਚਾਰਨੇ ਵਾਲੀਆਂ ਆ। ਸਹੀ ਗੱਲ। ਔਰ ਉਹੋ ਜਿਹੜੀ ਬਕਵਾਸ ਕਾਨੂੰਨਾਂ ਦੇ ਵਿਰੋਧ ਕਰਨੇ ਵਾਲਿਆਂ ਦੇ ਖਿਲਾਫ ਵੀ ਕੀਤੀ ਜਾ ਰਹੀ ਮੈਦਾਨ ਵੱਲੋਂ ਉਹੀ ਨੇਕੀ ਕਰਦਾ ਰਿਹਾ ਬਿਲਕੁਲ ਰੇਡੀਓ ਤੋਂ। ਬਿਲਕੁਲ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਇਸ ਹਿਸਾਬ ਦੇ ਨਾਲ ਜੁੜਦਾ ਆ ਬਿਲਕੁਲ ਭਈ ਕਿਵੇਂ ਇਹ ਇੱਕੋ ਹੀ ਥਾਂ ਤੋਂ ਇਹਨਾਂ ਦੀਆਂ ਤਾਰਾਂ ਖਿੱਚੀਆਂ ਜਾ ਰਹੀਆਂ ਤੇ ਕਿੱਦਾਂ ਇਹਨਾਂ ਨੂੰ ਵੀ ਜਿਹੜਾ ਸਰਕਾਰੀ ਏਜੰਡਾ ਆ ਵੀ ਉਹਦੇ ਲਈ ਕਿਵੇਂ ਵਰਤਿਆ ਜਾਂਦਾ। So the focus of the demonstration shifted from the consulate as the opposing factions began pushing and shoving। ਯਾਨੀ ਕਿ ਵੀ ਉਹ ਜਿਹੜਾ ਫੋਕਸ ਹੈਗਾ ਬਜਾਏ ਕੌਂਸਲੇਟ ਦੇ ਅਗੇਂਸਟ ਮੁਜ਼ਾਹਰਾ ਕਰਨੇ ਦਾ ਮੂਵ ਹੋ ਗਿਆ। ਉਹ ਆਪਸ ਦੇ ਵਿੱਚ ਜਿਹੜੇ ਦੋ ਧੜੇ ਸੀਗੇ ਉਹ ਇੱਕ ਦੂਜੇ ਨੂੰ ਭਈ ਦੇ ਖਿਲਾਫ ਜਿਹੜਾ ਆ ਵੀ ਉਹ ਨਾਅਰੇ ਲਾਉਣੇ ਤੇ ਇੱਕ ਦੂਜੇ ਨੂੰ ਧੱਕੇ ਧੁੱਕੇ ਮਾਰਨੇ ਦੇ ਹੱਲ ਨੂੰ ਹੋ ਗਿਆ। ਜੀ ਜੀ। During the melee, 60-year-old Dara Singh Bains was shoved to the ground. His turban knocked off. The conflict escalated quickly, growing more vocal and increasingly violent until suddenly there was the sound of gunfire. So ਮਤਲਬ ਇਹ ਹਿਸਾਬ ਨਾਲ ਉਹਨੇ ਕੀਤਾ ਪਹਿਲਾਂ ਤੇ ਵੀ ਉਹ ਗਰੁੱਪ ਭਈ ਜਿਹਦਾ ਕੋਈ ਲੈਣਾ ਦੇਣਾ ਨਹੀਂ ਪਹਿਲਾਂ ਉਹ ਆਇਆ ਸਰਕਾਰੀ ਸ਼ਹਿ ਦੇ ਉੱਤੇ ਕਿਉਂਕਿ ਉਹ ਸਰਕਾਰ ਦੇ ਹੱਕ 'ਚ ਨਾਅਰੇ ਲਾਉਣੇ ਵਾਲਾ ਆਇਆ। ਉਹ ਤੋਂ ਬਾਅਦ ਫਿਰ ਵੀ ਬਕਾਇਦਾ ਟਾਰਗੇਟ ਕਰਕੇ ਵੀ ਇੱਕ ਜਿਹੜਾ 60 ਸਾਲਾਂ ਦਾ ਬਜ਼ੁਰਗ ਆਦਮੀ ਆ ਦਾਰਾ ਸਿੰਘ ਬੈਂਸ ਵੀ ਉਹਨੂੰ ਧੱਕਾ ਮਾਰਿਆ ਗਿਆ, ਉਹਨੂੰ ਥੱਲੇ ਸੁੱਟਿਆ ਗਿਆ, ਉਹਦੀ ਪੱਗ ਲਾਤੀ ਗਈ। ਸੋ ਉਹ ਜਿਹੜੇ ਕੋਈ ਸਿੱਖ ਹੈਗੇ ਉਹਨਾਂ ਨੂੰ ਗੁੱਸਾ ਆਇਆ ਵਿੱਚ ਵੀ ਉਹ ਚਲੋ ਜੀ ਵੀ ਉਹ ਤੋਂ ਬਾਅਦ ਫਿਰ ਜਿਹੜੀ ਆ ਵੀ ਉਹ ਜਦੋਂ ਆਪਸ ਦੇ ਵਿੱਚ ਗੁੱਥਮ ਗੁੱਥਾ ਹੋ ਗਏ ਤੇ ਫਿਰ ਗੋਲੀ ਚੱਲ ਗਈ। ਸੋ ਦਾ ਇੰਟਰਸੈਕਸ਼ਨ ਹੈਡ ਬਿਕਮ ਈਵਨ ਮੋਰ ਕਰਾਊਡਡ ਐਜ਼ ਪੀਪਲ ਲੀਵਿੰਗ ਦੀ just ended Santa Claus parade moved towards the Yongbloor subway entrance। ਹੁਣ ਮਤਲਬ ਵੀ ਗੋਲੀ ਚਲਾਉਣ ਦਾ ਮੌਕਾ ਵੀ ਉਹਨਾਂ ਨੇ ਉਸ ਹਿਸਾਬ ਨਾਲ ਚੁਣਿਆ ਬਿਲਕੁਲ। ਭਈ ਜਦੋਂ ਉਹਨਾਂ ਨੂੰ ਪਤਾ ਆ ਵੀ ਸੈਂਟਾ ਪਰੇਡ ਖਤਮ ਹੋ ਜਾਣੀ ਆ ਉਧਰੋਂ ਜਿਹੜਾ ਦੂਸਰਾ ਲੋਕਾਂ ਦੀ ਭੀੜ ਆ ਉਹਨੇ ਇੱਧਰ ਨੂੰ ਆਉਣਾ ਆ ਉਦੋਂ ਗੋਲੀ ਚਲਾਤੀ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਪੂਰੀ ਜਿਹੜੀ ਪਲੈਨਿੰਗ ਆ ਸਰਕਾਰੀ ਪੱਧਰ ਦੇ ਉੱਤੇ ਵੀ ਉਹਦੇ ਵੱਲ ਨੂੰ ਇਸ਼ਾਰਾ ਕਰਦੀ ਆ ਵੀ ਇਹ ਚੀਜ਼ਾਂ ਜਿਹੜੀਆਂ ਆ ਵੀ ਜਦੋਂ ਸਰਕਾਰਾਂ ਏਜੰਸੀਆਂ ਸਿਖਾਏ ਹੋਏ ਜਿਹੜੇ ਪਿਆਦੇ ਉਹ ਬਹਿ ਕੇ ਜਦੋਂ ਕੋਈ ਕਹਿ ਲਓ ਪਲਾਨ ਬਣਾਉਂਦੇ ਆ ਸੋ ਐਦਾਂ ਉਹ ਪਲਾਨ ਫਿਰ ਬਣਾਉਂਦੇ ਆ। ਸੋ ਅੱਗੇ ਫਿਰ ਉਹ ਲਿਖਦੇ ਆ ਭਈ ਦ ਸਾਊਂਡ ਆਫ ਗਨ ਫਾਇਰ ਕ੍ਰੀਏਟਡ ਮਾਸ ਪੈਨਿਕ ਯਾਨੀ ਕਿ ਭਗਦੜ ਮਚ ਗਈ। ਟੋਰਾਂਟੋ ਸਟਾਰ ਰਿਪੋਰਟਰ ਟਿਮ ਹਾਰਪਰ ਅਸਾਈਨਡ ਟੂ ਕਵਰ ਦ ਡੈਮੋਨਸਟ੍ਰੇਸ਼ਨ ਰੋਟ ਇਨ ਦੀ ਨੈਕਸਟ ਡੇਜ਼ ਨਿਊਜ਼ਪੇਪਰ the panic comes at you in a wave in that split second when you don't know which way to run but I never saw him the gunman and that is the most frightening aspect of being trapped in a panicked crowd। ਉਹ ਨਾ ਉਹ ਕਿਸੇ ਨੂੰ ਪਤਾ ਵੀ ਗੋਲੀ ਚਲਾਈ ਕਿਹਨੇ ਆ ਤੇ ਉਧਰੋਂ ਅਖੇ ਵੀ ਭਗਦੜ ਮਚ ਗਈ, ਕਿਸੇ ਨੂੰ ਕੁਝ ਨਹੀਂ ਪਤਾ ਵੀ ਕਿੱਧਰ ਨੂੰ ਦੌੜੀਏ ਕਿਉਂਕਿ ਕੁਝ ਨਹੀਂ ਪਤਾ ਵੀ ਭੀੜ ਨੇ ਕਿੱਧਰ ਨੂੰ ਧੱਕਣਾ। ਸੋ ਉਹ ਮਤਲਬ ਵੀ ਹਾਲਤ ਜਿਹੜੀ ਆ ਵੀ ਉਹ ਫਿਰ ਅਗਲੇ ਦਿਨ ਦੀ ਅਖਬਾਰ ਦੇ ਵਿੱਚ ਵੀ ਜਿਹੜਾ ਉਦੋਂ ਦਾ ਜਰਨਲਿਸਟ ਸੀਗਾ ਟਿਮ ਹਾਰਪਰ ਉਹਨੇ ਟੋਰਾਂਟੋ ਸਟਾਰ ਨਾਂ ਦੀ ਅਖਬਾਰ ਦੇ ਵਿੱਚ ਲਿਖਿਆ ਫਰਨਾਂਡੇਜ਼ ਰਿਐਕਟਿੰਗ ਟੂ ਦੀ ਗਨ ਸ਼ਾਟਸ ਰਾਦਰ ਦੈਨ ਟੂ ਦਾ ਕਰਾਊਡ ਇਮੀਡੀਏਟਲੀ ਸਪੋਟਡ ਦਾ ਗਨਮੈਨ ਫੌਜਾ ਸਿੰਘ ਬੈਂਸ। ਸੋ ਉਹਨੇ ਫਰਨਾਂਡੇਜ਼ ਨੇ ਝਟ ਪਛਾਣ ਲਿਆ ਵੀ ਗਨਮੈਨ ਕੌਣ ਆ, ਕਿਹਨੇ ਗੋਲੀ ਚਲਾਈ ਆ। ਵਾਈਸ ਪ੍ਰੈਜ਼ੀਡੈਂਟ ਆਫ ਦਾ ਓਲਡ ਵੈਸਟਰਨ ਰੋਡ ਗੁਰਦੁਆਰਾ ਐਂਡ ਸਨ ਆਫ ਦਾਰਾ ਸਿੰਘ ਜਿਹਨੂੰ ਧੱਕਾ ਮਾਰਿਆ ਗਿਆ, ਜਿਹਨੂੰ ਥੱਲੇ ਸੁੱਟਿਆ ਗਿਆ, ਜਿਹਦੀ ਪੱਗ ਲੱਥੀ ਆ, ਉਹਦਾ ਮੁੰਡਾ ਫੌਜਾ ਸਿੰਘ ਬੈਂਸ ਉਹਨੇ ਗੋਲੀ ਚਲਾਈ। He looked towards the uniformed officers but they had run the other way। ਯਾਨੀ ਫਰਨਾਂਡੇਜ਼ ਨੇ ਜਦੋਂ ਦੇਖਿਆ ਵੀ ਵਰਦੀਧਾਰੀ ਪੁਲਿਸ ਵਾਲਿਆਂ ਵੱਲ ਉਹ ਤਾਂ ਦੌੜ ਕੇ ਪਾਸੇ ਹੋ ਗਏ ਸੀ। ਟੇਕਿੰਗ ਓਵਰ ਬਿਹਾਈਂਡ ਦਾ ਕਰੂਜ਼ਰ ਵੀ ਟੇਕਿੰਗ ਕਵਰ ਬਿਹਾਈਂਡ ਦਾ ਕਰੂਜ਼ਰ ਵੀ ਜਿਹੜਾ ਉਹਨਾਂ ਦੇ ਕੋਲੇ ਪੁਲਿਸ ਵਾਲਿਆਂ ਦੀ ਜਿਹੜੀ ਗੱਡੀ ਸੀਗੀ ਵੀ ਉਹਦੇ ਪਿੱਛੇ ਉਹ ਲੁੱਕ ਗਏ। ਦੇਅਰ ਸਰਵਿਸ ਰਿਵਾਲਵਰਸ ਡਰਾਨ ਐਂਡ ਟ੍ਰੇਨਡ ਯੂਜ਼ਲੈਸਲੀ ਔਨ ਦਾ ਫਲੀਇੰਗ ਕਰਾਊਡ। ਸੋ ਉਹਨਾਂ ਦੀਆਂ ਜਿਹੜੀਆਂ ਸੀਗੀਆਂ ਰਿਵਾਲਵਰ ਵੀ ਗਨ ਜਿਹੜੀਆਂ ਸੀਗੀਆਂ ਉਹਨਾਂ ਕੋਲੇ ਵੀ ਉਹ ਉਹਨਾਂ ਨੇ ਕੱਢੀਆਂ ਹੋਈਆਂ ਸੀ ਤੇ ਉਹ ਜਿਹੜੀ ਭੀੜ ਸੀਗੀ ਉਹਦੇ ਵੱਲ ਉਹਨਾਂ ਨੇ ਤਾਣੀਆਂ ਹੋਈਆਂ ਸੀ ਪਰ ਗੋਲੀ ਕਿੱਥੇ ਚਲਾਉਣੀ ਸੀ ਉਹਨਾਂ ਨੇ। ਬੈਂਸ ਹੈਡਨਟ ਸਟਾਪਡ ਫਾਇਰਿੰਗ। ਆਈ ਸ਼ਾਬਾਸ਼। ਸੋ ਬੈਂਸ ਜਿਹੜਾ ਉਹ ਅਜੇ ਵੀ ਜਿਹੜਾ ਫੌਜਾ ਸਿੰਘ ਬੈਂਸ ਆ ਵੀ ਅਜੇ ਵੀ ਗੋਲੀਆਂ ਚਲਾ ਰਿਹਾ ਹੈ। ਫਰਨਾਂਡੇਜ਼ ਡਰੂ ਹਿਜ਼ .38 ਕੈਲੀਬਰ ਰਿਵਾਲਵਰ ਫਰੋਮ ਦਾ ਸ਼ੋਲਡਰ ਹੋਲਸਟਰ ਬਨੀਥ ਹਿਜ਼ ਸੂਟ ਕੋਟ। ਸੋ ਉਹਦੇ ਕੋਲੇ ਜਿਹੜੀ ਆਪਣੀ ਸੀਗੀ .38 ਰਿਵਾਲਵਰ ਫਰਨਾਂਡੇਜ਼ ਕੋਲੇ ਉਹਨੇ ਉਹ ਕੱਢੀ। He could not fire safely towards Bains who was zigzagging through the crowd। ਯਾਨੀ ਕਿ ਉਹ ਭੀੜ ਦੇ ਵਿੱਚ ਵੀ ਉਹ ਨਾਲ ਮੂਵ ਵੀ ਕਰ ਰਿਹਾ ਹੈਗਾ ਤੇ ਨਾਲ ਗੋਲੀਆਂ ਚਲਾ ਰਿਹਾ ਸੀ। Diving after him, pushing aside running demonstrators, Fernandez finally caught and tackled the gunman। ਸੋ ਫਰਨਾਂਡੇਜ਼ ਆ ਵੀ ਜਿਹਨੇ ਫੌਜਾ ਸਿੰਘ ਨੂੰ ਥੱਲੇ ਸੁੱਟ ਕੇ ਤੇ ਉਹਨੂੰ ਢਾਹ ਲਿਆ ਤੇ ਕੰਟਰੋਲ ਕੀਤਾ। As he fell, Bains fired a shot that ricocheted off Fernandez's holster and lodged in the ankle of another Sikh demonstrator। ਸੋ ਜਦੋਂ ਉਹਨੂੰ ਟੈਕਲ ਕੀਤਾ ਉਹਨੇ
ਫਰਨਾਂਡez ਨੇ, ਤੇ ਬੈਂਸ ਨੇ ਇੱਕ ਹੋਰ ਗੋਲੀ ਚਲਾਈ, ਜਿਹੜੀ ਗੋਲੀ ਉਹਦੇ ਹੋਲਸਟਰ ਦੇ ਵਿੱਚ, ਜਿਹ 'ਚ ਉਹਨੇ ਬੰਦੂਕ ਰੱਖੀ ਹੋਈ, ਹੋਲਸਟਰ ਦੇ ਵਿੱਚ ਵੱਜੀ, ਤੇ ਉੱਥੋਂ ਫਿਰ ਉਹ ਰਿਕੋਸ਼ੇ ਹੋ ਕੇ ਤੇ ਇਹਦੇ ਗੱਟੇ ਦੇ ਵਿੱਚ ਕਿਸੇ ਹੋਰ ਸਿੱਖ ਡੈਮੋਨਸਟ੍ਰੇਟਰ ਜਿਹੜਾ ਸੀ ਵੀ ਉਹਦੇ ਗੱਟੇ ਦੇ ਵਿੱਚ ਜਾ ਕੇ ਤੇ ਵੱਜ ਗਈ ਜੀ। ਬੈਂਸ fired again but the shot missed Fernandez's head. Standing a few feet behind Fernandez as he struggled to subdue Bance was 19-year-old Gurraj Singh Gariyal, who was also carrying a gun. Gariyal aimed the weapon and fired just as Fernandez moved his head. The bullet grazed the back of his skull, leaving a 5-inch furrow that took 25 stitches to close. ਸੋ ਗੁਰਰਾਜ ਸਿੰਘ ਗਰੇਵਾਲ ਨੇ ਗੋਲੀ ਚਲਾਈ ਜਿਹੜੀ ਉਹਦੇ ਸਿਰ ਦੇ ਨਾਲ ਵੀ ਜ਼ਖਮ ਕਰਦੀ ਤੇ ਲੰਘ ਗਈ। He collapsed onto the ground as Bance and Gariyal escaped north along Yonge Street. ਸੋ ਉਹ ਦੋਵੇਂ ਜਿਹੜੇ ਆ ਵੀ ਉਹ ਭੱਜ ਗਏ, ਗੁਰਰਾਜ ਸਿੰਘ ਗਰੇਵਾਲ ਤੇ ਫੌਜਾ ਸਿੰਘ ਬੈਂਸ ਜੀ। ਸੋ ਇਹ ਆ, in all 3 men were shot by Bance. ਸੁਖਰਾਜ ਸਿੰਘ ਕਾਲੀ ਰਾਏ 34 of Malton was shot in the neck. His brother Balbir Singh Kali Rai 21 was struck in the chest and arm. Bal Singh 35 was hit in the ankle by the bullet ricocheting off Fernandez's holster. All 3 men members of the Pepe Gurdwara recovered from their wounds. Bance was sent to jail for life on 3 counts of attempted murder. Gariyal was sentenced to 14 years on the same charge. An Ontario appeals court later reduced the sentences to 18 years for Bance and 9 for Gariyal. ਸੋ ਮਤਲਬ ਵੀ ਆ ਸਿਚੁਏਸ਼ਨ ਵੀ ਇੱਦਾਂ ਜਿਹੜਾ ਆ ਵੀ ਉਹਨਾਂ ਨੂੰ ਕਿੱਦਾਂ ਮੈਨੀਪੂਲੇਟ ਕੀਤਾ ਜਾਂਦਾ ਬਿਲਕੁਲ, ਤੇ ਕਿੱਦਾਂ ਫਿਰ ਜਿਹੜੀ ਕਹਿ ਲਓ ਵੀ ਹੀਟ ਆਫ ਦਾ ਮੂਮੈਂਟ ਹੁੰਦੀ ਆ ਵੀ ਮੌਕੇ ਦੇ ਉੱਤੇ ਜਦੋਂ ਬੰਦਾ ਆਪਣੀ ਬੁੱਧ ਗਵਾ ਬਹਿੰਦਾ, ਆਪਾ ਖੋ ਬਹਿੰਦਾ ਜੀ, ਤੇ ਕਿਵੇਂ ਗਲਤੀਆਂ ਕਰਦਾ ਜੀ। ਸੋ ਇਹ ਨਹੀਂ ਪਤਾ ਹੁਣ ਵੀ ਸ਼ਾਇਦ ਅੱਗੇ ਜਾ ਕੇ ਉਹ ਦੱਸਣ ਵੀ ਫੌਜਾ ਸਿੰਘ ਬੈਂਸ ਜਿਹੜਾ ਆ ਤੇ ਜਾਂ ਗੁਰਰਾਜ ਸਿੰਘ ਗਰੇਵਾਲ ਵੀ ਇਹਨਾਂ ਦੇ ਕਨੈਕਸ਼ਨ ਸੀਗੇ ਕਾਉਂਸਲੇਟ ਦੇ ਨਾਲ ਜਾਂ ਨਹੀਂ ਸੀਗੇ, ਜਾਂ ਕਿਸੇ ਹੋਰ ਦੇ ਰਾਹੀਂ ਇਹਨਾਂ ਨੂੰ ਉਕਸਾਇਆ ਗਿਆ ਵੀ ਕਿਉਂਕਿ ਬੰਦੂਕਾਂ ਕੈਰੀ ਕਰਨੀਆਂ ਮਜ਼ਾਰੇ ਦੇ ਵਿੱਚ ਵੀ ਉਹ ਆਮ ਬੰਦਾ ਤੇ ਕਰੂਗਾ ਨਹੀਂ। ਬਿਲਕੁਲ ਜੀ ਬਿਲਕੁਲ। ਸੋ ਇਸ ਕਰਕੇ ਵੀ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਚਲੋ ਗਾਂਹ ਕਲੈਰੀਫਾਈ ਹੋਊ, ਪਰ ਸਭ ਕਿਹਦੇ ਵਿੱਚ ਇਹ ਨੇ ਵੀ ਜਦੋਂ ਕੋਈ ਵੀ ਮੁਜ਼ਾਹਰਾ ਹੁੰਦਾ ਆ ਉਹਦੇ ਵਿੱਚ ਇੱਕ ਏਜੰਟ ਪ੍ਰੋਵੋਕੇਟਰ ਜਿਹੜਾ ਆ ਵੀ ਉਹ ਚਾਹੀਦਾ ਹੁੰਦਾ ਵੀ ਜਿਹੜਾ ਸਰਕਾਰੀ ਏਜੰਸੀਆਂ ਵੱਲੋਂ ਭੇਜਿਆ ਤੇ ਜਿਹਨੇ ਸਾਰੇ ਦਾ ਸਾਰਾ ਜਿਹੜਾ ਤੁਹਾਡਾ ਪਲਾਨ ਆ ਉਹਨੇ ਚੌਪੜ ਕਰ ਦੇਣਾ, ਤਹਿਸ-ਨਹਿਸ ਕਰ ਦੇਣਾ, ਔਰ ਕੁਛ ਦਾ ਕੁਛ ਬਣਾ ਦੇਣਾ। ਬਿਲਕੁਲ ਵੀ ਤੁਹਾਡਾ ਕੋਈ ਕੰਟਰੋਲ ਨਹੀਂ ਰਹਿਣਾ। ਬਿਲਕੁਲ। ਇਸ ਕਰਕੇ ਭਾਈ ਵੀ ਕੋਈ ਵੀ ਜਿਹੜਾ ਮੁਜ਼ਾਹਰਾ ਜਦੋਂ ਤੁਸੀਂ ਆਰਗੇਨਾਈਜ਼ ਕਰਦੇ ਆ ਉਹਦੇ ਵਿੱਚ ਇਹ ਚੀਜ਼ਾਂ ਦਾ ਪੂਰਾ ਧਿਆਨ ਹੋਣਾ ਚਾਹੀਦਾ ਆ ਵੀ ਜੇ ਕੋਈ ਸਰਕਾਰੀ ਏਜੰਟ ਵਿੱਚ ਆ ਵੜਿਆ ਤੇ ਉਹ ਕੀ ਸੰਭਾਵਨਾਵਾਂ ਹੈਗੀਆਂ ਵੀ ਉਹ ਕੀ ਕੁਛ ਕਰ ਸਕਦਾ, ਤੇ ਉਹਦੇ ਅਗੇਂਸਟ ਪਲਾਨ ਬਣਾਉਣਾ ਜਿਹੜਾ ਆ ਵੀ ਉਹ ਬਹੁਤ ਜ਼ਰੂਰੀ ਹੁੰਦਾ। ਬਿਲਕੁਲ ਭਾਜੀ, ਮੈਂ ਕਿਹਾ ਇਹਨੂੰ ਜੇ ਮੁਜ਼ਾਹਰੇ ਦੇ ਲੈਵਲ ਤੋਂ ਆਪਾਂ ਹੋਰ ਕੋਈ ਕੌਮੀ ਕਾਰਜ ਦੇ ਲੈਵਲ ਤੇ ਵੀ ਜਾ ਕੇ ਦੇਖੀਏ, ਜਦੋਂ ਵੀ ਤੁਸੀਂ ਕੋਈ ਕਾਮੀ ਕੰਮ ਕਰਨਾ ਆ ਜਿਹੜੇ ਹਰਨੇਕ ਵਰਗੇ ਉਹਨਾਂ ਨੇ ਹੱਥ ਟੋਕੇ ਬਿਠਾਏ ਹੋਏ ਆ, ਮਤਲਬ ਇਹੋ ਜਿਹੇ ਹੋਰ ਬਾਕੀ ਕੰਟਰੀਆਂ 'ਚ ਵੀ ਬੈਠੇ ਹੋਣੇ ਆ, ਤੇ ਉਹਨਾਂ ਨੇ ਆ ਕੇ ਤੁਹਾਡਾ ਜਿਹੜਾ ਉਹ ਪਲਾਨ ਆ ਜਿਹਦੇ ਕਰਕੇ ਤੁਸੀਂ ਕੌਮ ਨੂੰ ਉੱਚਾ ਚੁੱਕਣਾ ਆ ਜਾਂ ਕੌਮੀ ਕੋਈ ਨਿਸ਼ਾਨਾ ਮਿੱਥਿਆ ਜਾਂ ਟਾਰਗੇਟ ਆ ਤੁਹਾਡਾ, ਉਹਨੂੰ ਤਹਿਸ-ਨਹਿਸ ਕਰਨਾ ਆ, ਤੁਹਾਨੂੰ ਉੱਥੋਂ ਦੀ ਮਤਲਬ ਪਾਸੇ ਕਰਨਾ ਆ, ਤੁਹਾਡਾ ਜਿਹੜਾ ਕੰਟਰੋਲ ਆ ਉਸ ਪ੍ਰੋਜੈਕਟ ਦੇ ਉੱਤੇ ਉੱਤੋਂ ਤੁਹਾਨੂੰ ਲੂਜ਼ ਕਰਾਉਣਾ ਹੈ। ਉਹ ਚੀਜ਼ਾਂ ਬਿਲਕੁਲ ਇਹ 'ਚੋਂ ਸਿੱਖਣ ਦੀ ਲੋੜ ਹੈ ਸਾਨੂੰ ਕਿ ਕਿੱਦਾਂ ਅਸੀਂ ਉਹ ਕੰਟਰੋਲ ਜਿਹੜਾ ਆ ਆਪਣਾ ਬਣਾ ਕੇ ਰੱਖਣਾ ਆ ਤੇ ਕਿੱਦਾਂ ਉਹਨਾਂ ਦੇ ਜਿਹੜੇ ਹਮਲੇ ਆ ਉਹਨਾਂ ਨੂੰ ਕਾਊਂਟਰ ਕਰਨਾ ਹੈ। ਉਹਦੇ ਵਿੱਚ ਇਹ ਵੀ ਦੇਖ ਲਓ ਵੀ ਜਿੱਦਾਂ ਬਾਬਾ ਬੰਦਾ ਸਿੰਘ ਵੇਲੇ ਦੀ ਆਪਾਂ ਅਕਸਰ ਉਦਾਹਰਨ ਦਈ ਦੀ ਆ ਵੀ ਜਿਹੜਾ ਸੁੱਚਾਨੰਦ ਸੀਗਾ ਵੀ ਉਹਦਾ ਭਤੀਜਾ ਜਿਹੜਾ ਆ ਉਹ ਆ ਕੇ ਕਹਿੰਦਾ ਹਾਂਜੀ ਬਿਲਕੁਲ ਵੀ ਮੈਂ ਖਾਲਸੇ ਦੇ ਨਿਸ਼ਾਨ ਦੇ ਥੱਲੇ ਵੀ ਅਖੇ ਲੜਨਾ ਆ, ਤੇ ਹੁਣ ਉਹ ਬਾਬਾ ਬੰਦਾ ਸਿੰਘ ਕਹਿੰਦੇ ਨੇ ਵੀ ਠੀਕ ਆ ਭਾਈ ਵੀ ਜੇ ਤੂੰ ਕਹਿੰਦਾ ਆ ਵੀ ਆ ਜਾ, ਪਰ ਉਹਨਾਂ ਨੇ ਸੰਭਾਵਨਾ ਇਹ ਜਿਹੜੀ ਆ ਵੀ ਇਹ ਝੂਠ ਬੋਲਦਾ ਵੀ ਇਹ ਮੁਖਬਰੀ ਕਰਨ ਆਇਆ ਜੀ, ਤੇ ਉਹ ਸਾਰੀਆਂ ਜਿਹੜੀਆਂ ਸੰਭਾਵਨਾਵਾਂ ਆ ਵੀ ਉਹ ਲੈ ਕੇ ਤੇ ਪਲਾਨ ਇਸ ਹਿਸਾਬ ਨਾਲ ਬਣਾਇਆ ਵੀ ਜੇ ਦਗਾ ਵੀ ਦਊਗਾ ਬਿਲਕੁਲ ਤੇ ਉਹਦੀ ਆਪਾਂ ਤਿਆਰੀ ਪਹਿਲਾਂ ਰੱਖੀ ਹੈ। ਬਿਲਕੁਲ। ਉਹ ਹੋਇਆ ਉਹੀ ਵੀ ਜਦੋਂ ਇਹ ਸਰਹੰਦ ਵੱਲ ਨੂੰ ਚੜ੍ਹਾਈ ਕੀਤੀ ਆ ਉਹਨੇ ਦਗਾ ਦਿੱਤਾ 1000 ਬੰਦੇ ਦੇ ਨਾਲ ਜਿਹੜਾ ਸੀ, ਪਰ ਉਹਨਾਂ ਦੀ ਪਲੈਨਿੰਗ ਇਸ ਹਿਸਾਬ ਦੀ ਸੀਗੀ ਵੀ ਉਹਦੇ ਦਗੇ ਦਾ ਕੋਈ ਫਰਕ ਨਹੀਂ ਪਿਆ। ਬਿਲਕੁਲ। ਵੀ ਉਹ ਜਿਹੜਾ ਟੀਚਾ ਸੀਗਾ ਵੀ ਉਹ ਸਰ ਜਿਹੜਾ ਵੀ ਉਹ ਪੂਰਾ ਕਰਕੇ ਸਰਹੰਦ ਦੇ ਉੱਤੇ ਫਿਰ ਨਿਸ਼ਾਨ ਸਾਹਿਬ ਚਲਾ ਕੇ ਜੀ ਬਿਲਕੁਲ, ਤੇ ਫਿਰ ਉਹ ਜਿਹੜਾ ਸਾਰਾ ਕੁਝ ਜਿਹੜਾ ਫਤਿਹ ਮੈਂਟਲੀ ਤੌਰ ਤੇ ਪਹਿਲਾਂ ਹੀ ਪ੍ਰੀਪੇਅਰ ਸੀ, ਮੈਂਟਲੀ ਵੀ ਤੇ ਉਦਾਂ ਵੀ ਸਾਰਾ ਪਲਾਨ ਜਿਹੜਾ ਸੀ ਉਹਦੇ ਵਿੱਚ ਫੈਕਟਰ ਇਨ ਕਰ ਲਿਆ ਵੀ ਆਹ ਜਿਹੜੇ ਬੰਦੇ ਆ ਵੀ 1000 ਆਏ ਜਿਹੜੇ ਕਹਿ ਰਹੇ ਆ ਵੀ ਅਸੀਂ ਤੁਹਾਡੇ ਨਾਲ ਹੋ ਕੇ ਲੜਨਾ ਹੈ ਬਿਲਕੁਲ, ਵੀ ਇਹਨਾਂ ਦਾ ਕੁਝ ਨਹੀਂ ਪਤਾ ਬਿਲਕੁਲ। ਸੋ ਉਹੀ ਚੀਜ਼ਾਂ ਜਿਹੜੀਆਂ ਆ ਵੀ ਜਦੋਂ ਤੁਸੀਂ ਕੋਈ ਵੀ ਮੁਜ਼ਾਹਰਾ ਆਰਗੇਨਾਈਜ਼ ਕਰਦੇ ਆ
ਕੋਈ ਵੀ ਐਕਟੀਵਿਟੀ ਆਰਗੇਨਾਈਜ਼ ਕਰਦੇ, ਜਿਵੇਂ ਤੁਸੀਂ ਕਿਹਾ ਵੀ ਸਿਰਫ ਮੁਜ਼ਾਹਰਾ ਹੀ ਨਹੀਂ, ਵੀ ਹਰੇਕ ਤਰ੍ਹਾਂ ਦਾ ਕੋਈ ਵੀ ਕੰਮ ਜੀ, ਉਹਦੇ ਵਿੱਚ ਜਿਹੜਾ ਕੋਈ ਸਰਕਾਰੀ ਹੱਥ ਠੁੱਕਾ ਅੰਦਰ ਵੜ ਕੇ ਕੀ ਕੁਛ ਹੋਰ ਤੁਹਾਡਾ ਨੁਕਸਾਨ ਕਰ ਸਕਦਾ, ਬਿਲਕੁਲ ਉਹਦੇ ਬਾਰੇ ਹਮੇਸ਼ਾ ਹੀ ਜਿਹੜਾ ਆ ਵੀ ਤੁਹਾਡਾ ਪਲਾਨ ਜਿਹੜਾ ਆ ਵੀ ਬੈਕਅਪ ਪਲਾਨ ਉਹ ਜ਼ਰੂਰੀ ਹੈਗਾ। ਸਹੀ ਗੱਲ। ਮੈਨੂੰ ਤਾਂ ਇਹਨਾਂ ਦਾ ਵੀ ਐਗਜ਼ਾਮਪਲ ਨਾਲ ਹੀ ਜੁੜਦਾ ਸੀਗਾ ਕਿ ਕਰਮਿੰਦਰ ਸਿੰਘ ਢਿੱਲੋਂ ਦਾ ਬਿਲਕੁਲ ਕੁਡ ਵੀ ਪੋਸੀਬਲ ਹੈ ਕਿ ਵੀ ਸਰਕਾਰੀ ਏਜੰਟ ਹੋਵੇ ਕਿ ਇੱਕ ਜਿਹੜਾ ਕੌਮੀ ਟੀਚਾ ਸੀਗਾ ਜਾਂ ਕੌਮੀ ਕਾਰਜ ਹੋ ਰਿਹਾ ਸੀਗਾ ਜਿਹਦੇ ਵਿੱਚ ਅਪਗ੍ਰੇਡਾਂ ਨੂੰ ਨੰਗਾ ਕੀਤਾ ਜਾ ਰਿਹਾ ਆ, ਚਾਹੇ ਉਹ ਕਈ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਆ, ਤੇ ਆ ਕੇ ਇੱਕ ਸਰਕਾਰੀ ਬੰਦਾ ਆ ਕੇ ਸਾਰੇ ਕਾਸੇ ਨੂੰ ਤਹਿਸ-ਨਹਿਸ ਕਰਨਾ ਚਾਹੁੰਦਾ ਸੀ, ਲੇਕਿਨ ਉਹ ਸਾਰਾ ਇਮਿਊਨਿਟੀ ਕ੍ਰੀਏਟ ਹੋਈ ਪਈ ਸੀ ਪਹਿਲਾਂ ਹੀ ਕਿ ਭਾਈ ਜਿਹੜੇ ਆ ਬੰਦੇ, ਕੋਈ ਵੀ ਬੰਦਾ ਹੁਣ ਤਾਂ ਵੈਸੇ ਸਹੀ ਗੱਲ ਹੈ ਛਾਨਣਾ ਹੀ ਲੱਗ ਗਿਆ ਹੈਗਾ ਕਿ ਜਿਹੜਾ ਵੀ ਬੰਦਾ ਆ ਕੇ ਅਪਗ੍ਰੇਡਾਂ ਦੇ ਹੱਕ 'ਚ ਭੁਗਤੂਗਾ ਤੇ ਉਹਦੇ ਤੇ ਪੱਕੀ ਗੱਲ ਹੈ ਕਿ ਇਹਦਾ ਸਰਕਾਰੀ ਬੰਦਾ ਆ, ਜਾਂ ਇਹ ਬੰਦਾ ਮਤਲਬ ਬੈਨੀਫਿਟ ਆਫ ਡਾਊਟ ਵੀ ਦੇ ਦਈਏ ਕਿ ਇਹ ਬੰਦਾ ਨਹੀਂ ਭਾਈ ਸਰਕਾਰੀ ਨਹੀਂ ਹੈ ਜਾਂ ਬੇਵਕੂਫ ਹੈਗਾ ਆ, ਬਟ ਜਦੋਂ ਅਪਰੋਚ ਕੀਤੀ ਗਈ ਉਸ ਤੋਂ ਬਾਅਦ ਤਾਂ ਕਲੀਅਰ ਹੀ ਹੋ ਗਿਆ ਕਿ ਸਰਕਾਰੀ ਬੰਦਾ। ਕਹਿਣ ਦਾ ਭਾਵ ਮੇਰਾ ਇਹ ਹੈ ਕਿ ਇੱਥੇ ਮਤਲਬ ਇੱਕ ਇਹ ਵੀ ਐਗਜ਼ਾਮਪਲ ਆਪਾਂ ਜੋੜ ਸਕਦੇ ਹਾਂ ਕਰਮਿੰਦਰ ਸਿੰਘ ਢਿੱਲੋਂ ਹੋਣਾ ਦਾ, ਇਹ ਕਿੱਦਾਂ ਸਰਕਾਰਾਂ ਨੇ ਪਿਆਦੇ ਆਪਣੇ ਥਾਂ ਤੇ ਬਿਠਾਏ ਹੁੰਦੇ ਨੇ ਤੇ ਜਦੋਂ ਲੋੜ ਹੁੰਦੀ ਹੈ ਤਾਰਾਂ ਖਿੱਚੀਆਂ ਜਾਂਦੀਆਂ ਤੇ ਫਿਰ ਉਹ ਬੋਲਣਾ ਸ਼ੁਰੂ ਕਰਦੇ ਨੇ। ਹੁਣ ਜਦੋਂ ਦੇਖਿਆ ਕਿ ਸਾਰੇ ਪਾਸੇ ਦਫਾ ਜ਼ਿਆਦਾ ਪੱਟ ਹੋ ਗਈ ਹੈ, ਗੱਲਾਂ ਦੇ ਜਵਾਬ ਨਹੀਂ ਹੈਗੇ, ਸਵਾਲ ਹਜ਼ਾਰਾਂ ਚੱਕੇ ਜਾ ਚੁੱਕੇ ਨੇ, ਕਿਸੇ ਵੀ ਇੱਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਮੈਨੂੰ ਲੱਗਦਾ ਉਹਨਾਂ ਨੇ ਕਿਸੇ ਵੀ ਆਪਣੇ ਨਹੀਂ ਆਸ ਕਰੀਏ, ਕਿਉਂਕਿ ਛੱਡਣਾ ਤੇ ਅਸੀਂ ਵੀ ਨਹੀਂ ਹੈਗਾ ਹੁਣ, ਕਿਉਂਕਿ ਆਬਵੀਅਸ ਆ ਵੀ ਪੰਗਾ ਜਿਹੜਾ ਪਾਇਆ ਗਿਆ ਆ ਉਹ ਜਾਣ ਬੁੱਝ ਕੇ ਪਾਇਆ ਗਿਆ। ਬਿਲਕੁਲ। ਔਰ ਜਿਹੜੇ ਕੌਮੀ ਹੈਗੇ ਨੇ ਇੰਟਰਸਟ ਜੀ ਭਈ ਉਹਨਾਂ ਦੇ ਅਗੇਂਸਟ ਜਿਹੜਾ ਆ ਵੀ ਉਹ ਸਾਰਾ ਕੁਝ ਜਿਹੜਾ ਲਿਖਿਆ ਗਿਆ ਆ ਕਰਮਿੰਦਰ ਸਿੰਘ ਢਿੱਲੋਂ ਵੱਲੋਂ। ਸੋ ਇਸ ਕਰਕੇ ਵੀ ਜਿਹੜਾ ਐਡੀਟੋਰੀਅਲ ਬੋਰਡ ਹੈਗਾ ਸਿੱਖ ਬੁਲੇਟਿਨ ਦਾ ਤੇ ਹੋਰ ਸਾਰਾ ਵੀ ਭਾਈ ਉਹਨਾਂ ਨੂੰ ਵੀ ਇੰਗੇਜ ਕਰਾਂਗੇ, ਜਿਹੜੀ ਮਲੇਸ਼ੀਆ ਦੀ ਸਰਕਾਰ ਆ ਉਹਨਾਂ ਨੂੰ ਵੀ ਇੰਗੇਜ ਕਰਾਂਗੇ ਤੇ ਭਾਈ ਵੀ ਇਹ ਦੱਸੋ ਵੀ ਇਹ ਜੇ ਕੁਝ ਹੋ ਰਿਹਾ ਆ, ਸਹੀ ਗੱਲ ਹੈ ਭਈ ਇਹ ਇਮਾਨਦਾਰੀ ਤੋਂ ਕਿੱਦਾਂ, ਇੰਟੈਗ੍ਰਿਟੀ ਦੇ ਪੱਖੋਂ ਵੀ ਇਹ ਕਿੱਥੇ ਖੜਾ ਹੁੰਦਾ ਇਹ ਸਾਰਾ ਕੰਮ। ਸਹੀ ਗੱਲ। ਸੋ ਉਹਦੀ ਜਵਾਬਦੇਹੀ ਬਣਦੀ ਆ, ਉਹ ਲਵਾਂਗੇ। ਨਹੀਂ ਬਿਲਕੁਲ ਬਣਦੀ। ਔਰ ਗੁਰੂ ਦੀ ਸਿੱਖਿਆ ਹੀ ਇਹ ਆ ਵੀ ਠੀਕ ਆ ਭਾਵੇਂ 1.25 ਲੱਖ ਅੱਗੇ ਤੁਹਾਡੇ ਵਿਰੋਧ ਦੇ ਵਿੱਚ ਖੜਾ ਹੋਵੇ, ਸਹੀ ਗੱਲ ਹੈ ਜੀ, ਸਹੀ ਗੱਲ। ਜਿੱਥੇ ਤੁਸੀਂ ਸੱਚ ਬੋਲਣਾ ਉੱਥੇ ਤੁਹਾਨੂੰ ਬੋਲਣਾ ਹੀ ਬੋਲਣਾ ਹੈ, ਕੋਈ ਫਰਕ ਨਹੀਂ ਪੈਂਦਾ। ਜਿੱਦਾਂ ਭਾਜੀ ਤੁਸੀਂ ਪ੍ਰੋਗਰਾਮ ਨੂੰ ਸ਼ੁਰੂ 'ਚ ਕਿਹਾ ਸੀ ਕਿ ਘੱਟ ਤੋਂ ਘੱਟ ਚੀਜ਼ਾਂ ਰਿਕਾਰਡ ਤੇ ਤਾਂ ਲੈ ਕੇ ਆਈਏ। ਬਿਲਕੁਲ। ਮਤਲਬ ਹੁਣ ਕਰਮਿੰਦਰ ਸਿੰਘ ਢਿੱਲੋਂ ਨੂੰ ਸਵਾਲ ਕੀਤੇ ਗਏ ਆ, ਜਵਾਬ ਮਿਲੇ ਨਹੀਂ, ਉਹ ਰਿਕਾਰਡ ਤੇ ਆ ਗਿਆ ਹੈ। ਅੱਜ ਤੋਂ 10 ਸਾਲ ਬਾਅਦ ਵੀ ਉਹ ਇੱਦਾਂ ਹੀ ਰਿਕਾਰਡ 'ਚ ਰਹਿਣਾ ਹੈ ਤੇ 50 ਸਾਲ ਬਾਅਦ ਰਿਕਾਰਡ 'ਚ ਰਹਿਣਾ ਕਿ ਭਾਈ ਜੇ ਤੁਸੀਂ ਸ਼ੁਰੂਆਤ ਕੀਤੀ ਸੀਗੀ ਕਿਸੇ ਮਸਲੇ ਦੀ ਤੇ ਫਿਰ ਉਹਦੇ ਜਵਾਬ ਦੇ ਵਿੱਚ ਜਦੋਂ ਤੁਹਾਨੂੰ ਸਵਾਲ ਕੀਤੇ ਗਏ ਆ ਤੁਸੀਂ ਜਵਾਬ ਕਿਉਂ ਨਹੀਂ ਦਿੱਤੇ ਉਹਨਾਂ ਦੇ? ਨਹੀਂ, ਉਹ ਆਪਾਂ ਦੇਖਿਆ ਹੀ, ਉਹ ਸ਼ੇਅਰ ਕੀਤਾ ਸੀਗਾ ਗੋਰੇ ਦਾ ਵੀ ਉਹਨੇ 27 ਦਸੰਬਰ ਨੂੰ ਕਿ 29 ਦਸੰਬਰ ਨੂੰ ਵੀ ਉਹਨੇ ਇਹਦੇ ਨੇਕੀ ਦੇ ਹੱਕ ਦੇ ਵਿੱਚ ਕਹਿ ਦਿੱਤਾ ਕੁਝ, 25 ਕਿ 26 ਦਸੰਬਰ ਨੂੰ। ਫਿਰ ਦੁਬਾਰਾ ਉਹਨੇ 2-3 ਦਿਨਾਂ ਬਾਅਦ ਹੀ ਉਹਨੂੰ ਪਤਾ ਲੱਗ ਗਿਆ ਵੀ ਜੋ ਮੈਂ ਕਹਿ ਬੈਠਾ ਵੀ ਉਹ ਤੱਥਾਂ ਤੇ ਆਧਾਰਿਤ ਨਹੀਂ ਸੀਗਾ। ਉਹਨੇ ਝੱਟ ਜਿਹੜਾ ਆ ਵੀ ਉਹ ਕਰੈਕਸ਼ਨ ਜਿਹੜੀ ਉਹ ਕਰ ਦਿੱਤੀ, ਮਾਫੀ ਵੀ ਮੰਗੀ, ਅਪੋਲੋਜੀਜ਼ ਵੀ ਕੀਤੀ ਤੇ ਫਿਰ ਉਹਨੇ ਝੱਟ ਉਹਨੇ ਆਪਣਾ ਜਿਹੜਾ ਪੱਖ ਸੀਗਾ ਉਹ ਕਰੈਕਟ ਵੀ ਕਰ ਲਿਆ ਵੀ ਕਹਿੰਦਾ ਮੈਨੂੰ ਭੁਲੇਖਾ ਲੱਗਾ, ਮੇਰੇ ਕੋਲ ਜਾਣਕਾਰੀ ਗਲਤ ਸੀ ਤੇ ਆ ਜਦੋਂ ਮੈਨੂੰ ਸਹੀ ਜਾਣਕਾਰੀ ਮਿਲੀ ਆ ਤੇ ਮੈਂ ਆਪਣਾ ਜਿਹੜਾ ਆ ਵੀ ਵਿਚਾਰ ਉਹ ਬਿਲਕੁਲ ਆ ਮੇਰੇ ਹਿਸਾਬ ਨਾਲ ਵੀ ਆ ਤਾਂ ਸਹੀ ਗੱਲ ਹੈ। ਤੇ ਹੁਣ ਇਹ ਕਰਮਿੰਦਰ ਸਿੰਘ ਢਿੱਲੋਂ ਵੀ ਜੇ ਸਿਆਣਾ ਹੈਗਾ ਆ ਸਹੀ ਗੱਲ, ਤੇ ਕੋਈ ਇੰਨਾ ਔਖਾ ਨਹੀਂਗਾ ਵੀ ਜਿਹੜਾ ਬੰਦਾ 2 ਘੰਟੇ ਲਾ ਕੇ 3 ਘੰਟੇ ਲਾ ਕੇ ਤੇ ਇਹਦੀ ਆਪਣਾ ਪ੍ਰਭਦੀਪ ਸਿੰਘ ਦੀ ਸਾਰਾ ਜਿਹੜਾ ਪ੍ਰੋਗਰਾਮ ਉਹ ਸੁਣ ਕੇ ਉਹ ਚੋਂ ਗਿਣਤੀਆਂ ਮਿਣਤੀਆਂ ਕਰ ਸਕਦਾ ਆ ਵੀ ਆਹ ਗੱਲ ਉਹਨੇ ਇੰਨੀ ਵਾਰੀ ਕਹੀ ਆ, ਇੰਨੀ ਵਾਰੀ ਕਹੀ ਆ। ਉਹਦੇ ਕੋਲੇ ਟਾਈਮ ਦੀ ਤੇ ਕੋਈ ਘਾਟ ਨਹੀਂ ਹੋਣੀ ਚਾਹੀਦੀ ਵੀ ਉਹ 2 ਮਿੰਟ ਲੱਗਣੇ ਆ, ਉਹਨੂੰ ਜ਼ਿਆਦਾ ਤੋਂ ਜ਼ਿਆਦਾ 10 ਮਿੰਟ ਲੱਗ ਜੂਗੇ ਵੀ ਉਹ ਮਾੜੀ ਜੀ ਨਜ਼ਰ ਮਾਰ ਲਵੇ ਨੇਕੀ ਦੇ YouTube ਵਾਲੇ ਚੈਨਲ ਦੇ ਉੱਤੇ, ਉਹਨੂੰ ਝੱਟ ਪਤਾ ਲੱਗ ਜੂਗਾ ਵੀ ਕਿੱਥੇ ਗਲਤੀ ਕੀਤੀ ਆ ਉਹਨੇ, ਜਿਹੜੀ ਸ਼ਬਦਾਵਲੀ ਉਹ ਵਰਤਦਾ ਆ। ਸੋ ਉਹ ਤੇ ਮਤਲਬ ਇਹ ਤਾਂ ਲੈ ਕੇ ਚੱਲੀਏ ਵੀ ਜੇ ਇਹ ਮੰਨ ਕੇ ਚੱਲੀਏ ਅਸੀਂ ਵੀ ਕਰਮਿੰਦਰ ਸਿੰਘ ਕੋਲੇ ਵੀ ਜਾਣਕਾਰੀ ਸਹੀ ਨਹੀਂ ਸੀਗੀ, ਲੇਕਿਨ ਉਹਦਾ ਮਤਲਬ ਉਹਦਾ ਸੰਭਾਵਨਾ ਜਦ ਕਿ ਵੀ ਉਹ ਬਿਲਕੁਲ ਗਲਤ ਖਤਮ ਆ ਵੀ ਇਹਨੂੰ ਸਭ ਕੁਝ ਪਤਾ ਸੀਗਾ, ਜਾਣ ਬੁੱਝ ਕੇ ਇਹਨੇ ਵੀ ਬੇਈਮਾਨੀ ਦੇ ਵਿੱਚੋਂ ਸਾਰਾ ਉਹ ਲੇਖ ਜਿਹੜਾ ਲਿਖਿਆ। ਪਰ ਚਲੋ ਫੇਰ ਵੀ ਬੈਨੀਫਿਟ ਆਫ ਡਾਊਟ ਇਹਨੂੰ ਇੰਨਾ ਦੇ ਦਿਓ ਵੀ ਭਾਈ ਵੀ ਕੋਈ ਬਾਹਲਾ ਔਖਾ ਨਹੀਂ, ਜੇ ਤੇਰੇ ਕੋਲੇ ਅਜੇ ਵੀ ਤੂੰ ਮਤਲਬ ਚਾਂਸ ਹੈਗਾ ਵੀ ਕਰੈਕਟ ਆਪਣਾ ਜਿਹੜੀ ਗਲਤੀ ਆ ਵੀ ਉਹਨੂੰ ਕਰ ਲਾ, ਬਿਲਕੁਲ ਭਈ ਤੱਥ ਜਿਹੜੇ ਆ ਵੀ ਉਹਨੂੰ ਇੱਕ ਵਾਰੀ ਫੇਰ ਐਸਰਟੇਨ ਕਰ ਲਾ, ਬਿਲਕੁਲ ਤੇ ਉਹ ਐਸਰਟੇਨ ਕਰਕੇ ਤੇ ਜਿਹੜੀ ਸੱਚਾਈ ਆ ਵੀ ਉਹਦੇ ਬਾਰੇ ਆਪਣਾ ਜਿਹੜਾ ਤੇਰੇ ਕੋਲ ਗਲਤ ਬਿਆਨੀ ਹੋ ਗਈ ਆ ਵੀ ਉਹਨੂੰ ਸਹੀ ਕਰ ਲਾ, ਸਹੀ ਗੱਲ ਹੈ। ਤੂੰ ਮੰਨ ਲਾ ਵੀ ਹਾਂ ਮੇਰੇ ਤੋਂ ਗਲਤ ਬਿਆਨੀ ਹੋਈ ਆ ਤੇ ਉਹਨੂੰ ਸਹੀ ਕਰ ਲਾ ਤੇ ਸਾਰਾ ਕੁਝ ਜਿਹੜਾ ਆ ਵੀ ਕੋਈ ਪ੍ਰੋਬਲਮ ਨਹੀਂ ਰਹਿਣੀ। ਨਹੀਂ ਤਾਂ ਇਤਿਹਾਸ ਨੇ ਤਾਂ ਨਹੀਂ ਮਾਫ ਕਰਨਾ ਭਾਜੀ, ਇਤਿਹਾਸ ਦੇ ਵਿੱਚ ਕਾਲੇ ਅੱਖਰਾਂ 'ਚ ਨਾਂ ਲਿਖਿਆ ਜਾਣਾ ਹੈ ਉਹਨਾਂ ਲੋਕਾਂ ਦਾ ਜਿਹੜੇ ਬਕਵਾਸ ਕਰਦੇ ਫਿਰਦੇ ਆ ਸਿੱਖਾਂ ਪ੍ਰਤੀ। ਤੇ ਖੈਰ ਫਾਰ ਭਾਜੀ ਪ੍ਰੋਗਰਾਮ ਨੂੰ ਅੱਜ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਬਾਰ-ਬਾਰ ਅਸੀਂ ਇੱਥੋਂ ਇਹੀ ਬੇਨਤੀ ਕਰਦੇ ਹਾਂ ਕਿ ਆਪਣੇ ਗਿਆਨ ਦਾ ਪੱਧਰ ਉੱਚਾ ਚੁੱਕੀਏ ਤਾਂ ਕਿ ਇਹੋ ਜਿਹੀਆਂ ਭੇਡਾਂ ਨੂੰ, ਇਹੋ ਜਿਹੇ ਭੇੜੀਏ ਜਿਹੜੇ ਸਿੱਖੀ ਲਿਬਾਸ ਦੇ ਵਿੱਚ ਘੁੰਮ ਰਹੇ ਨੇ, ਬਾਣੇ 'ਚ ਘੁੰਮ ਰਹੇ ਨੇ, ਉਹਨਾਂ ਨੂੰ ਪਛਾਣ ਸਕੀਏ। ਤੇ ਬੇਨਤੀ ਇੰਨੀ ਹੈ ਕਿ ਜ਼ਰੂਰ ਆਪਾਂ ਇਹ ਸੋਚੀਏ ਕਿ ਜਿਹੜੀਆਂ ਆਪਾਂ ਜਿਹੜੀ ਗਰੁੱਪਿਜ਼ਮ ਦੇ ਵਿੱਚ ਆਪਾਂ ਭਾਈ ਅੱਜ ਕੱਲ੍ਹ ਬਹੁਤ ਜ਼ਿਆਦਾ ਜਕੜ ਗਏ ਹਾਂ ਕਿ ਭਾਈ ਜੇ ਅਸੀਂ ਇਸ ਗਰੁੱਪ ਨੂੰ ਬਿਲੋਂਗ ਕਰਦੇ ਹਾਂ ਤਾਂ ਬਸ ਅਸੀਂ ਉਸੇ ਹੀ ਗਰੁੱਪ ਦੀ ਸੁਣਨੀ ਹੈਗੀ, ਇੱਦਾਂ ਨਹੀਂ ਹੈਗਾ। ਅਸੀਂ ਸਿੱਧਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੀਏ, ਗੁਰੂ ਗ੍ਰੰਥ ਸਾਹਿਬ ਦਾ ਗਿਆਨ ਲਈਏ, ਸੰਥਿਆ
ਕਰੀਏ, ਉਹ ਤੋਂ ਜਿਹੜਾ ਵਿਚਾਰ ਕੇ ਉਹਨੂੰ ਸ਼ਬਦਾਂ ਨੂੰ ਵਿਚਾਰ ਕੇ ਆਪਣੇ ਜੀਵਨ 'ਚ ਢਾਲੀਏ ਤਾਂ ਕਿ ਅਸੀਂ ਆਪਣੇ ਇੱਕ ਵਧੀਆ ਜੀਵਨ ਬਣਾ ਸਕੀਏ ਅਤੇ ਜਿਹੜੀਆਂ ਗੁੱਟਬਾਜ਼ੀਆਂ ਹੈਗੀਆਂ ਇਹਨਾਂ ਤੋਂ ਉੱਪਰ ਉੱਠ ਕੇ ਆਪਾਂ ਸੋਚ ਸਕੀਏ। ਤਾਂ ਹੀ ਅਸੀਂ ਆਪਣਾ ਕੁਝ ਸਵਾਰ ਸਕਦੇ ਹਾਂ, ਕੌਮ ਦਾ ਕੁਝ ਸਵਾਰ ਸਕਦੇ ਹਾਂ। ਅਤੇ ਇਸੇ ਹੀ ਨੋਟ 'ਤੇ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।